ਹੈਲੋ ਗਾਇਸ, ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਸਾਡੇ ਚੈਨਲ ਗੈਰੀ ਕਮਾਨ ਪੋਲੀਟੀਵਿਟੀ ਉੱਤੇ। ਮੈਂ ਕੁਲਵਿੰਦਰ ਲੈ ਕੇ ਆਇਆ ਜੀ। ਅੱਜ ਅਸੀਂ ਤੁਹਾਡੇ ਲਈ ਪੋਲੀਟੀਕਲ ਲੈਕਚਰਾਰਾਂ ਲਈ ਇੱਕ ਖਾਸ ਟੌਪਿਕ, ਅੱਜ ਦਾ ਟੌਪਿਕ ਹੈਗਾ ਜੀ USA ਦਾ ਕੌਨਸਟੀਟਿਊਸ਼ਨ। ਚਲੋ ਜੀ ਸਟਾਰਟ ਕਰਨ ਜਾ ਰਹੇ ਹਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਰਿਕੁਐਸਟ ਹੈ, ਜਿਹੜੇ ਸਟੂਡੈਂਟ ਫਸਟ ਟਾਈਮ ਚੈਨਲ 'ਤੇ ਵਿਜ਼ਿਟ ਕੀਤੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਘੰਟੀ ਵਾਲਾ ਆਈਕਨ ਦਬਾ ਦੇਣ ਤਾਂ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਡੇ ਤੱਕ ਪਹੁੰਚ ਜਾਵੇ। ਚਲੋ ਜੀ ਸਟਾਰਟ ਕਰਾਂਗੇ। ਹਾਂਜੀ, ਫਸਟ ਹੈਗਾ ਜੀ ਇਸ ਦਾ ਜਿਹੜਾ ਕੌਨਸਟੀਟਿਊਸ਼ਨ ਬਣਾਉਣ ਲਈ ਸੀ, ਉਹਦੇ ਲਈ ਇੱਕ ਸੰਮੇਲਨ ਹੋਇਆ ਸੀ USA ਵਿੱਚ। ਕੌਨਸਟੀਟਿਊਸ਼ਨ ਬਣਾਉਣ ਲਈ ਉਹਨੂੰ ਕੀ ਕਿਹਾ ਜਾਂਦਾ ਜੀ? ਫਿਲਾਡੈਲਫੀਆ ਸੰਮੇਲਨ। ਇਹਦੀ ਆਪਾਂ ਨੇ ਤਰੀਕ ਵੀ ਯਾਦ ਰੱਖਣੀ, 25 ਮਈ 1787 ਵਿੱਚ। ਠੀਕ ਹੈ, 25 ਮਈ 1787 ਵਿੱਚ ਫਿਲਾਡੈਲਫੀਆ ਵਿੱਚ ਇੱਕ ਸੰਮੇਲਨ ਹੁੰਦਾ ਜਿਸ ਵਿੱਚ ਜਿਹੜਾ USA ਦਾ ਕੌਨਸਟੀਟਿਊਸ਼ਨ ਬਣਾਉਣ ਬਾਰੇ ਡਿਸਕਸ ਹੋਇਆ ਸੀ, ਬਣਾਇਆ ਗਿਆ ਸੀ ਇੱਥੇ। ਹਾਂਜੀ, ਇਹਦੇ ਵਿੱਚ ਕਿੰਨਿਆਂ ਨੇ ਭਾਗ ਲਿਆ ਸੀ? ਰੋੜੇ ਦੀਪ ਸਮੂਹ ਨੂੰ ਛੱਡ ਕੇ। ਇਹਨੇ ਜਿਹੜਾ ਇੱਕ ਦੀਪ ਸੀਗਾ, ਇਹਦੇ ਪਾਰਟੀਸਪੇਟ ਨਹੀਂ ਕੀਤਾ ਸੀ। ਕਿਹੜਾ ਸੀ ਉਹ? ਰੋੜੇ ਦੀਪ। ਠੀਕ ਹੈ, ਬਾਕੀ ਸਾਰੇ ਰਾਜਾਂ ਤੋਂ ਕਿੰਨੇ ਗਏ ਸੀ ਜੀ ਪ੍ਰਤੀਨਿਧ? 74 ਪ੍ਰਤੀਨਿਧ ਗਏ ਸੀ। ਨਿਯੁਕਤ ਕਿੰਨੇ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ 55 ਨੇ ਜਿਹੜੇ ਸੰਮੇਲਨ ਵਿੱਚ ਸ਼ਾਮਿਲ ਹੋਏ ਸੀਗੇ। ਅਤੇ ਸੰਵਿਧਾਨ ਨਿਰਮਾਣ ਵਿੱਚ ਹਿੱਸਾ ਲੈਣ ਵਾਲੇ ਕਿੰਨੇ ਸੀ? 39 ਪ੍ਰਤੀਨਿਧ ਸੀ। ਠੀਕ ਹੈ, ਚਲੋ ਨੈਕਸਟ ਹੈ ਜੀ ਪਹਿਲਾ ਪ੍ਰਧਾਨ ਮੰਤਰੀ। ਇਹ ਜ਼ਰੂਰ ਯਾਦ ਰੱਖਣਾ, ਵੈਰੀ ਇੰਪੋਰਟੈਂਟ ਆ ਜਾਂਦਾ ਕਿ ਇੱਕ ਪਹਿਲਾ ਇੱਕ ਲਾਸਟ ਆ ਜਿਹੜਾ। ਠੀਕ ਹੈ, ਜਿਹੜਾ ਫਸਟ ਪ੍ਰਧਾਨ ਮੰਤਰੀ ਸੀ ਜੀ ਉਹਨਾਂ ਦਾ PM ਤੇ USA ਦਾ, ਉਹ ਹੈਗਾ ਸੀ ਜਾਰਜ ਵਾਸ਼ਿੰਗਟਨ। ਠੀਕ ਹੈ, ਚਲੋ ਨੈਕਸਟ ਚੱਲਦੇ ਜੀ। ਹੁਣ ਆਪਾਂ ਸੰਵਿਧਾਨ ਦੀ ਤਿਆਰੀ ਕਰ ਦਿੰਦੇ ਗੇ। ਹਾਂਜੀ, ਜਿਹੜਾ ਸੰਵਿਧਾਨ ਦੀ ਤਿਆਰੀ ਕੀਤੀ ਗਈ ਸੀ ਬਣਾਉਣ ਦੀ, ਉਹ ਫਿਲਾਡੈਲਫੀਆ ਵਿੱਚ ਹੋਈ ਸੀ। ਠੀਕ ਹੈ, ਸੰਮੇਲਨ ਵਿੱਚ ਕਿੰਨਿਆਂ ਤੋਂ ਪ੍ਰਵਾਨਗੀ ਮਿਲੀ ਸੀਗੀ? ਉਸ ਸਮੇਂ ਇਹਦੇ ਸਿਰਫ 13 ਸਟੇਟ ਸੀਗੇ। 13 ਸਟੇਟਾਂ ਵਿੱਚੋਂ 3/4 ਦੀ ਸਹਿਮਤੀ ਨਾਲ ਜਿਹੜਾ ਉਹ ਸੰਵਿਧਾਨ ਆ ਜਿਹੜਾ ਬਣਾਇਆ ਗਿਆ ਸੀ। ਸੰਵਿਧਾਨ ਲਾਗੂ ਕਦੋਂ ਹੋਇਆ ਸੀ ਜੀ? 4 ਮਾਰਚ 1789 ਵਿੱਚ। ਠੀਕ ਹੈ, ਧਿਆਨ ਰੱਖਣਾ 89 ਇਹ 7 ਨਹੀਂ ਹੈਗਾ, 9 ਵਿੱਚ ਹੋ ਗਿਆ ਸੀਗਾ। ਇਹ ਇੰਪੋਰਟੈਂਟ ਨੇ ਗਿਆ, ਇਹ ਵੀ ਇੰਪੋਰਟੈਂਟ ਆ। ਜਾਰਜ ਵਾਸ਼ਿੰਗਟਨ ਫਸਟ ਪ੍ਰਧਾਨ ਮੰਤਰੀ ਸੀ, ਇਹ ਵੀ ਇੰਪੋਰਟੈਂਟ ਆ। ਅਤੇ ਕਿਹੜੇ ਸੰਮੇਲਨ ਵਿੱਚ ਤਿਆਰ ਕੀਤਾ ਗਿਆ ਸੀ? ਫਿਲਾਡੈਲਫੀਆ ਸੰਮੇਲਨ ਵਿੱਚ। ਤਿੰਨੇ ਚੀਜ਼ਾਂ ਇੰਪੋਰਟੈਂਟ ਨੇ, ਕੁਛ ਵੀ ਆ ਸਕਦਾ ਪੇਪਰ 'ਚ, ਧਿਆਨ ਦੇਣਾ। ਨੈਕਸਟ ਹੈ ਜੀ ਸੰਵਿਧਾਨ ਸਭਾ ਦਾ ਜਿਹੜੇ ਪ੍ਰਸਿੱਧ ਮੈਂਬਰ ਕਿਹੜੇ ਸੀ? ਫਸਟ ਹੈਗਾ ਹੈਮਿਲਟਨ, ਸੈਕਿੰਡ ਮੈਡੀਸਨ। ਠੀਕ ਹੈ, ਇਹ ਦੋ ਸੀਗੇ ਜਿਹੜੇ ਮੇਨ ਦੀ। ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਸੀ ਦੋਹਾਂ ਨੇ ਮਿਲ ਕੇ, ਉਹਨੂੰ ਕਹਿੰਦੇ ਫੈਡਰਲਿਸਟ। ਇਹਦੀ ਬੁੱਕ ਦਾ ਨੇਮ ਹੈ, ਇਹਨਾਂ ਦੋਹਾਂ ਨੇ ਮਿਲ ਕੇ ਇੱਕ ਬੁੱਕ ਵੀ ਲਿਖੀ ਸੀਗੀ। ਇਹ ਬਹੁਤ ਜ਼ਿਆਦਾ ਪ੍ਰਸਿੱਧ ਅਤੇ ਜਿਹੜੇ ਇੰਪੋਰਟੈਂਟ ਸੀਗੇ, ਜਿਨ੍ਹਾਂ ਮੂਹਰੇ ਹੋ ਕੇ ਸਾਰਾ ਸੰਵਿਧਾਨ ਦੀ ਜਿਹੜੀ ਤਿਆਰੀ ਕਰਵਾਈ ਸੀ ਵੀ ਕੀ ਕੁਛ ਸੰਵਿਧਾਨ 'ਚ ਹੋਣਾ ਚਾਹੀਦਾ ਗਾ। ਜਿਹੜੇ ਨੇ ਹੈਮਿਲਟਨ ਅਤੇ ਮੈਡੀਸਨ। ਠੀਕ ਹੈ, ਅਸਥਾਈ ਤੌਰ 'ਤੇ ਇੱਕ ਰਾਜਧਾਨੀ, ਜਿਹੜੀ ਕੱਚੇ ਤੌਰ 'ਤੇ ਕਹਿ ਦਿੰਦੇ ਆਪਾਂ, ਰਾਜਧਾਨੀ ਬਣਾਈ ਗਈ ਸੀ। ਕਿਹੜੀ ਸੀ ਜੀ ਉਹ? ਨਿਊਯਾਰਕ। ਠੀਕ ਹੈ, ਇੱਕ ਵਾਰੀ ਸਾਫ਼ ਕਰਕੇ ਦੁਬਾਰਾ ਦੱਸ ਦਿੰਦੇ ਕੀ ਕੁਛ ਇੰਪੋਰਟੈਂਟ ਹੈ ਜੀ। ਫਸਟ ਪ੍ਰਧਾਨ ਮੰਤਰੀ ਜਾਰਜ ਵਾਸ਼ਿੰਗਟਨ। ਸੰਵਿਧਾਨ ਤਿਆਰ ਕੀਤਾ ਗਿਆ ਸੀ ਫਿਲਾਡੈਲਫੀਆ ਸੰਮੇਲਨ ਵਿੱਚ। ਲਾਗੂ ਕਦੋਂ ਹੋਇਆ ਸੀ? 1789 ਵਿੱਚ। ਪ੍ਰਸਿੱਧ ਮੈਂਬਰ ਕਿਹੜੇ ਸੀ ਇਹਦੇ? ਹੈਮਿਲਟਨ ਅਤੇ ਮੈਡੀਸਨ ਸੀਗੇ। ਅਤੇ ਅਸਥਾਈ ਰਾਜਧਾਨੀ ਬਣਾਈ ਗਈ ਸੀ, ਉਹ ਨਿਊਯਾਰਕ ਨੂੰ ਬਣਾਇਆ ਗਿਆ ਸੀ। ਚਲੋ ਨੈਕਸਟ ਹੈ। ਹਾਂਜੀ, ਉਸ ਸਮੇਂ ਜਿਹੜਾ ਆਪਾਂ ਨੂੰ ਪਤਾ ਗਾ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਜਾਰਜ ਵਾਸ਼ਿੰਗਟਨ ਨੂੰ, ਇਹ ਕਿਸੇ ਵੋਟਿੰਗ ਦੇ ਆਧਾਰ 'ਤੇ ਨਹੀਂ ਬਣਾਇਆ ਗਿਆ ਸੀ। ਇਹ ਸਰਬਸੰਮਤੀ ਨਾਲ ਹੀ ਚੁਣ ਲਿਆ ਗਿਆ ਸੀ, ਕਿਉਂਕਿ ਇਹ ਫਸਟ ਦੀ। ਠੀਕ ਹੈ, ਸਰਬਸੰਮਤੀ ਨਾਲ ਚੁਣ ਲਿਆ ਗਿਆ ਸੀ। ਆਪਣੇ ਪਦ 'ਤੇ ਕਦੋਂ ਬੈਠਿਆ ਸੀਗਾ ਪਦਵੀ 'ਤੇ? ਉਹ 30 ਅਪ੍ਰੈਲ ਨੂੰ ਬੈਠਿਆ ਸੀਗਾ, 30 ਅਪ੍ਰੈਲ 1789 ਵਿੱਚ। ਠੀਕ ਹੈ, ਇਹ ਆਪਾਂ ਨੂੰ ਪਤਾ ਸੰਵਿਧਾਨ ਦੀਆਂ ਧਾਰਾਵਾਂ ਦਿੱਤੀਆਂ ਨੇ। ਚੀਨ ਦੀਆਂ ਕਿੰਨੀਆਂ ਨੇ? 138, ਜਾਪਾਨ ਦੀਆਂ 103 ਅਤੇ ਇੰਡੀਆ ਦੀਆਂ 395। ਇੱਕ ਪ੍ਰਸਿੱਧ ਜਿਹੜੇ ਲੇਖਕ ਹੋਏ ਨੇ ਗੇ, ਥਿੰਕਰਸ ਕਹਿ ਸਕਦੇ ਆਪਾਂ, ਲਾਰਡ ਬਰਾਈਸ। ਉਹਨੇ ਕੀ ਕਿਹਾ ਸੀਗਾ ਕਿ ਰਾਸ਼ਟਰ ਪਰਿਵਰਤਨ ਨਾਲ USA ਦੇ ਸੰਵਿਧਾਨ ਵਿੱਚ ਪਰਿਵਰਤਨ, ਸੋਧਾਂ, ਥਾਵਾਂ ਅਤੇ ਨਿਆਂਇਕ ਨੇ ਇਸ ਨੂੰ ਜਿਉਂਦਾ ਬਣਾਇਆ ਹੋਇਆ ਹੈ। ਠੀਕ ਹੈ, ਇਹਦੇ ਵਿੱਚ ਜਿਹੜੀਆਂ ਸੋਧਾਂ ਹੋ ਰਹੀਆਂ ਨੇਗੀਆਂ, ਕਿਉਂਕਿ ਆਪਾਂ ਨੂੰ ਪਤਾ ਬਹੁਤ ਜ਼ਿਆਦਾ ਪੁਰਾਣਾ ਗਾ, ਜਦ ਕਿ ਇੰਡੀਆ ਦਾ ਤਾਂ ਹਜੇ ਹੁਣੇ 1950 ਤੋਂ 1947 'ਚ ਬਣਨਾ ਸਟਾਰਟ ਹੋਇਆ ਅਤੇ 1950 ਤੱਕ ਲਾਗੂ ਹੋਇਆ ਸੀਗਾ। ਇਹ ਤਾਂ ਉਸ ਤੋਂ ਵੀ ਬਹੁਤ ਜ਼ਿਆਦਾ ਸਾਲ ਪੁਰਾਣਾ ਗਾ। ਜਿਹੜੀਆਂ ਸੋਧਾਂ ਹੋਈਆਂ ਨੇ, ਇਹਨਾਂ ਨੇ ਇਹਨੂੰ ਹਜੇ ਤੱਕ ਜਿਉਂਦਾ ਰੱਖ ਰੱਖੇਗਾ। ਠੀਕ ਹੈ, ਇਹ ਜਿਹੜਾ ਪਾਪੂਲਰ ਸੋਵਰਨਿਟੀ ਦੇ ਜਿਹੜੇ ਸ਼ਕਤੀ ਸੋਮਾ ਲੋਕ ਹਨ, ਉੱਥੇ ਜਿਹੜੀ ਪਾਪੂਲਰ ਸੋਵਰਨਿਟੀ ਦੇ ਤੌਰ 'ਤੇ ਜਿਹੜੀ ਗੌਰਮੈਂਟ ਕੰਮ ਕਰਦੀ ਹੈ, ਸ਼ਕਤੀ ਦਾ ਸੋਮਾ ਕੌਣ ਨੇ? ਲੋਕ ਨੇ।
ठीक है। जिवें भारत विच आपां कहंदे भी शक्ति दा सोमा लोक नेगे। USA जिहड़ा दूजे नंबर दा लोकतंत्री देश है, ठीक है। पहला डेमोक्रेटिक देश जिहड़ा सी आपां नूं पता वो ब्रिटेन सीगा, जिथे लोकां नूं जिहड़ा अधिकार मिले सी। सैकेंड किहड़ा आ गया जी, USA आ गया गा। उस तो इलावा जिहड़ा 1789 विच जिहड़ा एक मंत्रीमंडल जिहड़ा बनाया गया सी, पर वो फेल हो गया सीगा, ठीक है। जे आपां नूं पता स्टार्टिंग विच आपां कोई काम करदे जरूरी नहीं है अपनी सारी चीज़ां सक्सैस मिले, कई बार आपां नूं फेल भी होना पैंदा। इस तरह जिहड़ा कॉन्स्टिट्यूशन दी USA दा उहदे विच भी जिहड़ा कई बार कुछ फेल हो गया, तो कई बार जिहड़ियां चीज़ां ने जिहड़ियां वधिया वर्क कीतियां नेगियां। हाँ जी, हुण इहदा जिहड़ा जुडिशल रिव्यू होया सीगा, इहदे विच ऐड कीता गया, संविधान विच ओह कीता गया सीगा। हाँ जी, जुडिशल रिव्यू होया सी जिहड़ा 1803 विच होया सीगा, ठीक है। याद रखना भी जुडिशल रिव्यू की जिहड़ी शुरुआत है USA विच कदों तो हुई हैगी, वो 1803 तो हुई सीगी। हाँ जी, ये किन्ने आर्टिकल नेगे, जब संविधान बनाया गया सिर्फ 7 आर्टिकल लिखे गए सीगे। इहदे विच हुण तक ने जिहड़ियां 27 अमेंडमेंट हो गई ने, ठीक है। ध्यान रखना जिहड़े मूल संविधान विच किन्ने आर्टिकल सी, 7 आर्टिकल सी। इस हुण तक एट प्रैजेंट टाइम तक इहदे 27 सोधां हो चुकियां ने। फर्स्ट आर्टिकल हैगा, देखो यह हैगा सी विधान पालिका बारे, यानी कि लैजिसलेटिव बारे, ठीक है, भी गौरमेंट किस तरीके नाल काम करेगी। सैकेंड हैगा राष्ट्रपति बारे, उप राष्ट्रपति बारे ते प्रधानमंत्री बारे, यानी कि कार्यपालिका बारे आ गए ये सैकेंड, ठीक है। ये सारे राष्ट्रपति दे जिन्नियां भी शक्तियां नेगियां वो भी गौरमेंट ते उहदा की प्रभुता वा उहदी वीटो शक्ति उहदे अध्यादेश ये सारे ने जिहड़े आर्टिकल 2 विच आ जांदे ने अपने कोल। ते नैक्सट हैगा जी 3 नंबर आर्टिकल ये हैगा कि उत्थों दी सुप्रीम कोर्ट बारे, ठीक है। फोर्थ आ जांदा कि ये हैगा कि जिहड़े सेंटर स्टेट रिलेशन हुंदे ने, 4 नंबर आर्टिकल सेंटर स्टेट रिलेशन बारे आ जांदा। ते 5th नंबर दा आ जांदा जिहड़ा वो आ जांदा जी अमेंडमेंट बारे। ते 6 नंबर दा आ जांदा जिहड़ा उत्थे कानून की सर्वउच्चता बारे, ठीक है, भी जिहड़ा कानून उत्थे सर्वउच्च हैगा उस विच जिहड़ी अमेंड करनी बहुत ज़्यादा औखी हैगी, बहुत ज़्यादा रिजिड है। उत्थे आपां नूं पता भारत विच तां कुछ चीज़ां च सौखा कराया गया, कुछ चीज़ां च टफ किया गया, पर उत्थे जिहड़े चाहे सधारण तो सधारण भी जिहड़ी अमेंड करनी वो भी जिहड़ी बहुत ज़्यादा औखी हैगी। अगे आपां उहदे बारे भी दस्सांगे तुहानूं भी किस तरीके नाल उत्थे जिहड़ी अमेंडमेंट हुंदी हैगी। ते 7 नंबर दा हैगा जी हैगा कि उत्थों दा जिहड़ा कानून हैगा इहदा लिखती च वर्णन किया गया है, ठीक है। 7 महीने के आर्टिकल 7 याद कर लेने ने। फर्स्ट हैगा जी वो विधान पालिका बारे, सैकेंड हैगा कार्यपालिका बारे, थर्ड हैगा जी सुप्रीम कोर्ट बारे, फोर्थ हैगा सेंटर स्टेट रिलेशन बारे, 5th नंबर हैगा जी अमेंडमेंट बारे, 6 हैगा जी कानून की सर्वउच्चता बारे, 7 हैगा जी कानून का लिखती वर्णन। आई होप तुहानूं समझ लग गया होना। चलो नैक्सट च आंदे है। हाँ जी, अगे आपां कांग्रेस बारे देख लैंदे। कांग्रेस है जिहड़ी उत्थे दी संसद उहनूं की कहा जांदा जी, कांग्रेस कहा जांदा गा। कानून कौन बनाउंदा जी, कांग्रेस बनाउंदी है। कांग्रेस दे 2 सदन ने, एक हैगा जी सनेट जिवें कि भारत विच राज्य सभा गा, ठीक है। एक कांग्रेस सॉरी मेरे तो गड़बड़ हो गई, 1 मिनट जी दोबारा स्टार्ट करते आपां। हाँ जी, कांग्रेस ये कानून बनाउण दी जिहड़ी संस्था हैगी। फर्स्ट हैगा जी कांग्रेस जिवें कि भारत विच लोक सभा, सैकेंड हैगी सनेट जिन्होंने उपरला सदन कह दिंदे ने, ये राज्य सभा हुंदी हैगी, ठीक है। एक उत्थे तीजा सदन आ, वैसे इहनूं तीजा सदन जिहड़े थिंकरां वल्लों कहा जांदा तीजा सदन है नहीं, उन्होंने आप नहीं मन्निया भी ये सुप्रीम कोर्ट आ भी जिहड़ा साडा तीजा सदन आ, इहनूं थिंकर कह दिंदे ने भी उत्थों दा सुप्रीम कोर्ट भी एक तीजा सदन हैगा जिहड़ा कानूनां दी जांच करदा, उहनूं रद्द कर सकदा जां उहनूं बनाउण दी जिहड़ी आग्या दिंदा नवां करदा गा, ठीक है। जिहड़ा 2 सदनी विधान मंडल हैगा वो हैगे जी कांग्रेस। उपरले सदन नूं की कहा जांदा, सनेट कहा जांदा। इस विच 100 मैंबर हुंदे हन, ठीक है। जिवें आपां नूं पता भी राज्य सभा च अपने तां जिहड़े जिस तरीके नाल राज की जिहड़ी जनसंख्या हुंदी है उस आधार नाल जिहड़े चुन लए जांदे नेगे। जे कोई स्टेट वड्डी है तो उत्थों वध जिहड़े कैंडीडेट चुन के जाते हैं राज्य सभा विच, ते जे कोई छोटा राज है तो उत्थों जिहड़े घट कैंडीडेट चुने जाते नेगे, ठीक है। पर जिहड़े USA विच उत्थे जिहड़े सब जिहड़ियां स्टेटां ने उत्थों लगभग नहीं सच 2 ही जाते हैं जी उत्थे, चाहे कोई स्टेट वड्डी आकार च चाहे कोई छोटी है जनसंख्या पक्षों, तो हर स्टेट तो जिहड़े 2 मैंबर चुने जाते नेगे, ठीक है। इन्हां जिहड़ा प्रतक्ष जिहड़ा वोटिंग हुंदी है इन्हां नूं 6 साल वास्ते चुनिया जांदा गा।
ਤੇ ਸਥਾਈ ਸਦਨ ਹੁੰਦਾ ਜੀ ਇਹ, ਜਿਵੇਂ ਇੰਡੀਆ 'ਚ ਇੱਕ ਸਥਾਈ ਸਦਨ ਹੈਗਾ ਰਾਜ ਸਭਾ, ਉੱਥੇ ਵੀ ਜਿਹੜਾ ਸਨੇਟ ਹੈ ਇੱਕ ਸਥਾਈ ਸਦਨ ਹੈਗਾ। ਤੇ 1/3 ਮੈਂਬਰ ਨੇ ਜਿਹੜੇ ਉਹ 2 ਸਾਲ ਪਿੱਛੋਂ ਰਿਟਾਇਰ ਹੋ ਜਾਂਦੇ ਨੇਗੇ। ਠੀਕ ਹੈ, ਆਪਣੇ ਇੰਡੀਆ ਨੇ ਵੀ ਇੱਥੋਂ ਬੋਰੋ ਕੀਤਾ ਸੀ, ਜਿਵੇਂ ਆਪਣੇ ਇੰਡੀਆ 'ਚ ਵੀ 2 ਸਾਲਾਂ ਬਾਅਦ 1/3 ਮੈਂਬਰ ਰਿਟਾਇਰ ਹੋ ਜਾਂਦੇ ਨੇ ਰਾਜ ਸਭਾ ਦੇ। ਸੇਮ ਆ ਜਿਹੜਾ ਪ੍ਰੋਸੈਸ ਆ ਉਹ USA ਦੀ ਸਨੇਟ ਵਿੱਚ ਆ। ਠੀਕ ਹੈ ਜੀ, ਪਰ ਅਲੱਗ ਕੀ ਹੈਗਾ, ਉੱਥੇ ਮੈਂਬਰਾਂ ਦੀ ਚੋਣ ਦੀ ਪ੍ਰਕਿਰਿਆ ਅਲੱਗ ਆ। ਉੱਥੇ ਜਿਹੜੇ ਹਰ ਸਟੇਟ ਤੋਂ ਨੇਗੇ 2-2 ਮੈਂਬਰ ਲੈ ਜਾਂਦੇ ਨੇ, ਤੇ ਆਪਣੇ ਇੱਥੇ ਜਿਹੜਾ ਜਨਸੰਖਿਆ ਦੇ ਆਧਾਰ 'ਤੇ ਚੁਣ ਲੈ ਜਾਂਦੇ ਨੇਗੇ। ਠੀਕ ਆ, ਬਾਕੀ ਕਾਰਜਕਾਲ ਸੇਮ ਹੈਗਾ, 6 ਸਾਲ ਹੈਗਾ। ਸਥਾਈ ਸਦਨ ਹੈਗਾ, 1/3 ਮੈਂਬਰ ਜਿਹੜੇ 2 ਸਾਲ ਪਿੱਛੋਂ ਰਿਟਾਇਰ ਹੋ ਜਾਂਦੇ ਨੇਗੇ। ਚਲੋ ਨੈਕਸਟ ਦੇਖਦੇ ਹਾਂ ਜੀ। ਅੱਗੇ ਹੈਗਾ ਜੀ ਹੇਠਲਾ ਸਦਨ। ਠੀਕ ਹੈ, ਇਹਨੂੰ ਕਾਂਗਰਸ ਵੀ ਕਿਹਾ ਜਾਂਦਾ। ਇਹਦੇ ਕਿੰਨੇ ਮੈਂਬਰ ਹੁੰਦੇ ਨੇ? 435 ਮੈਂਬਰ ਹੁੰਦੇ ਹਨ। ਠੀਕ ਹੈ, ਇਹ 2 ਸਾਲ ਲਈ ਚੁਣੇ ਜਾਂਦੇ ਹਨ। ਧਿਆਨ ਰੱਖਣਾ ਜੀ, ਇੰਡੀਆ ਵਿੱਚ 5 ਸਾਲ ਲਈ ਹੁੰਦਾ ਕੋਈ ਮੰਤਰੀ ਬਣਦਾ, ਅਤੇ ਇੱਥੇ ਸਿਰਫ 2 ਸਾਲ ਹੀ ਬਣਦੇ ਨੇਗੇ। ਠੀਕ ਹੈ, ਧਿਆਨ ਰੱਖਣਾ। ਇਹਨਾਂ ਦੀਆਂ ਸ਼ਕਤੀਆਂ ਘੱਟ ਹੁੰਦੀਆਂ ਨੇਗੀਆਂ, ਸਨੇਟ ਦੀਆਂ ਸ਼ਕਤੀਆਂ ਜ਼ਿਆਦਾ ਹੁੰਦੀਆਂ ਨੇਗੀਆਂ। ਹਾਂਜੀ, ਹੁਣ ਪ੍ਰਥਾਵਾਂ ਦੇਖ ਲੈਂਦੇ ਉੱਥੇ ਜਿਹੜੇ USA ਯੋਗ ਹਿੱਸਾ ਪਾਇਆ ਜਾਂਦਾ। ਪ੍ਰਥਾਵਾਂ ਵਿੱਚ ਜਿਹੜਾ USA ਵਿੱਚ ਵੀ ਜਿਹੜੇ ਪ੍ਰਥਾਵਾਂ ਨੇ ਉਹ ਤੋਂ ਵੀ ਜਿਹੜਾ ਕੰਮ ਲਿਆ ਗਿਆ ਸੀ, ਉਹਨਾਂ ਨੂੰ ਵੀ ਮੰਨਿਆ ਗਿਆ ਸੀ। ਪਹਿਲਾਂ ਸੰਵਿਧਾਨ ਵਿੱਚ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਹੋਣਗੇ ਜਿਹੜੇ ਉਹ ਵੱਖਰੇ ਵੱਖਰੇ ਸਟੇਟਾਂ ਤੋਂ ਲੈ ਜਾਣਗੇ। ਠੀਕ ਹੈ, ਵੈਸੇ ਇਹ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਹੈਗਾ ਸੰਵਿਧਾਨ ਵਿੱਚ, ਪਰ ਪ੍ਰਥਾਵਾਂ ਦੇ ਆਧਾਰ 'ਤੇ ਇਹ ਚੱਲਿਆ ਆ ਰਿਹਾ ਹੈਗਾ। ਜਿੱਥੇ ਉਹਦਾ ਪ੍ਰੈਜ਼ੀਡੈਂਟ ਹੋਣਗੇ ਅਤੇ ਵਾਈਸ ਪ੍ਰੈਜ਼ੀਡੈਂਟ ਹੋਣਗੇ, ਉਹ ਦੋਵੇਂ ਜਿਹੜੇ ਅਲੱਗ-ਅਲੱਗ ਤੋਂ ਸਟੇਟ ਤੋਂ ਹੋਣਗੇ, ਸੇਮ ਸਟੇਟ ਤੋਂ ਉਹ ਜਿਹੜਾ ਨਹੀਂ ਲੈ ਜਾਣਗੇ। ਮੰਤਰੀ ਮੰਡਲ ਹੋਣਗੇ ਜਿਹੜੇ, ਪਲੱਸ ਪੋਲੀਟੀਕਲ ਪਾਰਟੀਜ਼ ਹੋਣਗੇ, ਅਤੇ ਪਲੱਸ ਜਿਹੜੇ ਕਾਂਗਰਸ ਕਮੇਟੀਆਂ ਹੋਣਗੀਆਂ। ਇਹਨਾਂ ਦਾ ਵੀ ਧਿਆਨ ਰੱਖਣਾ, ਇਹ ਵੀ ਜਿਹੜੀਆਂ ਉੱਥੇ ਪ੍ਰਥਾਵਾਂ ਦੇ ਅਕੋਰਡਿੰਗ ਨੇ ਜਿਹੜਾ ਵਰਕ ਕਰਦੀਆਂ ਨੇ, ਕਿ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਚੁਣਨਾ ਵੀ ਪ੍ਰਥਾਵਾਂ ਦੇ ਆਧਾਰ 'ਤੇ ਹੁੰਦਾ। ਮੰਤਰੀ ਮੰਡਲ, ਪੋਲੀਟੀਕਲ ਪਾਰਟੀਜ਼ ਐਂਡ ਕਾਂਗਰਸ ਜਿਹੜੀਆਂ ਕਮੇਟੀਜ਼ ਹੁੰਦੀਆਂ ਨੇ। ਉੱਥੇ ਜਿਹੜਾ ਪੋਲੀਟੀਕਲ ਪਾਰਟੀਜ਼ ਨੇ, ਉੱਥੇ 2 ਦਲ ਦੀ ਜਿਹੜੀ ਪ੍ਰਣਾਲੀ ਚੱਲੀ ਹੋਈ ਹੈ। ਸ਼ੁਰੂ ਵਿੱਚ ਜਿਹੜਾ ਹੈਗਾ ਸੰਵਿਧਾਨ ਦੇ ਨਿਰਮਾਤਿਆਂ ਨੇ ਉਹਨੂੰ ਕਿਹਾ ਸੀ ਵੀ ਅਸੀਂ ਕੋਈ ਵੀ ਪਾਰਟੀ ਹੈ ਜਿਹੜਾ ਉਹ ਸੰਵਿਧਾਨ ਵਿੱਚ ਐਂਟਰੀ ਨਹੀਂ ਦੇਵਾਂਗੇ, ਕਿ ਜਿਹੜਾ ਇਸ ਤਰੀਕੇ ਨਾਲ ਜਿਹੜਾ ਸੰਵਿਧਾਨ ਆ ਜਿਹੜਾ ਪਾਰਟੀਆਂ ਦੀ ਖੇਡ ਬਣ ਕੇ ਰਹਿ ਜਾਂਦਾ ਹੈਗਾ। ਪਰ ਹੌਲੀ ਹੌਲੀ ਸਮੇਂ ਦੇ ਨਾਲ ਉੱਥੇ ਜਿਹੜੇ ਮੇਨ ਨੇ 2 ਪਾਰਟੀਆਂ ਨੇ ਜਿਹੜੀਆਂ ਮੁੱਖ ਤੌਰ 'ਤੇ ਜਿਹੜਾ ਵਰਕਿੰਗ ਕਰ ਰਹੀਆਂ ਨੇਗੀਆਂ। ਠੀਕ ਹੈ, ਇਹਨਾਂ ਬਾਰੇ ਆਪਾਂ ਦੇਖ ਲੈਂਦੇ ਹੈਗੇ। ਹੌਲੀ ਹੌਲੀ ਜਿਹੜਾ ਨਾ 2 ਕਿਹੜੀ ਸੀ ਜੀ, 2 ਪਾਰਟੀਆਂ ਦਾ ਉੱਥੇ ਜਿਹੜਾ ਪ੍ਰਣਾਲੀ 2 ਦਲੀ ਪ੍ਰਣਾਲੀ ਦਾ ਵਿਕਸਿਤ ਹੋਇਆ। ਫਸਟ ਹੈਗੇ ਜੀ ਲੋਕਤੰਤਰੀ, ਜਿਹਨੂੰ ਡੈਮੋਕ੍ਰੇਟਿਕ ਪਾਰਟੀ ਕਹਿ ਦਿੰਦੇ ਆ। ਸੈਕਿੰਡ ਹੈਗੇ ਗਣਤੰਤਰੀ, ਜਿਹਨੂੰ ਰਿਪਬਲਿਕ ਕਹਿ ਦਿੰਦੇ ਆ। ਯਾਦ ਰੱਖਣਾ ਜੀ, ਫਸਟ ਹੈਗੇ ਲੋਕਤੰਤਰੀ ਜਾਂ ਡੈਮੋਕ੍ਰੇਟਿਕ, ਸੈਕਿੰਡ ਹੈਗੇ ਗਣਤੰਤਰੀ ਜਾਂ ਰਿਪਬਲਿਕ। ਠੀਕ ਹੈ, ਹਾਂਜੀ। ਉੱਥੋਂ ਦਾ ਪ੍ਰੈਜ਼ੀਡੈਂਟ ਕੌਣ ਆ ਜਿਸ ਸਮੇਂ? ਜੌਨ ਵਾਰਡਿਨ ਹੈਗਾ। ਠੀਕ ਹੈ, ਇਹ ਮੇਰੇ ਨੋਟਸ ਥੋੜ੍ਹੇ ਜਿਹੇ ਪੁਰਾਣੇ ਨੇਗੇ, 2-3 ਮਹੀਨੇ ਦੇਖ ਲੈਣ। ਉੱਥੇ ਜਿਹੜਾ ਜੌਨ ਵਾਰਡਿਨ 'ਤੇ ਅਪੀਚਮੈਂਟ ਮੇਲਾ ਦਾ ਪ੍ਰੋਸੈਸ ਚਲਾਉਣ ਨੂੰ ਕਹਿ ਰਹੀ ਸੀ ਉੱਥੋਂ ਦੀ ਗੌਰਮੈਂਟ। ਇਹ ਥੋੜ੍ਹਾ ਜਿਹਾ ਰੌਲਾ ਪੈ ਗਿਆ ਸੀ ਜੌਨ ਵਾਰਡਿਨ ਦਾ। ਦੇਖ ਲੈਣ ਵੀ ਇਸ ਸਮੇਂ ਉਹੀ ਵਰਕ ਕਰ ਰਿਹਾ ਜਾਂ ਫਿਰ ਚੇਂਜ ਹੋ ਗਿਆ। ਇਹ ਜੌਨ ਵਾਰਡਿਨ ਤੇ ਕਿਹੜੇ ਨੰਬਰ ਦਾ ਪ੍ਰੈਜ਼ੀਡੈਂਟ ਸੀ? 46ਵੇਂ ਨੰਬਰ ਦਾ ਉੱਥੇ ਪ੍ਰੈਜ਼ੀਡੈਂਟ ਸੀ। ਇਹਦੀ ਪਾਰਟੀ ਕਿਹੜੀ ਸੀ? ਡੈਮੋਕ੍ਰੇਟਿਕ ਪਾਰਟੀ ਤੋਂ ਸੀ। ਠੀਕ ਹੈ, ਜੌਨ ਵਾਰਡਿਨ ਡੈਮੋਕ੍ਰੇਟਿਕ ਪਾਰਟੀ ਤੋਂ ਤੇ ਇਹਦਾ ਜਿਹੜਾ ਨੰਬਰ ਕਿੰਨਾ ਸੀ? ਉਹ 46ਵੇਂ ਨੰਬਰ ਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ। ਚਲੋ ਨੈਕਸਟ ਚੱਲਦੇ ਜੀ। ਹਾਂਜੀ, ਵਾਈਸ ਪ੍ਰੈਜ਼ੀਡੈਂਟ ਕੌਣ ਹੈ ਜੀ ਉੱਥੋਂ ਦੀ? ਉਹ ਹੈਗੀ ਹੈ ਜੀ ਇੱਕ ਲੇਡੀਸ ਹੈ ਜਿਹਦਾ ਨਾਮ ਹੈਗਾ ਕਮਲਾ ਹੈਰਿਸ। ਠੀਕ ਹੈ, ਇਹ ਇੰਡੀਆ ਮੂਲ ਦੀ ਹੈਗੀ। ਇਹ ਹੈਗੇ 49 ਨੰਬਰ ਦੀ। ਠੀਕ ਹੈ, 49ਵੇਂ ਨੰਬਰ ਦੀ ਜਿਹੜੀ ਇਹ ਵਾਈਸ ਪ੍ਰੈਜ਼ੀਡੈਂਟ ਹੈਗੀ, ਉੱਥੇ ਦੀ ਉਪ ਰਾਸ਼ਟਰਪਤੀ ਕਹਿ ਸਕਦੇ ਆਪਾਂ ਇਹਨੂੰ, ਕਮਲਾ ਹੈਰਿਸ ਦਾ ਨਾਂ। ਠੀਕ ਹੈ, ਧਿਆਨ ਰੱਖਣਾ। ਦਬਾਅ ਸਮੂਹਾਂ ਅਤੇ ਲੌਬਿੰਗ, ਮੰਗਾਂ ਦੀ ਪੂਰਤੀ ਲਈ ਗੌਰਮੈਂਟ 'ਤੇ ਜਿਹੜਾ ਦਬਾਅ ਪਾਉਣ ਦੇ ਲਈ ਉੱਥੇ 2 ਸਮੂਹ ਨੇ ਜਿਹੜੇ ਉਹ ਸਥਿਤਵ ਵਿੱਚ ਹੈਗੇ ਨੇ, ਉੱਥੇ ਵਰਕ ਕਰਦੇ ਨੇਗੇ। ਮੇਨ ਭੂਮਿਕਾ ਨਿਭਾਉਂਦੇ ਨੇ ਜਿਹੜੇ ਦਬਾਅ ਸਮੂਹ ਹੁੰਦੇ ਨੇਗੇ। ਉਹ ਗੌਰਮੈਂਟ 'ਤੇ ਆਪਣੀ ਡਿਮਾਂਡਸ ਦੇ ਲਈ ਜਿਹੜਾ ਦਬਾਅ ਪਾਉਂਦੇ ਨੇਗੇ। ਨੈਕਸਟ ਚੱਲਦੇ ਹਾਂ ਜੀ। ਹਾਂਜੀ, USA ਦੇ ਜਿਹੜਾ ਅਪੀਚਮੈਂਟ ਹੁਣ ਤੱਕ ਸਿਰਫ 3 ਪ੍ਰੈਜ਼ੀਡੈਂਟ ਇਹੋ ਜਿਹੇ ਹੋਏ ਨੇ ਜਿਨ੍ਹਾਂ 'ਤੇ ਜਿਹੜਾ ਅਪੀਚਮੈਂਟ ਪ੍ਰੋਸੈਸ ਲੱਗਿਆ ਗਾ। ਉਹਨਾਂ ਵਿੱਚੋਂ ਟਰੰਪ ਇਹ ਆ ਜਿਹਦੇ ਵਿੱਚ ਆਪਣੇ 4 ਸਾਲਾਂ ਦੇ ਕਾਰਜਕਾਲ ਵਿੱਚ 2 ਵਾਰੀ ਜਿਹੜਾ ਅਪੀਚਮੈਂਟ ਜਿਹੜਾ ਪ੍ਰੋਸੈਸ ਚੱਲਿਆ ਸੀਗਾ। ਠੀਕ ਹੈ, ਧਿਆਨ ਦੇਣਾ ਜੀ। ਟਰੰਪ 'ਤੇ 4 ਸਾਲਾਂ ਦੇ ਕਾਰਜਕਾਲ ਵਿੱਚ 2 ਵਾਰੀ ਅਪੀਚਮੈਂਟ ਚੱਲਿਆ, ਅਤੇ ਇਸ ਤੋਂ ਇਲਾਵਾ 2 ਹੋਰ ਪ੍ਰੈਜ਼ੀਡੈਂਟ ਵੀ ਨੇ ਜਿਨ੍ਹਾਂ 'ਤੇ ਇਹ ਅਪੀਚਮੈਂਟ ਚੱਲਿਆ। ਟੋਟਲ 3 ਪ੍ਰੈਜ਼ੀਡੈਂਟ ਨੇ ਉੱਥੇ USA ਦੇ ਜਿਨ੍ਹਾਂ 'ਤੇ ਹੁਣ ਤੱਕ ਜਿਹੜਾ ਅਪੀਚਮੈਂਟ ਪ੍ਰੋਸੈਸ ਆ ਜਿਹੜਾ ਲਿਆਂਦਾ ਗਿਆ ਗਾ। ਚਲੋ ਨੈਕਸਟ ਚੱਲਦੇ ਜੀ। ਸੈਨਾ ਉੱਤੇ ਜਨਤਕ ਸ੍ਰੇਸ਼ਟਤਾ, ਵੀ ਜਿਹੜਾ ਸੈਨਾ ਨੂੰ ਉੱਥੇ ਜਿਹੜਾ ਮੇਨ ਦੀ ਉੱਥੇ ਜਨਤਾ ਨੂੰ ਸ੍ਰੇਸ਼ਟ ਕੀਤਾ ਗਿਆ ਸੈਨਾ ਤੋਂ, ਵੀ ਸੈਨਾ ਗਾ ਜਿਹੜਾ ਬੇਮਤਲਬੀ ਲੋਕਾਂ ਦੇ ਜਿਹੜਾ
ਪਬਲਿਕ ਲਾਈਫ ਉਹਦੇ ਵਿੱਚ ਇੰਟਰਫੇਅਰ ਨਹੀਂ ਕਰੇਗੀ। ਸੈਨਾ ਦਾ ਉਹਨਾਂ ਨੇ ਕੀ ਕੀਤਾ ਸੀ, ਖੰਡਨ ਕੀਤਾ ਸੀ। ਜਨਤਾ ਦੀ ਸ੍ਰੇਸ਼ਟਤਾ ਨੂੰ ਸਵੀਕਾਰ ਕੀਤਾ ਸੀਗਾ। ਅਤੇ ਯੁੱਧ ਅਤੇ ਸ਼ਾਂਤੀ ਦੀ ਜਿਹੜੀ ਘੋਸ਼ਣਾ ਉਹ ਪ੍ਰੈਜ਼ੀਡੈਂਟ ਵੱਲੋਂ ਨਹੀਂ ਕੀਤੀ ਜਾਂਦੀ, ਉਹ ਕਾਂਗਰਸ ਵੱਲੋਂ ਦਿੱਤੀ ਜਾਂਦੀ ਹੈ। ਇਹ ਇੰਪੋਰਟੈਂਟ ਆ, ਧਿਆਨ ਰੱਖ ਲੈਣਾ, ਠੀਕ ਹੈ। ਵੀ ਜਿਹੜੀ ਯੁੱਧ ਅਤੇ ਸ਼ਾਂਤੀ ਦੀ ਘੋਸ਼ਣਾ ਗੀ ਉਹ ਕਾਂਗਰਸ ਕਰੇਗੀ, ਜਿਹੜਾ ਪ੍ਰੈਜ਼ੀਡੈਂਟ ਦਾ ਨਹੀਂ ਕਰੇਗਾ, ਠੀਕ ਹੈ। ਸੈਨਿਕ ਖਰਚਿਆਂ ਦੀ ਧਨ ਦੀ ਜਿਹੜੀ ਪ੍ਰਵਾਨਗੀ ਉਹ ਵੀ ਕਾਂਗਰਸ ਦਿੰਦੀ ਹੈਗੀ। ਜਿਹੜੇ ਸੈਨਿਕਾਂ ਦੇ ਖਰਚੇ ਹੋਣਗੇ ਉਹ ਘਟਾਏ ਵਧਾਏ ਕਿਸੇ ਤਰੀਕੇ ਨਾਲ ਵੀ ਜਾਣਗੇ, ਉਹਨਾਂ ਦੀ ਪ੍ਰਵਾਨਗੀ ਜਿਹੜੀ ਕਾਂਗਰਸ ਦੇਵੇਗੀ। ਰਾਸ਼ਟਰਪਤੀ ਹੁੰਦਾ ਜਿਹੜਾ ਉਹ ਸੈਨਾ ਦਾ ਮੁਖੀ ਹੁੰਦਾ ਹੈ, ਠੀਕ ਹੈ। ਅਮਰੀਕਾ ਅਧਿਕਾਰ ਪੱਤਰ, ਜਦੋਂ ਸਟਾਰਟਿੰਗ ਵਿੱਚ ਆਪਾਂ ਨੂੰ ਤੁਹਾਨੂੰ ਦੱਸਿਆ ਗਾ ਵੀ 6 ਉੱਥੋਂ ਜਿਹੜੇ ਆਰਟੀਕਲ 7 ਆਰਟੀਕਲ ਸੇ, ਤਾਂ ਆਪਾਂ ਨੇ ਕਿਤੇ ਵੀ ਜਿਹੜਾ ਮਨੁੱਖਾਂ ਦੇ ਅਧਿਕਾਰ ਬਾਰੇ, ਜਿਹੜਾ ਮੌਲਿਕ ਅਧਿਕਾਰਾਂ ਬਾਰੇ ਕੁਝ ਵੀ ਨਹੀਂ ਪੜ੍ਹਿਆ ਹੈਗਾ, ਠੀਕ ਆ। ਉਹਨੂੰ ਬਾਅਦ ਵਿੱਚ ਲਾਗੂ ਕੀਤਾ ਗਿਆ ਸੀ। ਲੋਕਾਂ ਨੇ ਜਿਹੜਾ ਡਿਮਾਂਡ ਰੱਖੀ ਸੀ ਵੀ ਅਸੀਂ ਤਾਂ ਹੀ ਜਿਹੜਾ ਤੁਹਾਡਾ ਸੰਵਿਧਾਨ ਨੂੰ ਮੰਨਾਂਗੇ ਜੇ ਤੁਸੀਂ ਸਾਡੇ ਲਈ ਮੌਲਿਕ ਅਧਿਕਾਰ ਲੈ ਕੇ ਆਵੋਗੇ, ਫੰਡਾਮੈਂਟਲ ਰਾਈਟਸ ਸਾਨੂੰ ਦੇਵੋਗੇ। ਤਾਂ ਉਸ ਵਿੱਚ ਉਹਨਾਂ ਨੇ ਕਿਹਾ ਸੀ ਵੀ ਆਪਾਂ ਹੌਲੀ ਹੌਲੀ ਜਿਹੜਾ ਅਮੈਂਡਮੈਂਟ ਕਰਕੇ ਤੁਹਾਡੇ ਲਈ ਜਿਹੜੇ ਅਧਿਕਾਰ ਨੇ ਜਿਹੜੇ ਉਹ ਲੈ ਆਵਾਂਗੇ। ਅਤੇ ਇਹ ਉਸ ਤੋਂ ਬਾਅਦ ਜਿਹੜਾ ਸਾਲ 2 ਸਾਲ ਬਾਅਦ ਇਹ ਲੈ ਕੇ ਆਏ ਗਏ ਸੀਗੇ। ਇਹਨੂੰ ਕੀ ਕਿਹਾ ਜਾਂਦਾ, ਅਮੈਰੀਕਾ ਬਿਲ ਆਫ ਰਾਈਟ ਕਿਹਾ ਜਾਂਦਾ ਗਾ। ਯਾਦ ਰੱਖਣਾ ਜਿਹੜਾ ਅਧਿਕਾਰ ਪੱਤਰ ਉਹਦਾ ਕੀ ਨਾਂ ਰੱਖਿਆ ਗਿਆ ਸੀ, ਅਮੈਰੀਕਾ ਬਿਲ ਆਫ ਰਾਈਟ। ਹਾਂਜੀ, 1976 ਵਿੱਚ ਜਿਹੜਾ ਅਮਰੀਕਾ ਦੇ ਰਾਜਾਂ ਨੇ ਆਪਣੀ ਸੁਤੰਤਰਤਾ ਦੀ ਜਿਹੜੀ ਘੋਸ਼ਣਾ ਕੀਤੀ ਸੀ। ਆਪਾਂ ਨੂੰ ਪਤਾ ਜਿਹੜਾ ਅਮਰੀਕਾ ਉਹ ਵੀ ਪਹਿਲਾਂ ਜਿਵੇਂ ਇੰਡੀਆ ਇੱਕ ਕਲੋਨੀ ਸੀਗੀ, ਉਹ ਵੀ ਪਹਿਲਾਂ ਇੱਕ ਕਲੋਨੀ ਸੀ, ਠੀਕ ਆ। ਉੱਥੇ ਵੀ ਜਿਹੜਾ ਹੋਰ ਦੇਸ਼ਾਂ ਦਾ ਪ੍ਰਭੁਤਵ ਤੇ ਉਹਨੂੰ ਜਿਹੜਾ ਆਪਣੇ ਅੰਦਰ ਅਕਵਾਇਰ ਕੀਤਾ ਹੋਇਆ ਸੀਗਾ। ਜਿਹੜੇ ਉੱਥੋਂ ਦੇ ਲੋਕ ਆਜ਼ਾਦ ਹੋਏ ਤੇ ਸੁਤੰਤਰਤਾ ਦੀ ਘੋਸ਼ਣਾ ਕੀਤੀ ਸੀ ਉਹ 1776 ਵਿੱਚ ਕੀਤੀ ਸੀਗੀ। ਜਿਹੜਾ ਆਪਾਂ ਨੂੰ ਪਤਾ ਇੱਕ ਥਿੰਕਰ, ਵੈਸਟਰਨ ਥਿੰਕਰ ਲੋਕ ਆ, ਉਹਦਾ ਉਹਨਾਂ 'ਤੇ ਬਹੁਤ ਪ੍ਰਭਾਵ ਪਿਆ ਤੇ USA ਦੇ ਸੰਵਿਧਾਨ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਪਿਆ ਸੀ, ਕਿਉਂਕਿ ਉਹਨੇ ਕੁਦਰਤੀ ਅਧਿਕਾਰਾਂ ਦਾ ਜਿਹੜਾ ਆਪਣਾ ਕੰਸੈਪਟ ਲੈ ਕੇ ਆਉਂਦਾ ਸੀ। ਇਹਦੇ ਵਿੱਚ 3 ਤਰ੍ਹਾਂ ਦੇ ਅਧਿਕਾਰ ਜੌਨ ਲੌਕ ਵੱਲੋਂ ਕਹੇ ਗਏ ਸੀ, ਜੀਵਨ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ ਅਤੇ ਸੰਪੱਤੀ ਦਾ ਅਧਿਕਾਰ। ਵੀ ਜਿਹੜੇ ਇਹ 3 ਅਧਿਕਾਰ ਨੇ ਇਹ ਕੁਦਰਤੀ ਅਧਿਕਾਰ ਨੇ ਅਤੇ ਹਰ ਇੱਕ ਮਨੁੱਖ ਨੂੰ ਇਹ ਜਿਹੜੇ ਦਿੱਤੇ ਜਾਣੇ ਚਾਹੀਦੇ ਨੇਗੇ, ਠੀਕ ਹੈ। ਇਹ ਜੌਨ ਲੌਕ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਸੀਗਾ USA ਦੇ ਸੰਵਿਧਾਨ 'ਤੇ। ਨੈਕਸਟ ਚੈਲੰਜ ਜੀ, 1787 ਵਿੱਚ ਜਿਹੜਾ ਸੰਵਿਧਾਨ ਜਦੋਂ ਤਿਆਰ ਹੋਇਆ ਸੀ, ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੌਲਿਕ ਅਧਿਕਾਰ ਆ ਵਿਅਕਤੀਆਂ ਨੂੰ ਨਹੀਂ ਦਿੱਤਾ ਗਿਆ ਸੀਗਾ। ਜਿਹੜਾ ਉੱਤਰੀ ਕੈਰੋਲੀਨ ਰਾਜ ਸੀ ਉਹਨੇ ਸੰਵਿਧਾਨ ਦੀ ਪੁਸ਼ਟੀ ਕਰਨ ਤੋਂ ਮਨਾ ਕਰ ਦਿੱਤਾ ਸੀ। ਉਸਨੇ ਕਿਹਾ ਸੀ ਵੀ ਅਸੀਂ ਸੰਵਿਧਾਨ ਨੂੰ ਜਿਹੜਾ ਨਹੀਂ ਮੰਨਦੇ, ਕਿਉਂਕਿ ਇਸ ਵਿੱਚ ਜਿਹੜਾ ਲੋਕਾਂ ਬਾਰੇ ਕੋਈ ਵੀ ਜਿਹੜੇ ਮੌਲਿਕ ਅਧਿਕਾਰ ਨੇ, ਫੰਡਾਮੈਂਟਲ ਰਾਈਟਸ ਨਹੀਂ ਲਏ ਗਏ ਹੈਗੇ, ਠੀਕ ਹੈ। ਵੀ ਇਹ ਵੀ ਤਾਨਾਸ਼ਾਹੀ ਬਣ ਜਾਣ, ਕੀ ਪਤਾ ਸਾਨੂੰ ਜਿਹੜਾ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਖਰਾਬ ਕਰਦੇ ਨੇ। ਇਹਨਾਂ ਨੇ ਵਿੱਚ ਰਲਣ ਤੋਂ ਮਨਾ ਕਰ ਦਿੱਤਾ ਸੀ। ਫਿਰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਪਾਂ ਜਿਹੜੇ ਇਹ ਸੋਧਾਂ ਕਰਾਂਗੇ ਅਤੇ ਮਨੁੱਖ ਦੇ ਅਧਿਕਾਰ ਲੈ ਕੇ ਆਵਾਂਗੇ। ਫਿਰ ਉਸ ਤੋਂ ਬਾਅਦ ਜਿਹੜੀਆਂ 10 ਸੋਧਾਂ ਕੀਤੀਆਂ ਗਈਆਂ ਸਨ, ਠੀਕ ਹੈ। ਯਾਦ ਰੱਖਣਾ ਕਿੰਨੀਆਂ ਸੋਧਾਂ ਕੀਤੀਆਂ ਗਈਆਂ ਸੀ। ਪਹਿਲੀਆਂ 10 ਸੋਧਾਂ ਨਾਲ ਜਿਹੜੇ ਅਧਿਕਾਰ ਦੇ ਉਹ ਲੋਕਾਂ ਨੂੰ ਦਿੱਤੇ ਗਏ ਸਨ। ਲਿਖਤੀ ਸੰਵਿਧਾਨ ਦੇਣ ਵਾਲਾ ਇਹ ਪਹਿਲਾ ਦੇਸ਼ ਸੀ। ਯਾਦ ਰੱਖਣਾ ਜਿਹੜੇ ਫੰਡਾਮੈਂਟਲਸ ਰਾਈਟ ਦਿੱਤੇ ਗਏ ਸੀ, ਕਿੰਨੀਆਂ ਸੋਧਾਂ ਹੋਈਆਂ ਸੀ ਇਹਦੇ ਲਈ, 10 ਸੋਧਾਂ ਹੋਈਆਂ ਸਨ, 10 ਸੋਧਾਂ ਕੀਤੀਆਂ ਗਈਆਂ ਸਨ ਇਹਦੇ ਵਿੱਚ। ਅਤੇ ਵਰਲਡ ਦਾ ਜਿਹੜਾ ਫਸਟ ਜਿਹੜਾ ਇਹ ਸੰਵਿਧਾਨ ਦੇਸ਼ ਸੀ ਜਿਹਨੇ ਜਿਹੜਾ ਲਿਖਤੀ ਰੂਪ ਵਿੱਚ ਆਪਣਾ ਸੰਵਿਧਾਨ ਦਿੱਤਾ ਸੀਗਾ। ਚਲੋ ਨੈਕਸਟ ਚੱਲਦੇ ਹਾਂ। ਹਾਂਜੀ, ਹੁਣ ਜਿਹੜਾ ਅਧਿਕਾਰਾਂ ਦਾ ਸਰੂਪ ਸੀ ਉਹ ਕਿਸ ਪ੍ਰਕਾਰ ਦਾ ਸੀ, ਆਪਾਂ ਇਹ ਵੀ ਦੇਖ ਲੈਂਦੇ ਹਾਂ। ਫੰਡਾਮੈਂਟਲ ਰਾਈਟ ਜਿਹੜੀ ਸਰਕਾਰ ਦੀ ਸ਼ਕਤੀ ਨੂੰ ਸੀਮਿਤ ਕਰਦੇ ਹਨ, ਠੀਕ ਹੈ। ਵੀ ਜਿਹੜਾ ਸਰਕਾਰ ਨੂੰ, ਗੌਰਮੈਂਟ ਨੂੰ ਹਰ ਇੱਕ ਵਿੱਚ ਐਬਸੋਲਿਊਟ ਸਾਰੇ ਅਧਿਕਾਰਾਂ 'ਤੇ ਉਹਨਾਂ 'ਤੇ ਰੋਕ ਲਗਾਉਂਦੇ ਹਨ ਅਤੇ ਲੋਕਾਂ ਨੂੰ ਅਧਿਕਾਰ ਦਿੱਤੇ ਗਏ ਅਤੇ ਫੰਡਾਮੈਂਟਲ ਰਾਈਟਸ ਦਿੱਤੇ ਗਏ। ਅਤੇ ਜੇ ਤੁਹਾਡੀ ਇਹਨਾਂ ਅਧਿਕਾਰਾਂ ਨਾਲ ਛੇੜਛਾੜ ਹੁੰਦੀ ਹੈ ਤਾਂ ਤੁਸੀਂ ਗੌਰਮੈਂਟ ਦੇ ਵਿਰੁੱਧ ਜਾ ਸਕਦੇ ਹੋਗੇ। ਨੈਕਸਟ ਹੈਗਾ ਜੀ, ਅਧਿਕਾਰ ਅਸੀਮਿਤ ਨਹੀਂ। ਜਿਹੜੇ ਅਧਿਕਾਰ ਨੇ ਜਿਹੜੇ ਐਬਸੋਲਿਊਟ ਨਹੀਂ ਹਨ, ਉਹ ਰਿਲੇਟਿਵ ਹਨ, ਠੀਕ ਹੈ। ਨੈਕਸਟ ਹੈਗਾ, ਅਧਿਕਾਰ ਨਿਆਂਯੋਗ ਹਨ। ਜੇ ਇਹਨਾਂ ਬਾਰੇ ਕੋਈ ਹੁੰਦੀ ਹੈਗੀ ਛੇੜਛਾੜ ਕੀਤੀ ਜਾਂਦੀ ਹੈ ਗੌਰਮੈਂਟ ਵੱਲੋਂ ਤਾਂ ਉਸ ਨਾਲ ਵਿਰੁੱਧ ਜਿਹੜਾ ਸੁਪਰੀਮ ਕੋਰਟ ਵਿੱਚ ਜਾ ਸਕਦੇ ਨੇਗੇ ਲੋਕ। ਕਾਂਗਰਸ ਜਿਹੜਾ ਅਧਿਕਾਰਾਂ ਦਾ ਜਿਹੜਾ ਵਿਰੁੱਧ ਕਾਨੂੰਨ ਕਿਸੇ ਵੀ ਪ੍ਰਕਾਰ ਦਾ ਨਹੀਂ ਬਣਾ ਸਕਦੀ, ਠੀਕ ਹੈ। ਇਹ ਰੂਲ ਆ ਉੱਥੋਂ ਦਾ ਹੁਣ ਵੀ ਕਾਂਗਰਸ ਕਿਸੇ ਪ੍ਰਕਾਰ ਦਾ ਅਜਿਹਾ ਕਾਨੂੰਨ ਕੋਈ ਪਾਸ ਨਹੀਂ ਕਰ ਸਕਦੀ ਜਿਸ ਨਾਲ ਉੱਥੋਂ ਦੇ ਲੋਕਾਂ ਦੇ ਜਿਹੜੇ ਫੰਡਾਮੈਂਟਲਸ ਰਾਈਟ ਨੇ ਉਹਨਾਂ ਦਾ ਜਿਹੜਾ ਕਿਸੇ ਤਰ੍ਹਾਂ ਨਾਲ ਛੇੜਖਾਨੀ ਹੋਣ ਵਿੱਚ ਉਹਨਾਂ ਦੀਆਂ ਜਿਹੜੀ ਪਾਵਰਸ ਨੇ ਘਟਦੀਆਂ ਹੋਣ। ਨੈਕਸਟ ਹੈਗਾ ਜੀ, ਫੰਡਾਮੈਂਟਲਸ ਰਾਈਟ ਆ ਜਿਹੜਾ ਲਿੰਗ ਆਧਾਰ 'ਤੇ ਕਿਸੇ ਵੀ ਤਰੀਕੇ ਦਾ ਭੇਦਭਾਵ ਜਿਹੜਾ ਨਹੀਂ ਕਰੇਗੀ। ਇਹਦੇ ਲਈ ਇੱਕ ਸਪੈਸ਼ਲ ਅਮੈਂਡਮੈਂਟ ਕੀਤੀ ਗਈ ਸੀ, 19 ਨੰਬਰ ਦੀ ਅਮੈਂਡਮੈਂਟ। ਇਹਦੇ ਵਿੱਚ ਕਿਹਾ ਗਿਆ ਸੀ ਕਿ ਮੇਲ ਫੀਮੇਲ ਦੇ ਆਧਾਰ 'ਤੇ ਕਿਸੇ ਤਰੀਕੇ ਨਾਲ ਕਿਸੇ ਪ੍ਰਕਾਰ ਦਾ ਜਿਹੜਾ ਭੇਦਭਾਵ ਨਹੀਂ ਕੀਤਾ ਜਾਵੇਗਾ। ਨੈਕਸਟ ਹੈ ਜੀ, ਕੁਦਰਤੀ ਅਧਿਕਾਰਾਂ ਦੇ ਆਧਾਰਿਤ
ਉੱਥੇ ਦੇ ਜਿਹੜੇ ਫੰਡਾਮੈਂਟਲਸ ਰਾਈਟ ਨੇ ਆਪਾਂ ਨੂੰ ਪਤਾ ਉੱਤੇ ਜੌਨ ਲੌਕ ਦਾ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਨਾ। ਕੀ ਕਿਹਾ ਗਿਆ ਸੀ, ਇਹ ਕੁਦਰਤੀ ਅਧਿਕਾਰਾਂ ਦੇ ਜਿਹੜੇ ਆਧਾਰਿਤ ਹੋਣਗੇ। 9 ਨੰਬਰ ਦੀ ਜਿਹੜੀ ਸੋਧ ਹੋਈ ਸੀ ਜੀ, ਯਾਦ ਰੱਖਣਾ 9 ਨੰਬਰ ਦੀ ਸੋਧ ਹੋਈ ਸੀ। ਇਹਦੇ ਵਿੱਚ ਸੋਧ ਵਾਲੇ ਜਿਹੜੇ ਅਧਿਕਾਰ ਨੇ ਉਹ ਸਾਰੇ ਜਿਹੜੇ ਲੋਕਾਂ ਨੂੰ ਮਿਲਣਗੇ, ਪਰ ਕੋਈ ਹੋਰ ਅਧਿਕਾਰ ਨਹੀਂ ਮਿਲੇਗਾ। ਇਹਦੇ ਵਿੱਚ ਕਿਹਾ ਗਿਆ ਸੀ, ਠੀਕ ਹੈ, ਜਿਹੜੇ ਕੁਦਰਤੀ ਤੌਰ 'ਤੇ ਅਧਿਕਾਰ 9 ਨੰਬਰ ਸੋਧ ਵਿੱਚ ਲਿਖੇ ਗਏ ਨੇ, ਸਿਰਫ ਉਹੀ ਅਧਿਕਾਰ ਲੋਕਾਂ ਨੂੰ ਮਿਲਣਗੇ, ਕੋਈ ਹੋਰ ਅਧਿਕਾਰ ਹੈ ਜਿਹੜਾ ਨਹੀਂ ਮਿਲਣਗੇ। ਉਸ ਸਮੇਂ ਕਿਹਾ ਗਿਆ ਸੀ ਇੱਕ ਜਿਹੜੇ ਮੋਸਟ ਇੰਪੋਰਟੈਂਟ ਹੈ ਜੀ ਉਹ ਹੈਗਾ ਉੱਥੇ ਜਿਹੜਾ USA ਦਾ ਕੌਂਸਟੀਟਿਊਸ਼ਨ, ਉਹਦੇ ਵਿੱਚ ਜਿਹੜਾ ਆਰਥਿਕ ਆ ਜਾਂ ਇਕਨੋਮਿਕਲ ਲਾ ਲਓ ਆਪਾਂ, ਇਕਨੋਮਿਕਲ ਫੰਡਾਮੈਂਟਲਸ ਰਾਈਟ 'ਤੇ ਉਹਨਾਂ ਦੀ ਅਣਹੋਂਦ ਕੀਤੀ ਗਈ ਸੀ। ਠੀਕ ਹੈ, ਸੰਪੱਤੀ ਦਾ ਅਧਿਕਾਰ ਲੋਕਾਂ ਨੂੰ ਦਿੱਤਾ ਗਿਆ ਸੀ, ਪਰ ਜਿਹੜਾ ਆਰਥਿਕ ਅਧਿਕਾਰ ਉਹ ਨਹੀਂ ਦਿੱਤਾ ਗਿਆ ਸੀਗਾ। ਇੰਨਾ ਧਿਆਨ ਰੱਖਣਾ। ਇੱਕ ਵਾਰੀ ਫਿਰ ਰਿਪੀਟ ਕਰ ਦਿੰਦੇ ਆਪਾਂ, ਜਿਹੜੇ ਅਧਿਕਾਰ ਨੇਗੇ ਇਹ ਰਾਈਟਸ ਦਿੱਤੇ ਗਏ ਸੀ ਲੋਕਾਂ ਨੂੰ, ਇਹ ਜਿਹੜੀ ਗੌਰਮੈਂਟ ਦੀ ਸ਼ਕਤੀ ਇਹਨੂੰ ਸੀਮਿਤ ਕਰਦੇ ਨੇਗੇ। ਅਧਿਕਾਰ ਨੇ ਜਿਹੜੇ ਉਹ ਅਸੀਮਿਤ ਨਹੀਂ ਹੈਗੇ, ਇੱਕ ਸੀਮਿਤ ਹੱਦ ਤੱਕ ਨੇਗੇ। ਠੀਕ ਹੈ, ਉਹਨਾਂ ਦੀ ਇੱਕ ਲਿਮੀਟੇਸ਼ਨ ਬਣਾਈ ਗਈ ਹੈਗੀ। ਜਿਹੜੇ ਅਧਿਕਾਰ ਨੇ ਉਹ ਨਿਆਂਯੋਗ ਹਨ, ਜੇ ਉਹਨਾਂ ਨਾਲ ਛੇੜਖਾਨੀ ਹੁੰਦੀ ਹੈ ਤਾਂ ਲੋਕ ਜਿਹੜੇ ਸੁਪਰੀਮ ਕੋਰਟ ਵਿੱਚ ਜਾ ਸਕਦੇ ਨੇਗੇ। ਲਿੰਗ ਦੇ ਆਧਾਰ 'ਤੇ ਉੱਥੇ ਦੇ ਸੰਵਿਧਾਨ ਵਿੱਚ ਗੌਰਮੈਂਟ ਲੋਕਾਂ ਨਾਲ ਕਿਸੇ ਪ੍ਰਕਾਰ ਦਾ ਮੇਲ ਫੀਮੇਲ ਦੇ ਆਧਾਰ 'ਤੇ ਕੋਈ ਵੀ ਜਿਹੜਾ ਭੇਦਭਾਵ ਨਹੀਂ ਕਰੇਗੀ। ਇਹ 19 ਨੰਬਰ ਜਿਹੜੇ ਅਮੈਂਡਮੈਂਟ ਆ ਉਹਦੇ ਵਿੱਚ ਲਿਖਿਆ ਗਿਆ ਹੈਗਾ। ਇਸ ਤੋਂ ਇਲਾਵਾ ਜਿਹੜੇ ਕੁਦਰਤੀ ਅਧਿਕਾਰਾਂ ਦੇ ਆਧਾਰ 'ਤੇ 9 ਨੰਬਰ ਦੀ ਸੋਧ ਕੀਤੀ ਗਈ ਅਤੇ 9 ਨੰਬਰ ਜਿਹੜੀ ਅਮੈਂਡਮੈਂਟ ਹੋਈ ਸੀ ਉਸ ਵਿੱਚ ਕਿਹਾ ਸੀ ਕਿ ਜਿਹੜੇ ਕੁਦਰਤੀ ਅਧਿਕਾਰ ਇਹਦੇ ਵਿੱਚ ਮੈਂਸ਼ਨ ਕੀਤੇ ਗਏ ਨੇ 9 ਨੰਬਰ ਸੋਧ ਵਿੱਚ, ਸਿਰਫ ਉਹੀ ਲੋਕਾਂ ਨੂੰ ਮਿਲਣਗੇ, ਉਸ ਤੋਂ ਇਲਾਵਾ ਕੁਝ ਹੋਰ ਜਿਹੜਾ ਲੋਕਾਂ ਨੂੰ ਨਹੀਂ ਮਿਲੇਗਾ। ਉੱਥੇ ਆਰਥਿਕ ਅਧਿਕਾਰਾਂ ਦੀ ਜਿਹੜੀ ਅਣਹੋਂਦ ਰਹੇਗੀ ਅਤੇ ਸੰਪੱਤੀ ਦਾ ਅਧਿਕਾਰ ਆ ਜਿਹੜਾ ਉਹ ਲੋਕਾਂ ਨੂੰ ਦਿੱਤਾ ਗਿਆ। ਚਲੋ ਨੈਕਸਟ ਚੱਲਦੇ। ਉੱਥੇ ਕਿਸੇ ਪ੍ਰਕਾਰ ਦਾ ਰਾਈਟ ਆਫ ਵਰਕ ਅਤੇ ਸੋਸ਼ਲ ਸਿਕਿਉਰਿਟੀ ਹੈ ਜਿਹੜੀ ਲੋਕਾਂ ਨੂੰ ਨਹੀਂ ਦਿੱਤੀ ਗਈ ਸੀ ਉਸ ਸਮੇਂ। ਠੀਕ ਹੈ, ਧਿਆਨ ਰੱਖਣਾ, ਰਾਈਟ ਟੂ ਵਰਕ ਨਹੀਂ ਦਿੱਤਾ ਗਿਆ ਸੀ, ਨਾ ਹੀ ਕਿਸੇ ਪ੍ਰਕਾਰ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਹੈਗੀ ਇਹ ਦਿੱਤੀ ਗਈ ਸੀਗੀ। ਸਰਕਾਰ ਦੀਆਂ ਸ਼ਕਤੀਆਂ 'ਤੇ ਰੋਕ। ਹੁਣ ਰੋਕ ਕਿਸ ਤਰੀਕੇ ਨਾਲ ਦੀ ਸਰਕਾਰ 'ਤੇ, ਲੋਕਾਂ ਦੇ ਅਧਿਕਾਰ ਖਤਮ ਨਹੀਂ ਹੁੰਦੇ। ਠੀਕ ਹੈ, ਜਿਹੜੇ ਲੋਕਾਂ ਨੂੰ ਅਧਿਕਾਰ ਨੇ ਉਹ ਖਤਮ ਨਹੀਂ ਕਰ ਸਕਦੀ ਹੈਗੀ ਗੌਰਮੈਂਟ ਕਿਸੇ ਵੀ ਹਾਲਤ ਵਿੱਚ। ਜਿਵੇਂ ਆਪਾਂ ਦੇਖ ਲੈਂਦੇ ਕਿ ਭਾਰਤ ਵਿੱਚ ਜਦੋਂ ਐਮਰਜੈਂਸੀ ਹੁੰਦੀ ਹੈ ਤਾਂ ਲੋਕਾਂ ਦੇ ਅਧਿਕਾਰ ਨੇ ਜਿਹੜੇ ਉਹ ਕੁਝ ਸਮੇਂ ਦੀ ਜਿਹੜੇ ਨਿਰਸਤ ਕਰ ਦਿੱਤੇ ਜਾਂਦੇ ਨੇ, ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਵੀ ਉਹ ਜਿਹੜੇ ਵੈਲਿਡ ਨਹੀਂ ਹੈਗੇ, ਉਹ ਕੰਮ ਵਰਕ 'ਚ ਨਹੀਂ ਆਉਂਦੇ ਹੈਗੇ। ਪਰ ਉੱਥੇ ਜਿਹੜੇ ਚਾਹੇ ਕਿਸੇ ਪ੍ਰਕਾਰ ਦੀ ਕੰਡੀਸ਼ਨ ਹੋਵੇ, ਮੌਲਿਕ ਅਧਿਕਾਰ ਜਿਹੜੇ ਉਹ ਖਤਮ ਨਹੀਂ ਹੋਣਗੇ, ਉਹਨਾਂ ਨੂੰ ਨਿਰਸਤ ਨਹੀਂ ਕੀਤਾ ਜਾਵੇਗਾ। ਨਾਗਰਿਕ ਅਤੇ ਵਸਨੀਕਾਂ ਵਿੱਚ ਉੱਥੇ ਅੰਤਰ ਕੀਤਾ ਗਿਆ। ਠੀਕ ਹੈ, ਇੱਕ ਤਾਂ ਉੱਥੋਂ ਦੇ ਜਿਹੜੇ ਮੂਲ ਨਾਗਰਿਕ ਹੁੰਦੇ ਨੇ, ਇੱਕ ਜਿਹੜਾ ਬਾਅਦ 'ਚ ਉੱਥੇ ਸਿਟੀਜ਼ਨਸ਼ਿਪ ਲੈ ਲੈਂਦੇ ਨੇ, ਉਹਨਾਂ ਦੇ ਉੱਥੇ ਜਾ ਕੇ ਨਿਵਾਸ ਕਰਦੇ ਰਹਿੰਦੇ ਨੇ ਕੁਝ ਸਾਲ, ਫਿਰ ਉਹਨਾਂ ਨੂੰ ਉੱਥੋਂ ਦਾ ਜਿਹੜਾ PR ਮਿਲ ਜਾਂਦੀਆਂ, ਉਹਨਾਂ ਵਿੱਚੋਂ ਡਿਫਰੈਂਟ ਕੀਤਾ ਗਿਆ ਗਾ ਉੱਥੇ। ਠੀਕ ਹੈ, ਕਾਨੂੰਨ ਦੇ ਆਧਾਰ 'ਤੇ। ਚਲੋ ਦੇਖਦੇ ਹਾਂ ਕੀ ਕੁਛ ਕੀਤਾ ਗਿਆ ਉੱਥੇ ਜਿਹੜਾ ਡਿਫਰੈਂਸ ਹੈਗਾ। ਨਾਗਰਿਕਾਂ ਦੇ ਲਈ ਸਾਰੇ ਅਧਿਕਾਰ ਹਨ। ਜਿਹੜੇ ਉੱਥੋਂ ਦੇ ਮੂਲ ਨਾਗਰਿਕ ਨੇ ਉਹਨਾਂ ਨੂੰ ਤਾਂ ਉਹ ਸਾਰੇ ਤਰੀਕੇ ਦੇ ਜਿਹੜੇ ਸਾਰੇ ਤਰ੍ਹਾਂ ਦੇ ਅਧਿਕਾਰ ਦਿੰਦੇ ਹਨ। ਜਿਹੜੇ ਵਸਨੀਕ ਹੁੰਦੇ ਨੇਗੇ ਉਹਨਾਂ ਨੂੰ ਕੁਝ ਹੀ ਅਧਿਕਾਰ ਮਿਲਦੇ ਹਨ। ਠੀਕ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਘੱਟ ਜਿਹੜੀ ਛੂਟ ਦਿੱਤੀ ਗਈ ਹੈਗੀ। ਫੰਡਾਮੈਂਟਲ ਰਾਈਟਸ ਹਰ ਰਾਜ ਵਿੱਚ ਭਿੰਨ ਭਿੰਨ ਹਨ। ਆਪਾਂ ਨੂੰ ਪਤਾ ਗਾ ਉੱਥੇ ਜਿਹੜੇ ਹਰ ਇੱਕ ਰਾਜ ਦਾ ਆਪਣਾ ਇੱਕ ਅਲੱਗ ਤੋਂ ਵੀ ਸੰਵਿਧਾਨ ਹੈਗਾ ਗਾ। ਠੀਕ ਹੈ, ਅਤੇ ਗੌਰਮੈਂਟ ਉੱਥੇ ਦੀ ਜਿਹੜੀ ਉਹਦੇ ਵਿੱਚ ਪਾਰਟੀਸਪੇਟ ਨਹੀਂ ਕਰ ਸਕਦੀ। ਕੋਈ ਵੀ ਰਾਜ ਆ ਜਿੰਨਾ ਚਾਹੇ ਆਪਣੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਛੂਟ ਦੇ ਸਕਦਾ, ਜਿੰਨਾ ਚਾਹੇ ਟੈਕਸ ਲਗਾ ਸਕਦਾ। ਉਹਦੇ ਵਿੱਚ ਜਿਹੜੇ ਸੈਂਟਰ ਦਾ ਕੋਈ ਰੋਲ ਨਹੀਂ ਹੈਗਾ ਗਾ, ਇਹ ਯਾਦ ਰੱਖ ਲੈਣਾ ਗੇ। ਭਾਰਤ ਵਿੱਚ ਤਾਂ ਆਪਾਂ ਨੂੰ ਪਤਾ ਸਿਰਫ ਸੈਂਟਰ ਦੀ ਚੱਲਦੀ ਹੈਗੀ। ਸਟੇਟ ਆ ਕੋਈ ਵੀ ਜਿਹੜਾ ਆਪਣੇ ਥਰੂ ਕੋਈ ਨਵਾਂ ਜਿਹੜਾ ਰੂਲ ਲਾਗੂ ਨਹੀਂ ਕਰ ਸਕਦੀ ਹੈਗੀ। ਪਰ ਉੱਥੇ ਜਿਹੜਾ ਹਰ ਇੱਕ ਰਾਜ ਦਾ ਜਿਹੜਾ ਆਪਣਾ ਅਲੱਗ ਅਲੱਗ ਆ ਜਿਹੜਾ ਉਹ ਕਾਨੂੰਨ ਬਣਾਏ ਗਏ ਨੇਗੇ। ਕਾਨੂੰਨ ਦੁਆਰਾ ਨਿਸ਼ਚਿਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਨਾਗਰਿਕਾਂ ਨੂੰ ਅਧਿਕਾਰਾਂ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ। ਜੇ ਕਿਸੇ ਨੂੰ ਵੰਚਿਤ ਕੀਤਾ ਜਾਂਦਾ ਹੈ ਨਾਗਰਿਕ ਨੂੰ ਅਧਿਕਾਰ ਤੋਂ, ਉਹਦੇ ਲਈ ਕੋਈ ਮੇਨ ਜਿਹੜਾ ਉਹ ਰੀਜ਼ਨ ਹੋਣਾ ਚਾਹੀਦਾ। ਬਿਨਾਂ ਕਿਸੇ ਮੇਨ ਰੀਜ਼ਨ ਦਾ, ਸਟਰੋਂਗ ਰੀਜ਼ਨ ਤੋਂ ਕਿਸੇ ਨੂੰ ਵੀ ਜਿਹੜਾ ਉਹ ਤੋਂ ਮੌਲਿਕ ਅਧਿਕਾਰਾਂ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ। ਅਮਰੀਕਾ ਸੰਵਿਧਾਨ ਦੀ ਜਿਹੜੀ ਘੋਸ਼ਣਾ ਉਹ ਅਧਿਕਾਰਾਂ ਦਾ ਸੋਮਾ ਹੈ। ਠੀਕ ਹੈ, ਸੁਤੰਤਰਤਾ ਦੀ ਘੋਸ਼ਣਾ ਕੀ ਕਿਹਾ ਗਿਆ ਹੈਗਾ, ਅਧਿਕਾਰਾਂ ਦਾ ਸੋਮਾ ਕਿਹਾ ਗਿਆ। ਚਲੋ ਨੈਕਸਟ ਚੱਲਦੇ ਹਾਂ ਜੀ। ਅਮਰੀਕੀ ਨਾਗਰਿਕਾਂ ਦੇ ਅਧਿਕਾਰ ਨੂੰ ਕੀ ਕਿਹਾ ਜਾਂਦਾ ਹੈ, ਰਾਈਟ ਆਫ ਅਮਰੀਕਾ ਸਿਟੀਜ਼ਨ। ਸੁਤੰਤਰਤਾ ਦਾ ਅਧਿਕਾਰ ਇਹਨੂੰ ਕੀ ਕਿਹਾ ਗਿਆ ਹੈਗਾ, ਰਾਈਟ ਆਫ ਫਰੀਡਮ। ਚਲੋ ਨੈਕਸਟ ਚੱਲਦੇ। ਹਾਂਜੀ, ਜਿਹੜਾ ਫਸਟ ਆਪਾਂ ਨੂੰ ਪਤਾ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਸੀ, ਉਹਦੇ ਵਿੱਚ ਕੀ ਕੁਛ ਉਹਨਾਂ ਦੀ ਧਾਰਮਿਕ ਸੁਤੰਤਰਤਾ ਆ ਜਾਂਦੀ ਹੈਗੀ, ਛਾਪੇਖਾਨੇ ਅਤੇ ਭਾਸ਼ਣ ਦੀ ਸੁਤੰਤਰਤਾ ਆ ਜਾਂਦੀ ਹੈਗੀ, ਸ਼ਾਂਤੀਪੂਰ ਇਕੱਠੇ ਹੋਣ ਦੀ ਸੁਤੰਤਰਤਾ ਆਉਂਦੀ ਹੈ, ਬੇਨਤੀ ਪੱਤਰ ਦੀ ਸੁਤੰਤਰਤਾ ਆ ਜਾਂਦੀ ਹੈ। ਠੀਕ ਹੈ।
ਇਹ ਚਾਰੇ ਆ ਜਾਂਦੇ। ਜਿਹੜੀ ਫਸਟ ਅਮੈਂਡਮੈਂਟ ਹੋਈ ਸੀਗੀ ਉਹਦੇ ਵਿੱਚ ਕਿੰਨੇ ਪ੍ਰਕਾਰ ਦੀ ਸੁਤੰਤਰਤਾ ਦੇ ਲਈ ਸੀਗੀ, ਉਹਦੇ ਵਿੱਚ ਕਿੰਨੇ ਪ੍ਰਕਾਰ ਦੀ ਸੁਤੰਤਰਤਾ ਆ ਜਾਂਦੀ ਹੈ, ਯਾਦ ਰੱਖਣਾ 4 ਪ੍ਰਕਾਰ ਦੀ ਸੁਤੰਤਰਤਾ ਆ ਜਾਂਦੀ ਹੈ। ਪੇਪਰ 'ਚ ਪੁੱਛਿਆ ਜਾ ਸਕਦਾ, ਆਪਾਂ ਨੂੰ ਇੱਕ ਅਲੱਗ ਤੋਂ ਦੇ ਦਿੱਤੇ ਤਾਂ ਵੀ ਕਿਹੜੀ ਸੁਤੰਤਰਤਾ ਨਹੀਂ ਸੀ, ਯਾਦ ਰੱਖਣਾ। ਫਸਟ ਦੀ ਧਾਰਮਿਕ ਸੁਤੰਤਰਤਾ, ਸੈਕਿੰਡ ਹੈਗੇ ਛਾਪੇਖਾਨੇ ਤੇ ਭਾਸ਼ਣ ਦੇਣ ਦੀ ਸੁਤੰਤਰਤਾ, ਥਰਡ ਹੈਗੇ ਜੀ ਸ਼ਾਂਤੀਪੂਰਨ ਇਕੱਠੇ ਹੋਣ ਦੀ ਸੁਤੰਤਰਤਾ, ਅਤੇ ਫੋਰਥ ਹੈਗੇ ਜੀ ਬੇਨਤੀ ਪੱਤਰ ਦੀ ਸੁਤੰਤਰਤਾ। ਚਲੋ ਦੇਖਦੇ ਧਾਰਮਿਕ ਸੁਤੰਤਰਤਾ ਵਿੱਚ ਕੀਤੀ ਧਰਮ ਅਤੇ ਰਾਜ ਅਲੱਗ ਰੱਖੇ ਜਾਣਗੇ। ਠੀਕ ਹੈ, ਇਹਦੇ ਵਿੱਚ ਕਿਹਾ ਗਿਆ ਵੀ ਧਰਮ ਨੂੰ ਜਿਹੜਾ ਰਾਜ ਵਿੱਚ ਉਹਨੂੰ ਐਂਟਰੀ ਨਹੀਂ ਦਿੱਤੀ ਜਾਏਗੀ। ਧਰਮ ਇੱਕ ਲੋਕਾਂ ਦਾ ਅਲੱਗ ਤੋਂ ਕੋਈ ਕਿਸੇ ਵੀ ਧਰਮ ਨੂੰ ਜਿਹੜਾ ਅਪਣਾ ਸਕਦਾ, ਰਾਜ ਦਾ ਕੋਈ ਆਪਣਾ ਕੋਈ ਮੇਨ ਧਰਮ ਉਹ ਨਹੀਂ ਹੋਵੇਗਾ। ਇਹ ਫਸਟ ਅਮੈਂਡ ਵਿੱਚ ਕੀਤਾ ਗਿਆ ਸੀਗਾ ਵੀ ਜਿਹੜੇ ਧਰਮ ਅਤੇ ਰਾਜ ਨੇ 2 ਅਲੱਗ-ਅਲੱਗ ਚੀਜ਼ਾਂ ਨੇਗੀਆਂ। ਠੀਕ ਹੈ, ਨੈਕਸਟ ਹੈਗਾ ਛਾਪੇਖਾਨੇ ਤੇ ਭਾਸ਼ਣ ਦੀ ਸੁਤੰਤਰਤਾ। ਰਾਜ ਇਸ ਵਿੱਚ ਸੁਤੰਤਰਤਾ ਨੂੰ ਸੀਮਿਤ ਕਰ ਸਕਦਾ ਹੈ। ਠੀਕ ਹੈ, ਜੇ ਰਾਜ ਚਾਹੇ ਵੀ ਲੋਕ ਜਿਹੜਾ ਭਾਸ਼ਣ ਵਿੱਚ ਕੁਛ ਗਲਤ ਬੋਲ ਰਹੇ ਨੇਗੇ ਸੰਵਿਧਾਨ ਬਾਰੇ, ਤਾਂ ਜਿਹੜਾ ਉੱਥੇ ਆ ਉਹਨੂੰ ਸੀਮਿਤ ਕੀਤਾ ਜਾ ਸਕਦਾ ਗਾ ਗੌਰਮੈਂਟ ਵੱਲੋਂ। ਇਹ ਵੀ ਫਸਟ ਅਮੈਂਡਮੈਂਟ ਰਾਹੀਂ ਆਇਆ ਸੀਗਾ। ਸ਼ਾਂਤੀਪੂਰਨ ਇਕੱਠੇ ਹੋਣ ਲਈ ਇਹ ਜਿਹੜਾ ਕਿਹਾ ਗਿਆ ਵੀ ਸ਼ਾਂਤੀ ਹੈ ਜਿਹੜਾ ਜ਼ਰੂਰੀ ਹੈਗਾ। ਠੀਕ ਹੈ, ਜੇ ਕੋਈ ਸ਼ਾਂਤੀ ਨੂੰ ਭੰਗ ਕਰੇਗਾ ਤਾਂ ਫਿਰ ਉਸ 'ਤੇ ਜਿਹੜਾ ਰੋਕ ਲਗਾਈ ਜਾਵੇਗੀ, ਵੈਸੇ ਨਹੀਂ ਲਗਾਈ ਜਾਵੇਗੀ। ਬੇਨਤੀ ਪੱਤਰ ਦੀ ਸੁਤੰਤਰਤਾ, ਇਹਦੇ ਵਿੱਚ ਕੀ ਆਉਂਦਾ ਸ਼ਿਕਾਇਤਾਂ ਨੂੰ ਦੂਰ ਕਰਾਉਣ ਲਈ। ਠੀਕ ਹੈ, ਜੇ ਕਿਸੇ ਪ੍ਰਕਾਰ ਦੀ ਲੋਕਾਂ ਨੂੰ ਲੱਗਦਾ ਵੀ ਗੌਰਮੈਂਟ ਨੇ ਇਹ ਗਲਤ ਕੀਤਾ ਤਾਂ ਜਿਹੜੇ ਲੋਕ ਨੇ ਉਹ ਬੇਨਤੀ ਪੱਤਰ ਲਿਖ ਸਕਦੇ ਨੇਗੇ ਗੌਰਮੈਂਟ ਨੂੰ, ਵੀ ਸੋਨੇ ਉਹਦੇ 'ਚ ਧਿਆਨ ਦਿਵਾ ਸਕਦੇ ਨੇ, ਅਤੇ ਉਹਨਾਂ ਦੀ ਜਿਹੜੀਆਂ ਸ਼ਿਕਾਇਤਾਂ ਦਾ ਫਿਰ ਜਿਹੜਾ ਹੱਲ ਗੌਰਮੈਂਟ ਕਰੇਗੀ। ਸੈਕਿੰਡ ਅਮੈਂਡਮੈਂਟ ਹੈਗੀ ਉਹ ਹੈਗੀ ਹਥਿਆਰ ਰੱਖਣ ਦੀ ਆਜ਼ਾਦੀ। ਠੀਕ ਹੈ, ਯਾਦ ਰੱਖਣਾ ਸੈਕਿੰਡ ਅਮੈਂਡ ਕਿਹਦੇ ਨਾਲ, ਹਥਿਆਰਾਂ ਨਾਲ ਹੈਗਾ। ਹਥਿਆਰ ਰੱਖਣ ਦੀ ਜਿਹੜੀ ਆਜ਼ਾਦੀ ਲੋਕਾਂ ਨੂੰ ਦਿੱਤੀ ਗਈ ਆ। ਥਰਡ ਵਿੱਚ ਹੈਗੀ ਜਿਹੜੇ ਫੌਜੀਆਂ ਨੂੰ ਘਰਾਂ ਵਿੱਚ ਦਾਖਲਾ ਜਿਹੜੇ ਐਂਟਰੀ ਨਹੀਂ ਦਿੱਤੀ ਜਾਵੇਗੀ, ਸਿਰਫ ਕੇਵਲ ਯੁੱਧ ਦੇ ਸਮੇਂ ਜਿਹੜਾ ਸਰਕਾਰ ਦੁਆਰਾ ਕਹਿਣ 'ਤੇ ਉਹ ਜਿਹੜਾ ਲੋਕਾਂ ਦੇ ਘਰਾਂ ਵਿੱਚ ਸ਼ਰਨ ਲੈ ਸਕਦੇ ਨੇ। ਵੈਸੇ ਜਿਹੜਾ ਕਿਸੇ ਪ੍ਰਕਾਰ ਦਾ ਇੰਟਰਫੇਅਰ ਜਿਹੜਾ ਫੌਜੀਆਂ ਵੱਲੋਂ ਪਬਲਿਕ ਲਾਈਫ ਵਿੱਚ ਨਹੀਂ ਕੀਤਾ ਜਾਵੇਗਾ। ਫੋਰਥ ਅਮੈਂਡਮੈਂਟ ਹੈਗੇ ਜੀ ਇਹ ਹੈਗੇ ਵੀ ਫੌਜਾਂ ਵੱਲੋਂ ਕਿਸੇ ਪ੍ਰਕਾਰ ਦੀ ਜਿਹੜੀ ਅਣਉਚਿਤ ਤਲਾਸ਼ੀ ਜਾਂ ਕਬਜ਼ੇ ਦੀ ਮਨਾਹੀ ਕੀਤੀ ਗਈ ਹੈਗੀ। ਜੇ ਕਿਸੇ ਦੀ ਤਲਾਸ਼ੀ ਲੈਣੀ ਹੈਗੀ ਸੈਨਾ ਵੱਲੋਂ ਤਾਂ ਉਸ ਦੇ ਲਈ ਜਿਹੜਾ ਉਸ ਦੇ ਵਿਰੁੱਧ ਜਿਹੜਾ ਵਾਰੰਟ ਉਹ ਜ਼ਰੂਰੀ ਹੈ। ਪਹਿਲਾਂ ਵਾਰੰਟ ਦਿਖਾਇਆ ਜਾਵੇਗਾ, ਫਿਰ ਉਹ ਜਿਹੜਾ ਲੋਕਾਂ ਵੱਲੋਂ ਉਹਨਾਂ ਨੂੰ ਆਪਣੇ ਘਰਾਂ ਵਿੱਚ ਐਂਟਰੀ ਦਿੱਤੀ ਜਾਵੇ। ਠੀਕ ਹੈ, ਜੇ ਉਹਨੂੰ ਕਿਸੇ ਲਈ ਵਾਰੰਟ ਨਹੀਂ ਹੈਗਾ ਤਾਂ ਉਹਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ, ਉਹਨੂੰ ਮਨਾ ਕਰ ਦਿੱਤਾ ਜਾਏਗਾ, ਤਾਂ ਉਸ ਵਿਰੁੱਧ ਕਿਸੇ ਪ੍ਰਕਾਰ ਦੀ ਜਿਹੜੀ ਕੋਈ ਕਾਰਵਾਈ ਨਹੀਂ ਹੋਵੇਗੀ। ਸੁਤੰਤਰਤਾ ਦੀ ਰਾਖੀ ਲਈ ਸਰਕਾਰ 'ਤੇ ਪਾਬੰਦੀ। ਚਲੋ ਨੈਕਸਟ ਚੱਲਦੇ ਅੱਗੇ ਹੈਗੇ ਨੇਗੇ 6, 7 ਅਤੇ 8 ਨੰਬਰ ਦੀਆਂ ਜਿਹੜੀਆਂ ਸੋਧਾਂ ਨੇਗੇ ਉਹ ਇੰਨੀਆਂ ਇੰਪੋਰਟੈਂਟ ਨਹੀਂ ਹੈਗੀਆਂ। ਚਲੋ ਆਪਾਂ ਥੋੜ੍ਹਾ ਜਿਹਾ ਦੇਖ ਲੈਂਦੇ ਹੈਗੇ 6, 7 ਅਤੇ 8 ਸੋਧਾਂ ਨੇ। ਕਥਿਤ ਜਿਹੜੇ ਅਪਰਾਧੀਆਂ ਨੇ ਦੇ ਅਧਿਕਾਰਾਂ ਨੂੰ ਮਹਾਨ ਜਿਊਰੀ ਦੇ ਦੋਸ਼ਾਂ ਨੂੰ ਸਵੀਕਾਰ ਕਰ ਲੈ ਜਾਣ ਤੋਂ ਬਿਨਾਂ। ਠੀਕ ਹੈ, ਜੇ ਜਿਊਰੀ ਸਵੀਕਾਰ ਕਰਦੀ ਹੈ ਤਾਂ ਹੀ, ਜੇ ਉਹ ਸਵੀਕਾਰ ਨਹੀਂ ਕਰਦੀ ਹੈਗੀ ਤਾਂ ਮੁਕੱਦਮਾ ਨਹੀਂ ਚਲਾ ਸਕਦੀ। ਠੀਕ ਹੈ, ਚਲੋ ਨੈਕਸਟ ਚੱਲਦੇ ਅੱਗੇ। ਇਸ ਵਿੱਚ ਕਿਹਾ ਗਿਆ ਸੀ ਕਿ ਜਿਹੜੀ ਗੌਰਮੈਂਟ ਵੱਲੋਂ ਇੱਕ ਅਪਰਾਧ ਦੇ ਲਈ ਉਹਨੂੰ 2 ਵਾਰ ਦੰਡ ਨਹੀਂ ਦਿੱਤਾ ਜਾਵੇਗਾ। ਠੀਕ ਹੈ, ਗਵਾਹੀ ਦੇਣ ਦੇ ਲਈ ਉਹਨੂੰ ਮਜਬੂਰ ਨਹੀਂ ਕੀਤਾ ਜਾਵੇਗਾ। ਉਚਿਤ ਕਾਨੂੰਨ ਪ੍ਰਕਿਰਿਆ ਤੋਂ ਬਿਨਾਂ ਜੀਵਨ ਸੁਤੰਤਰਤਾ ਅਤੇ ਸੰਪੱਤੀ ਦੇ ਅਧਿਕਾਰ ਤੋਂ ਵਾਂਝਿਆ ਨਹੀਂ ਕੀਤਾ ਜਾਵੇਗਾ। ਅਤੇ ਨੈਕਸਟ ਹੈਗਾ ਜੀ ਫੌਜੀ ਮੁਕਾਬਲੇ ਵਿੱਚ ਨਿਰਪੱਖ ਜਿਊਰੀ ਖੁੱਲ੍ਹੇ ਰੂਪ ਵਿੱਚ ਆ ਜਿਹੜਾ ਉਹ ਫੈਸਲਾ ਲਵੇਗੀ। ਲੋੜ ਤੋਂ ਵੱਧ ਸਜ਼ਾ ਦਾ ਜਾਂ ਜਿਹੜਾ ਮੁਆਵਜ਼ਾ ਹੁੰਦਾ ਜਾਂ ਕਿਸੇ ਪ੍ਰਕਾਰ ਦਾ ਜੇ ਉਹ 'ਤੇ ਕੋਈ ਪੈਸੇ ਨੂੰ ਲੈ ਕੇ ਵੀ ਉਹ 'ਤੇ ਜੁਰਮਾਨਾ ਲੱਗਦਾ, ਉਹ ਇੱਕ ਸੀਮਾ ਤੱਕ ਹੋਵੇਗਾ ਵੀ ਕਿਸ ਪ੍ਰਕਾਰ ਦੀ ਉਹਦੀ ਪੋਜੀਸ਼ਨ ਉਹ ਕਿੰਨਾ ਕਮਾਉਂਦਾ ਉਸ ਦੇ ਅਕੋਰਡਿੰਗ ਹੋਵੇਗਾ। ਉਸ ਤੋਂ ਵੱਧ ਜਿਹੜਾ ਉਹ ਜੁਰਮਾਨਾ ਨਹੀਂ ਲਿਆ ਜਾਵੇਗਾ। $20 ਤੋਂ ਜਿਹੜੇ ਵੱਧ ਦੇ ਝਗੜੇ ਨੇ ਉਹ ਜਿਊਰੀ ਸੁਣਦੀ ਹੈ। ਠੀਕ ਹੈ, ਸਿੰਪਲ ਜਿਹੀਆਂ ਗੱਲਾਂ ਨੇ, ਇੰਨਾ ਕੁਛ ਖਾਸ ਨਹੀਂ। ਇੰਡੀਆ ਨਾਲ ਆਪਾਂ ਨੂੰ ਪਤਾ ਰਿਲੇਟ ਆ ਵੀ ਇੱਕ ਅਪਰਾਧ ਦੇ ਲਈ 2 ਵਾਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇੰਡੀਆ ਵਿੱਚ ਵੀ ਇਹ ਤਾਂ ਪ੍ਰਚਲਿਤ ਆ। ਠੀਕ ਆ, ਕਿਸੇ ਨੂੰ ਮਜਬੂਰ ਨਾਲ ਜਿਹੜਾ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਚਲੋ ਸਿੰਪਲ ਅੱਗੇ ਚੱਲਦੇ ਆਪਾਂ। ਸੰਪੱਤੀ ਦਾ ਅਧਿਕਾਰ ਇਸ ਅਮੈਂਡਮੈਂਟ ਵਿੱਚ ਹੈਗਾ ਜੀ ਇਹ ਇੰਪੋਰਟੈਂਟ। ਸੰਪੱਤੀ ਦਾ ਅਧਿਕਾਰ 5 ਨੰਬਰ ਅਮੈਂਡਮੈਂਟ ਵਿੱਚ ਨਿੱਜੀ ਸੰਪੱਤੀ ਦਾ ਜਿਹੜਾ ਅਧਿਕਾਰ ਦਿੱਤਾ ਗਿਆ। ਯਾਦ ਰੱਖਣਾ ਜੀ 5 ਨੰਬਰ ਇੰਪੋਰਟੈਂਟ ਆ ਜਾਂ ਮੋਸਟ ਇੰਪੋਰਟੈਂਟ ਕਹਿ ਸਕਦੇ ਆਪਾਂ ਇਹਨੂੰ। ਸੰਪੱਤੀ ਦਾ ਅਧਿਕਾਰ ਹੈ 5 ਨੰਬਰ ਅਮੈਂਡਮੈਂਟ ਵਿੱਚ ਆਉਂਦਾ। ਕੁਝ ਹੋਰ ਅਧਿਕਾਰ ਦੇਖ ਲੈਂਦੇ ਹਾਂ। 9ਵੀਂ ਸੋਧ ਰਾਹੀਂ ਵਿਕਾਸ ਲਈ ਉਚਿਤ ਸਮਝਿਆ ਜਾਵੇ। ਜੋ ਗੌਰਮੈਂਟ ਵੱਲੋਂ ਵਿਕਾਸ ਲਈ ਉਚਿਤ ਸਮਝਿਆ ਜਾਵੇ ਉਹ ਜਿਹੜਾ ਨਵੀਆਂ ਸੋਧ ਕਰ ਸਕਦੀ ਹੈਗੀ। ਇਹ 9ਵੀਂ ਸੋਧ ਵਿੱਚ ਕਿਹਾ ਗਿਆ ਸੀ। 13 ਨੰਬਰ ਸੋਧ ਕੀ ਹੈ, ਇਸ ਵਿੱਚ ਕਿਹਾ ਸੀ ਗੁਲਾਮੀ ਅਤੇ ਜ਼ਬਤੀ ਮਜ਼ਦੂਰੀ ਦਾ ਖਾਤਮਾ। ਠੀਕ ਹੈ, ਕਿਸੇ ਤੋਂ
ਕਿਸੇ ਨੂੰ ਗੁਲਾਮ ਨਹੀਂ ਬਣਾ ਕੇ ਰੱਖਿਆ ਜਾਵੇਗਾ, ਨਾ ਹੀ ਕਿਸੇ ਤੋਂ ਜ਼ਬਰਦਸਤੀ ਜਿਹੜਾ ਕੰਮ ਕਰਵਾਇਆ ਜਾਏਗਾ। ਜੇਲ੍ਹ ਮੁਲਾਜ਼ਮਾਂ ਦੇ ਸਜ਼ਾ ਵਜੋਂ ਜਿਹੜਾ ਕੁਝ ਕੰਮ ਜਿਹੜਾ ਕਰਵਾ ਸਕਦੀ ਹੈ ਗੌਰਮੈਂਟ, ਠੀਕ ਹੈ ਜੀ। ਜੇ ਕੋਈ ਜੇਲ੍ਹ ਦਾ ਅਪਰਾਧੀ ਹੈਗਾ, ਉਹ ਜੇਲ੍ਹ 'ਚ ਹੈਗਾ, ਉਹਨੇ ਕਿਸੇ ਤਰੀਕੇ ਦਾ ਉਹਦੇ ਕੇਸ ਚੱਲ ਰਿਹਾ ਤਾਂ ਉਸ ਤੋਂ ਜਿਹੜਾ ਕੰਮ ਕਰਵਾ ਸਕਦੀ ਹੈ। ਇਹ 'ਤੇ ਜਿਹੜਾ ਇਹ ਲਾਗੂ ਨਹੀਂ ਹੋਏਗੀ, 13ਵੀਂ ਅਮੈਂਡਮੈਂਟ ਆ, ਉਸ 'ਤੇ ਲਾਗੂ ਨਹੀਂ ਹੁੰਦੀ, ਉਹ ਤੋਂ ਜ਼ਬਰਦਸਤੀ ਕੰਮ ਕਰਵਾ ਸਕਦੀ ਹੈ। ਵੈਸੇ ਆਮ ਜਨਤਾ ਤੋਂ ਨਾ ਹੀ ਗੁਲਾਮ ਬਣਾ ਸਕਦਾ ਉਹਨੂੰ ਕੋਈ, ਨਾ ਹੀ ਉਹਨਾਂ ਤੋਂ ਕੋਈ ਜ਼ਬਤੀ ਕੰਮ ਕਰਾ ਸਕਦਾ। 14 ਨੰਬਰ ਦੀ ਸੋਧ ਆ ਜਿਹੜੀ, ਉਹ ਕਿਸ ਲਈ ਹੈਗਾ? ਹਰ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਹੋਵੇਗੀ ਅਤੇ ਜੀਵਨ ਸੁਤੰਤਰਤਾ ਅਤੇ ਸਮਾਨਤਾ ਦੀ ਪ੍ਰਾਪਤੀ ਹੋਵੇਗੀ, ਠੀਕ ਹੈ। ਇਹ 14 ਨੰਬਰ ਵਿੱਚ ਕੀ ਹੈਗਾ? 15 ਨੰਬਰ ਵਿੱਚ ਕੀ ਹੈ ਜੀ? 15 ਨੰਬਰ ਦੀ ਅਮੈਂਡਮੈਂਟ ਹੈਗਾ ਗੀ, ਨਸਲ, ਰੰਗ, ਗੁਲਾਮੀ ਦੇ ਆਧਾਰ 'ਤੇ ਵੋਟ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ, ਠੀਕ ਹੈ ਜੀ। ਇਹ ਵੋਟਾਂ ਨਾਲ ਸੰਬੰਧਿਤ ਤਾਂ ਯਾਦ ਕਰ ਲੈਣਾ, ਇਹ ਵੀ ਇੰਪੋਰਟੈਂਟ ਬਣ ਜਾਂਦੀ ਹੈਗੀ। ਜਿਹੜੀ ਸੋਧ ਸੀ ਉਹ ਵੋਟਾਂ ਨਾਲ ਸੀ। 15 ਨੰਬਰ ਦੀ ਸੋਧ ਆ ਜਿਹੜੀ 1870 ਵਿੱਚ ਹੋਈ ਸੀ, ਇਹ ਵੋਟਾਂ ਨਾਲ। ਤੇ ਇਹਦੇ ਵਿੱਚ ਕਿਹਾ ਗਿਆ ਸੀ ਨਸਲ, ਰੰਗ ਜਾਂ ਗੁਲਾਮੀ ਦੇ ਆਧਾਰ 'ਤੇ ਵੋਟ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਕਿਸੇ ਨੂੰ ਵੀ, ਠੀਕ ਹੈ। 19ਵੇਂ ਨੰਬਰ ਦੀ ਕੀ ਹੈ ਜਿਹੜੀ? 19 ਨੰਬਰ ਦੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਗਏ, ਜਿਹੜੀ 19ਵੇਂ ਨੰਬਰ ਦੀ ਸੋਧ ਆ ਇਹਦੇ ਵਿੱਚ ਕੀ ਕਿਹਾ ਸੀ? ਮੇਲ ਫੀਮੇਲ ਨੂੰ ਆ ਜਿਹੜਾ ਉਹ ਬਰਾਬਰ ਸਮਝਿਆ ਜਾਊਗਾ। ਉਸ ਤਰੀਕੇ ਨਾਲ ਜਿਹੜਾ ਲਿੰਗ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਹੋਊਗਾ ਕਿਸੇ ਨਾਲ, ਠੀਕ ਹੈ। ਅਤੇ ਦੋਹਾਂ ਨੂੰ ਜਿਹੜਾ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਜਾਵੇਗਾ, ਚਾਹੇ ਕੋਈ ਮੇਲ ਆ ਚਾਹੇ ਕੋਈ ਫੀਮੇਲ ਆ, ਠੀਕ ਹੈ। ਦੋਹਾਂ ਨੂੰ ਬਰਾਬਰ ਵੋਟ ਦਾ ਅਧਿਕਾਰ ਹੈ। ਇਹ 1920 ਵਿੱਚ ਦੀ, ਯਾਦ ਰੱਖਣਾ, ਠੀਕ ਹੈ, ਕਿਉਂਕਿ ਬਹੁਤ ਦੇਰ ਬਾਅਦ ਆ ਜਿਹੜਾ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ, ਯਾਦ ਰੱਖਣਾ। 1920 ਵਿੱਚ ਦਿੱਤਾ ਗਿਆ ਸੀ ਇਹ। 1920 ਵਿੱਚ ਇਹਨਾਂ ਨੇ ਸੋਧ ਕੀਤੀ ਸੀ 19ਵੇਂ ਨੰਬਰ ਦੀ, ਠੀਕ ਹੈ। ਉੱਥੇ ਮੇਲ ਫੀਮੇਲ ਨਾਲ ਜਿਹੜਾ ਉਹਨੂੰ ਬਰਾਬਰ ਰੱਖਿਆ ਗਿਆ ਜੀ। ਸੰਵਿਧਾਨ ਵਿੱਚ ਲਿੰਗ ਦੇ ਆਧਾਰ 'ਤੇ ਉਹਨਾਂ ਨੂੰ ਕੋਈ ਭੇਦਭਾਵ ਨਹੀਂ ਹੋਵੇਗਾ ਅਤੇ ਉਹਨਾਂ ਨੂੰ ਵੋਟ ਦਾ ਅਧਿਕਾਰ ਆ ਜਿਹੜਾ ਉਹ ਬਰਾਬਰ ਹੱਕ ਹੋਵੇਗਾ ਦੋਹਾਂ ਦਾ। ਨੈਕਸਟ ਚੱਲਦੇ, ਇੱਕ ਮਿੰਟ, ਚਲੋ। ਇਹ ਥੋੜ੍ਹਾ ਇੱਕ ਪੇਜ ਥੋੜ੍ਹਾ ਜਿਹਾ ਬਲਰ ਹੋ ਗਿਆ ਜੀ, ਪਤਾ ਨਹੀਂ ਨੈੱਟ ਪ੍ਰੋਬਲਮ ਕਰਕੇ, ਪਤਾ ਨਹੀਂ ਕਿਵੇਂ। ਚੱਲ ਮੈਂ ਤੁਹਾਨੂੰ ਦੱਸ ਲੈਣੀ, ਤੁਸੀਂ ਪਲੀਜ਼ ਐਡਜਸਟ ਕਰ ਲੈਣਾ। ਇੱਕ ਆਹ ਜ਼ਰੂਰ ਰੱਖਣਾ, ਜਿਹੜੀ 22 ਨੰਬਰ ਅਮੈਂਡਮੈਂਟ ਸੀ ਜੀ, ਇਹ ਪ੍ਰੈਜ਼ੀਡੈਂਟ ਨਾਲ ਸੰਬੰਧਿਤ ਹੈ, ਠੀਕ ਹੈ। 1951 ਵਿੱਚ ਹੋਈ ਸੀ। ਇਹ ਮੋਸਟ ਇੰਪੋਰਟੈਂਟ ਹੈਗਾ, ਜਿੰਨੇ ਮਰਜ਼ੀ ਸਟਾਰ ਲਾ ਲਓ। ਮੇਰੇ ਹਿਸਾਬ ਨਾਲ ਇੱਥੋਂ ਕੁਐਸਚਨ ਪੱਕਾ ਬਣੇਗਾ ਕਿਉਂਕਿ ਪ੍ਰੈਜ਼ੀਡੈਂਟ ਨਾਲ 22 ਨੰਬਰ ਦੀ ਜਿਹੜੀ ਸੋਧ ਹੋਈ ਸੀਗੀ, ਠੀਕ ਹੈ। ਇਹ ਪ੍ਰੈਜ਼ੀਡੈਂਟ ਬਾਰੇ ਹੋਈ ਸੀ 1951 ਵਿੱਚ। ਇਹਦੇ ਵਿੱਚ ਕੀ ਕਿਹਾ ਗਿਆ ਸੀ ਵੀ ਜਿਹੜਾ USA ਦਾ ਕੋਈ ਵੀ ਪ੍ਰੈਜ਼ੀਡੈਂਟ ਉਹ 2 ਸਾਲ ਤੋਂ ਵੱਧ ਜਿਹੜਾ 2 ਵਾਰ ਤੋਂ ਵੱਧ ਜਿਹੜਾ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ। ਉਸ ਤੋਂ ਪਹਿਲਾਂ 2 ਪ੍ਰੈਜ਼ੀਡੈਂਟ ਹੋਏ ਸੀ ਜਿਨ੍ਹਾਂ ਨੇ ਜਿਹੜਾ ਅੱਗੇ 2 ਵਾਰ ਜਿੱਤਣ ਤੋਂ ਬਾਅਦ ਵੀ ਤੀਜੀ ਵਾਰ ਜਿਹੜਾ ਵੋਟਿੰਗ ਲੜੀ ਸੀਗੀ। ਇੱਕ ਤਾਂ ਮੈਨੂੰ ਯਾਦ ਨਹੀਂ ਹੈਗਾ ਕਿਹੜਾ ਹਾਰ ਗਿਆ ਸੀ, ਪਰ ਜਿਹੜਾ ਰੂਜ਼ਵੈਲਟ ਸੀ ਉਹ ਚੌਥੀ ਵਾਰ ਵੀ ਜਿੱਤ ਗਿਆ ਸੀਗਾ, ਠੀਕ ਹੈ। ਆਪਾਂ ਨੂੰ ਪਤਾ ਸੈਕਿੰਡ ਵਰਲਡ ਵਾਰ ਦੇ ਸਮੇਂ ਜਿਹੜਾ ਰੂਜ਼ਵੈਲਟ ਸੀਗਾ ਉਹ ਸਮੇਂ USA ਦਾ ਪ੍ਰੈਜ਼ੀਡੈਂਟ ਸੀ, ਉਹ ਚੌਥੀ ਵਾਰ ਵੀ ਜਿੱਤ ਗਿਆ ਸੀ। ਚੌਥੀ ਵਾਰ ਉਹਨੂੰ ਜਿਹੜਾ ਉਹਦੀ ਡੈਥ ਹੋ ਗਈ ਸੀ ਆਪਣੇ ਪਦਵੀ ਦੇ ਦੌਰਾਨ। ਅੱਜ ਮੈਨੂੰ ਲੱਗਦਾ 5th ਵਾਰ ਵੀ ਜਿੱਤ ਜਾਂਦਾ। ਇਸ ਲਈ ਇਹ ਚੀਜ਼ਾਂ ਨੂੰ ਰੋਕਣ ਦੇ ਲਈ ਉੱਥੇ ਜਿਹੜੀ ਗੌਰਮੈਂਟ ਨੇ 22 ਨੰਬਰ ਦੀ ਸੋਧ ਕੀਤੀ ਗਈ ਸੀ। 1951 ਵਿੱਚ ਆਈ ਸੀ ਇਹ ਸੋਧ, ਯਾਦ ਰੱਖ ਲੈਣਾ, ਠੀਕ ਹੈ। ਸਨ ਵੀ ਜ਼ਰੂਰੀ ਹੈ, ਕਦੋਂ ਆਈ ਸੀ? 1951 ਵਿੱਚ। ਕੀ ਕਿਹਾ ਗਿਆ ਸੀ ਇਹਦੇ ਵਿੱਚ ਕਿ ਜਿਹੜਾ USA ਦਾ ਕੋਈ ਵੀ ਪ੍ਰੈਜ਼ੀਡੈਂਟ ਆ ਉਹ 2 ਵਾਰ ਹੀ ਸਿਰਫ ਪ੍ਰੈਜ਼ੀਡੈਂਟ ਬਣ ਸਕਦਾ, ਉਸ ਤੋਂ ਵੱਧ ਵਾਰ ਉਹ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ, ਠੀਕ ਆ। ਆਪਣੇ ਜਿਹੜੇ 2 ਵਾਰ ਦੇ ਆਪਾਂ ਨੂੰ ਪਤਾ ਉੱਥੋਂ ਦਾ ਪ੍ਰੈਜ਼ੀਡੈਂਟ ਦਾ ਕਾਰਜਕਾਲ ਕਿੰਨਾ ਹੁੰਦਾ? 4 ਸਾਲ ਹੁੰਦਾ ਗਾ, ਠੀਕ ਆ। ਉਹ 2 ਵਾਰ ਬਣ ਸਕਦਾ, ਇਹਦੇ ਵਿੱਚ 8 ਆ ਜਾਂਦਾ। ਪਰ ਨਾਲ ਜੇ ਕਿਸੇ ਪ੍ਰਕਾਰ ਦੀ ਐਮਰਜੈਂਸੀ ਹੋ ਜਾਂਦੀ ਹੈਗੀ ਤਾਂ ਉਹਨੂੰ 2 ਸਾਲ ਦਾ ਜਿਹੜਾ ਐਕਸਟਰਾ ਟਾਈਮ ਦਿੱਤਾ ਜਾਵੇਗਾ। ਇੱਕ ਜਿਹੜਾ ਪ੍ਰੈਜ਼ੀਡੈਂਟ ਆ ਉਹ ਵੱਧ ਤੋਂ ਵੱਧ ਜਿਹੜਾ 10 ਸਾਲ ਦਾ ਉੱਥੇ ਵਰਕ ਕਰ ਸਕਦਾ। 10 ਸਾਲਾਂ ਤੋਂ ਵੱਧ ਉੱਥੇ ਕੋਈ ਵੀ ਵਰਕ ਆ ਜਿਹੜਾ ਪ੍ਰੈਜ਼ੀਡੈਂਟ ਨਹੀਂ ਕਰ ਸਕਦਾ। ਧਿਆਨ ਰੱਖਣਾ, 2 ਸਾਲ ਦੀ ਛੂਟ ਵੀ ਲਿਖੀ ਗਈ ਹੈਗੀ ਜੇ ਕਿਸੇ ਕਾਰਨ ਕੋਈ ਐਮਰਜੈਂਸੀ ਹੋ ਜਾਂਦੀ ਹੈਗੀ ਉੱਥੇ, ਠੀਕ ਹੈ। ਤਾਂ ਉੱਥੇ ਜਿਹੜੇ 2 ਸਾਲ ਦੀ ਛੂਟ ਆ ਜਿਹੜਾ ਉਹ ਅਲੱਗ ਤੋਂ ਮਿਲਦੀ ਹੈਗੀ ਪ੍ਰੈਜ਼ੀਡੈਂਟ ਨੂੰ। ਵੈਸੇ ਤਾਂ ਉਹਦਾ ਸਮਾਂ ਆਪਾਂ ਨੂੰ ਪਤਾ ਵੀ 4 ਸਾਲ, 2 ਵਾਰੀ ਕਿਹਾ ਹੈਗਾ 4 ਕਰਕੇ ਆਪਾਂ 8 ਸਾਲ ਹੁੰਦਾ, ਪਰ 2 ਸਾਲ ਜਿਹੜੇ ਉਹਨੂੰ ਐਕਸਟਰਾ ਦਿੱਤੇ ਗਏ ਨੇ। ਜੇ ਪੁੱਛ ਲਏ ਵੀ ਇੱਕ ਪ੍ਰੈਜ਼ੀਡੈਂਟ ਵੱਧ ਤੋਂ ਵੱਧ ਕਿੰਨਾ ਚਿਰ ਕੰਮ ਕਰ ਸਕਦਾ ਗਾ ਉੱਥੇ, ਤਾਂ ਉਹ 10 ਸਾਲ ਵਰਕ ਕਰ ਸਕਦਾ। 10 ਸਾਲ ਜਿਹੜਾ ਆਪਣੀ ਡਿਊਟੀ ਨਿਭਾ ਸਕਦਾ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਣਾ, ਇੰਪੋਰਟੈਂਟ ਆ, ਧਿਆਨ ਰੱਖ ਲੈਣਾ, ਠੀਕ ਹੈ ਜੀ। 26 ਨੰਬਰ ਦੀ ਜਿਹੜੀ ਸੋਧ ਹੋਈ ਸੀ ਇਹਦੇ ਵਿੱਚ ਕੀ ਕਿਹਾ ਸੀ? 18 ਸਾਲ ਤੋਂ ਉੱਪਰ ਦਾ ਜਿਹੜਾ ਕੋਈ ਵੀ ਕੈਂਡੀਡੇਟ ਆ ਉਹ ਵੋਟ ਪਾਉਣ ਦਾ ਉਹਨੂੰ ਅਧਿਕਾਰ ਹੈ, ਠੀਕ ਹੈ। ਇਹ 26 ਨੰਬਰ ਦੇ ਵੀ ਯਾਦ ਰੱਖ ਲੈਣਾ ਵੀ ਉੱਥੇ ਕਿੰਨੇ ਸਾਲ ਏਜ ਜਿਹੜਾ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ 18 ਸਾਲ ਨੂੰ ਦਿੱਤਾ ਗਿਆ ਸੀਗਾ। ਅਤੇ ਭਾਰਤ ਵਿੱਚ ਕਿੰਨੇ ਨੂੰ ਦਿੱਤਾ ਗਿਆ ਸੀ? ਮੂਲ ਸੰਵਿਧਾਨ ਵਿੱਚ 21 ਸਾਲ ਦੇ ਨੂੰ, ਠੀਕ ਹੈ। ਅਤੇ ਉੱਥੇ 18 ਸਾਲ ਦੇ ਨੂੰ ਦੇ ਦਿੱਤਾ ਗਿਆ ਸੀ ਸਟਾਰਟਿੰਗ ਵਿੱਚ ਹੀ। ਇਹ 26 ਨੰਬਰ ਦੀ ਜਿਹੜੀ ਅਮੈਂਡਮੈਂਟ ਹੋਈ ਸੀ 1971 ਵਿੱਚ ਹੋਈ ਸੀ,
ठीक है। मैं तुहानूं लिख के दस दिंदी जे तुहानूं उत्थों पता नहीं लग रहा क्योंकि थोड़ा ब्लर चल रहा है ये इन्नी ज़्यादा। चलो देखते हैं। हाँ एक ये 12 नंबर की याद कर लेना जी। 12 नंबर अमेंडमेंट है ये प्रोसैस लिखा गया इलैक्ट भी किस तरीके नाल चोण होगी प्रैजीडेंट ते वाइस प्रैजीडेंट की। ठीक है। प्रैजीडेंट ते वाइस प्रैजीडेंट की चोण की किहड़ी प्रक्रिया अपनाई जाएगी उहदा जिहड़ा प्रोसैस आ उन्होंने चोण करन दा उहदे बारे 12 नंबर की जिहड़ी अमेंडमेंट आ उहदे विच कहा गया गा। ते 20 नंबर की अमेंडमेंट उहदे विच की गया ते प्रैजीडेंट जिहड़ा वाइस प्रैजीडेंट का टाइम वो 20 जनवरी तो स्टार्ट होवेगा ते 3 जनवरी नूं जिहड़ा उहदा एंड हो जाएगा। कोई भी प्रैजीडेंट आ जां फिर वाइस प्रैजीडेंट आ वो अपना जिहड़ा कार्यकाल कदों तो निभाना शुरू करेगा ये 20 जनवरी तो निभाना शुरू करेगा तो 3 जनवरी नूं अपना जिहड़ा वो एंड हो जाएगा। ठीक है। चलो होर इन्ना कुछ खास इंपोर्टेंट नहीं है आप अगे चलते हैं। हाँ जी हुण आपां मेन संविधान ते आ गए। ज़्यादा चीज़ां अपने करदियां इंपोर्टेंट अपने 7 आर्टिकल कर ले संविधान दे। ठीक है। 27 अमेंडमेंट आती उन्होंने मेन अमेंडमेंट भी अपने निपटाती। इस तो बाद आप देख लिया हुण अमेरिकन जिहड़े फेडरल सिस्टम आ वो किस तरीके नाल हैगा। ठीक है। उहदे मेन ने जिहड़े 3 पार्ट ने फर्स्ट हैगा लैजिसलेटिव आर्टिकल 1 विच आउंदा एग्जीक्यूटिव आर्टिकल 2 विच आउंदा ते जुडिशरी सुप्रीम कोर्ट आर्टिकल 3 विच आउंदा। ठीक है। फस्ट विच हुण की कुछ आउंदा गा इहदे विच कांग्रेस आ जांदी है ते सनेट आ जाती हैगी ते इन्हां दे जिहड़े हैड ऑफिस ने वो कित्थे ने वो वाशिंगटन च ने। याद रख लेना हैड ऑफिस भी बारे पूछ सकते हैं उन्होंने हैड ऑफिस कित्थे ने वाशिंगटन विच ने गे। एग्जीक्यूटिव विच कौन ने मेन प्रैजीडेंट ते वाइस प्रैजीडेंट आई गैस मैं तुहानूं पिछे जिहड़ा प्रधानमंत्री भी कहगी PM भी कहगी पर उत्थे आपां नूं पता है प्रैजीडेंशियल जिहड़ी गवर्नमेंट चलदी है उत्थे PM का कोई रोल नहीं है। ठीक है। उत्थों ठीक कर लेना वो गलती ना लिखा गया उत्थे जिहड़ा PM लिखा गया स्टार्टिंग पेज से आई गैस जिथे मैं तुहानूं जिहड़े आर्टिकल दस रही थी भी की कुछ आऊगा ये याद कर लेना। हाँ जी हुण इन्हां दा हैड ऑफिस कित्थे ने प्रैजीडेंट ते वाइस प्रैजीडेंट दे इन्हां दे हैगे ने वाइट हाउस। ठीक है। कांग्रेस ते सनेट दा हैगे ने वाशिंगटन DC विच ते प्रैजीडेंट ते वाइस प्रैजीडेंट दे हैगे ने वाइट हाउस विच ते 3rd नंबर ते गई जांदी उत्थों दी सुप्रीम कोर्ट। चलो नैक्सट चलदे। ਵੱਖ-ਵੱਖ राज ने जिहड़े यूरोप तो अपनी रक्षा कर सकन। ठीक है। ये काहदे लई बनाया गया सी वो इकट्ठे होए सीगे जिहड़े स्टेट एक संविधान बनाया सीगा वो यूरोप तो अपनी रक्षा दे लई जिहड़े इकट्ठे होए सीगे ताकि वो जिहड़े इकट्ठे रल के अपनी रक्षा कर सकन अपने नागरिकों की रक्षा कर सकन ते अपना जिहड़ा डिवेलप कर सकन। राज मिल के काम करनगे तो विकास आ जिहड़ा होर तेज़ हो जाएगा। उन्हां दी सोच थी भी जे रल के काम करांगे तो आपां जिहड़ा विकास नाल अपने जिहड़ा कंट्री नां उहनूं उच्चे लैवल ते लैके जा सकते हैं। उत्थों दी गौरमेंट के जिहड़े रूप दी सीगी संघी रूप दी स्वीकार कीती सी उहने सीमा ते पानी दी वंड नूं आसानी नाल जिहड़ा सुलझा सकदी है। ठीक है। राज आ जिहड़ा संघ विच शामिल हो के वक्खरी होंद रख सकते हैं। उत्थे की कहा सी राजां नूं भी तुसीं साडे नाल आपां रल मिल के एक कंट्री बनाउने आंगे पर जिहड़ा तुसीं अपनी एक सुतंत्र होंदा हर एक राज रख सकदा गा। ठीक है। उन्होंने अपना एक अलग तो संविधान होऊगा उन्होंने जिहड़ा नागरिकां नूं अपने वल्लों जिन्ना चाहे छूट दे सकते नेगे उन्हां विच जिहड़ा सेंटर वल्लों कोई भी दबाव नहीं पाया जाएगा। इस तो इलावा गा संसार का पहला संघात्मक देश जे पुछ लिया जाए कौन है तो वो USA। ठीक है। संसदी किहड़ा सीगा फस्ट जिहड़ा संसदी हैगा वो UK हैगा ते जे फस्ट जिहड़ा संघात्मक देश पुछ लिया जाए तो वो USA हैगा। चलो नैक्सट चलते। जो 1787 विच देश बनया दी इहदे विच कुल किन्ने स्टेट थे 13 स्टेट से उस समय इहदे विच मूल संविधान विच किन्ने स्टेटां ने पार्टिसिपेट कीता सी 13 ने कीता सी ते हुण इहदे विच किन्ने स्टेट ने 50 स्टेट ने ये भी याद रख लेना। ठीक है। जा सकदा वध तो वध क्वेश्चन मेरे हिसाब नाल इस तो आऊगा 13 बारे क्योंकि बच्चे जिहड़े करंट चीज़ां पढ़ जांदे ने ते जिहड़े पिछले चीज़ां ते इन्ने ध्यान नहीं दिंदे हैगे। ध्यान रखना स्टार्टिंग विच 13 स्टेट ते हुण किन्ने नेगे वध के 50 स्टेट हो गए नेगे। ये कुछ स्टेट ने जिहड़े कदों इहदे विच जिहड़ा ज्वाइनिंग कीती सी संविधान विच ये याद रख लेना। कनैक्टिकट 1788 विच इन्हां ने एंट्री लई सीगी USA के संविधान विच। डेलवेयर ये तुसीं स्क्रीनशॉट मार लेना मैं पढ़ावांगी नहीं फिर वीडियो अपनी ज़्यादा लंबी चली जाएगी। ठीक है। मैं साफ कर देना जिन्हें स्क्रीनशॉट लेना
1 मिनट दी दूँगी। चलो स्टार्ट करते हैं जी अगे। हाँ जी, अगे आप देखिए कॉमनवैल्थ ऑफ प्यूर्टो राइको। प्यूर्टो राइको नाल एक USA ते स्पेन की संधि हुई सी, जिहनूं USA विच मिला लिया गया सीगा स्पेन नाल संधि करके। किनूं? कॉमनवैल्थ ऑफ प्यूर्टो राइको नूं। ठीक है, याद रखना प्यूर्टो राइको नूं जिहड़ा किहदे नाल संधि करके मिलाया गया सी? स्पेन नाल 1898 विच। नैक्सट है वर्जिन आयरलैंड। वर्जिन आयरलैंड है जिहड़ा ये डेनमार्क तो खरीदिया गया सी, ये भी याद रख लेना 1917 विच। इनू खरीद के फिर इन्हूं अपने विच मिला लिया गया सीगा USA ने। ठीक है, पूछ सकते हैं वर्जिन आयरलैंड USA ने किस तो खरीदिया थी? ये डेनमार्क तो खरीदिया सी। नैक्सट है जी डिस्ट्रिक्ट ऑफ कोलंबिया। ये है सी मैरीलैंड राजधानी लिए दिता गया सी, मैरीलैंड वालों दिता गया सी राजधानी बनाने लिए। ठीक है, डिस्ट्रिक्ट ऑफ कोलंबिया गया ये मैरीलैंड वालों राजधानी बनाने लिए दिता गया सी। 1800 विच इत्थे कांग्रेस का जिहड़ा पहला सम्मेलन होया सीगा, पर एक सम्मेलन जिहड़ा कोई खास सिरे नहीं चढ़ सकिया। ठीक है, इत्थे 1801 विच जिहड़ी संघी सरकार का एक दफ्तर बनाया गया सीगा कांग्रेस विच प्रतिनिध प्राप्त करने लिए, पर उत्थे जिहड़ी कोई प्रतिनिधता प्राप्त नहीं हुई। इसलिए जिहड़ा 1863 विच एक सोध की गई सी, जिन्होंने कहते हैं 23वें नंबर की सोध। ठीक है, याद रख लेना 1963 विच 23वें नंबर की एक सोध की गई सी कि वह जिहड़ा अपने वालों 3 मैंबर ने जिहड़े डिस्ट्रिक्ट ऑफ कोलंबिया प्रेजिडेंट के चोण विच वो पार्टिसिपेट करनगे। ये मोस्ट इंपोर्टेंट जानकारी आ, ये ध्यान रखना। डिस्ट्रिक्ट ऑफ कोलंबिया के किन्ने मैंबर ने जिहड़े पार्टिसिपेट करते हैं प्रेजिडेंट की चोण विच? तो ये 3 मैंबर करते हैं। ये किहड़ी सोध राहीं कहा गया सीगा? 23वें नंबर की सोध राहीं कहा गया सी। ठीक है, ध्यान देना। तो यह सोध कदों हुई सी? 23वें नंबर की सोध 1963 विच हुई सी। ठीक है, मैं एक बार तुहानूं फिर भी साफ साफ दस दिंदी हां। 1963 विच एक 23वें नंबर की सोध हुई सीगी। इहदे विच कहा गया सी कि डिस्ट्रिक्ट ऑफ कोलंबिया जिहड़ा उहदे विच प्रेजिडेंट दे जिहड़ी चोण होगी उहदे विच 3 मैंबर लाए जाणगे। ठीक है, ये इंपोर्टेंट है। कुल मैंबर पुछ लैण प्रेजिडेंट की चोण विच किन्ने हुंदे ने? आपां नूं पता भी सनेट दे 100 ते जिहड़ा कांग्रेस दे हुंदे ने कि हेठले सदन 300 435 प्लस 3 ने जिहड़े डिस्ट्रिक्ट ऑफ कोलंबिया। ठीक है, ये पार्टिसिपेट करनगे। इन्हां वालों एक समिति बनाई जाती है, समिति अगे चल के जिहड़ा चोण करती हैगी। हाँ जी, अगे आपां देखदे हां जी सुतंत्र न्यायपालिका। ये संविधान की राखी करती है तो संविधान की जिहड़ी व्याख्या करती हैगी। संघी सरकार की राज्यां प्रति जिम्मेवारी। ठीक है, संघी सरकार है उहदी राज्यां प्रति कुछ जिम्मेवारी हुंदी है। देखदे आपां कि कुछ इहदी जिम्मेवारी विच फर्स्ट हैगा जी राज्यां की भूगोलिक अखंडता नूं बना के रखना। राज्यां नूं छोटे छोटे टुकड़िਆਂ विच नहीं वंडिया गया सी। ठीक है, जिहड़ा राज सी वो जिवें उहदे विच एंट्री करना चाहुंदा सी उहदे विच किसी प्रकार की जिहड़ी बाउंडरी च कुछ वधाया घटाया नहीं गया सी, उहनूं उस तरीके नाल लै लिया गया सी। राज्यां की मंजूरी जरूरी है। जे किसी प्रकार की भी किसी स्टेट नाल कोई छेड़छाड़ हुंदी है, मतलब कि किसी स्टेट चों कुछ भाग कट के दूजे स्टेट नूं देना जां किसी स्टेट का नाम चेंज कर दो, उहदी बाउंडरी च चेंज करनी है, तो उन्हां सब दे लई जिहड़ा उत्थों का जिहड़ा कॉन्स्टिट्यूशन हैगा गौरमेंट हैगा उहनूं स्टेट की मंजूरी जरूरी है। ठीक है, जे स्टेट मंजूरी देगा भी हाँ साडे नाल तुसीं ये करना गा भी साडा नाम चेंज करना जां साडी बाउंडरी चेंज करनी हैगी तां ओह कर सकदे गौरमेंट। जे स्टेट इहदे विच सहमत नहीं हैगा तां गौरमेंट उत्ते कुछ भी नहीं कर सकदी हैगी। ठीक है, चलो नैक्सट चलदे हां जी। राज्यां विच गणतंत्री सरकार यकीनी। ठीक है, अगली किहड़ी जिम्मेवारी है संघी सरकार की? जिहड़े राज ने उत्थे गणतंत्री सरकार नूं बना के रखना। 4 सेनेट्स एंड स्टेट्स रिलेशन। ये आर्टिकल नंबर किन्ने च? 4 विच है। ठीक है, 4 नंबर आर्टिकल विच की कहा गया सीगा भी जिहड़े सेंटर स्टेट हो रिलेशन बारे उहदे विच दस्सिया गया सीगा केंद्र की जिम्मेवारी है हर राज लई एक गणतंत्री प्रणाली नूं बना के रखना। ये पूछ सकते हैं क्वेश्चन भी किहड़े आर्टिकल विच लिखिया गया भी हर राज विच एक गणतंत्री प्रणाली होनी चाहिए है। आर्टिकल नंबर 4 विच आ जाऊगा। इहदी जिम्मेवारी किहदी इहनूं बना के रखण दी? वो हैगी केंद्र की जिम्मेवारी। ठीक है, ध्यान देना। नैक्सट हैगी जी विदेशी हमलिਆਂ तो गड़बड़। संघी सरकार जिम्मेवार इहदे प्रति। ठीक है, भी किसी प्रकार दे बाहर तो कोई
ਹਮਲਾ ਹੁੰਦਾ, ਵਿਦੇਸ਼ੀਆਂ ਵੱਲੋਂ ਕੋਈ ਗੜਬੜ ਕੀਤੀ ਜਾਂਦੀ ਹੈ ਤਾਂ ਉਹਦੇ ਲਈ ਸੰਘੀ ਸਰਕਾਰ ਉਹ ਜਵਾਬਦੇਹ ਹੈਗੀ, ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਕੰਟਰੋਲ ਕਰਨ ਦੀ। ਘਰੇਲੂ ਸਥਿਤੀ ਵਿੱਚ ਗਵਰਨਰ ਜਾਂ ਰਾਜ ਵਿਧਾਨ ਮੰਡਲ ਦੀ ਜ਼ਿੰਮੇਵਾਰੀ ਤੇ ਰਾਜ ਦੀ ਸਹਾਇਤਾ ਲਈ ਉਚਿਤ ਕਾਰਵਾਈ। ਠੀਕ ਹੈ, ਜੇ ਘਰੇਲੂ ਤੌਰ 'ਤੇ ਹੁੰਦੀ ਹੈ ਤਾਂ ਉੱਥੋਂ ਦੀ ਜਿਹੜੀ ਸਟੇਟਸ ਦੀ ਹੈਗੀ ਉਹਨਾਂ ਦੀ ਗੌਰਮੈਂਟ ਦੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ। ਜੇ ਸੈਂਟਰ ਲੈਵਲ 'ਤੇ ਕੋਈ ਗੜਬੜ ਹੁੰਦੀ ਹੈ ਤਾਂ ਉੱਥੋਂ ਦੀ ਸੰਘੀ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ। ਨੈਕਸਟ ਚੱਲਦਾ ਜੀ 1992 ਵਿੱਚ ਸੀ ਪ੍ਰੈਜ਼ੀਡੈਂਟ ਬੁਸ਼ ਵੱਲੋਂ ਵੱਖ ਵੱਖ ਸਟੇਟਾਂ ਵਿੱਚ ਰੰਗ ਭੇਦ ਖਤਮ ਕਰਨ ਦੇ ਲਈ ਜਿਹੜੀ ਫੋਰਸ ਭੇਜੀ ਗਈ ਸੀਗੀ। ਇਹ ਯਾਦ ਕਰ ਲੈਣਾ, ਰੰਗ ਭੇਦ ਬਾਰੇ ਆਪਾਂ ਨੂੰ ਪਤਾ ਬਹੁਤ ਡਿਸਪਿਊਟ ਚੱਲਦੇ ਨੇਗੇ। ਰੰਗ ਭੇਦ ਦੀ ਨੀਤੀ ਨੂੰ ਖਤਮ ਕਰਨ ਦੇ ਲਈ ਕਿਹੜੇ ਨੇ ਐਕਸ਼ਨ ਲਿੱਤਾ ਸੀ? ਜਾਰਜ ਬੁਸ਼ ਨੇ 1992 ਵਿੱਚ ਜਿਹੜੀ ਫੋਰਸ ਭੇਜੀ ਗਈ ਸੀ ਸਟੇਟਾਂ ਵਿੱਚ। ਠੀਕ ਹੈ, ਖਤਮ ਕਰਨ ਦੇ ਲਈ ਇਹਨੂੰ ਵੀ ਰੰਗ ਭੇਦ ਜਿਹੜਾ ਖਤਮ ਹੋਣਾ ਚਾਹੀਦਾ ਗਾ ਸਟੇਟਾਂ ਵਿੱਚੋਂ। ਸੰਘਾਤਮਕ ਪ੍ਰਣਾਲੀ ਵਿੱਚ ਕੇਂਦਰੀਕਰਨ ਦੀ ਪ੍ਰਵਿਰਤੀ 1787 ਵਿੱਚ ਰਾਜਾਂ ਦੀਆਂ ਸ਼ਕਤੀਆਂ ਵਧਾ ਦਿੱਤੀਆਂ ਸੀ। ਠੀਕ ਹੈ, ਆਪਾਂ ਨੂੰ ਪਤਾ ਵੀ ਜਿਹੜੀਆਂ ਜਾਂ ਸਟਾਰਟਿੰਗ ਵਿੱਚ ਤੇ ਰਾਜਾਂ ਨੂੰ ਬਹੁਤ ਜ਼ਿਆਦਾ ਛੂਟਸ ਦਿੱਤੀਆਂ ਗਈਆਂ ਤੀਆਂ, ਪਰ ਹੌਲੀ ਹੌਲੀ ਇਹਨਾਂ ਦੇ ਆਪਣੇ ਦੇਖਿਆ ਬੈਡ ਇਫੈਕਟ ਸਾਹਮਣੇ ਆਏ ਤਾਂ ਉਹਨਾਂ ਦੀ ਜਿਹੜੀ ਆਜ਼ਾਦੀ ਹੈਗੀ ਉਹਨਾਂ ਨੂੰ ਥੋੜ੍ਹਾ ਕੰਟਰੋਲ ਕੀਤਾ ਗਿਆ ਬਾਅਦ 'ਚ ਸੋਧਾਂ ਰਾਹੀਂ। ਹੈਮਿਲਟਨ ਨੇ ਕੀ ਕਿਹਾ ਜੀ, ਰਾਜ ਸਰਕਾਰਾਂ ਕੇਂਦਰ ਦੀ ਸੱਤਾ ਉੱਤੇ ਛਾ ਜਾਣਗੀਆਂ। ਠੀਕ ਹੈ, ਹੈਮਿਲਟਨ 'ਤੇ ਉਹਨੇ ਇੱਕ ਚਿੰਤਾ ਪ੍ਰਗਟਾਈ ਤੇ ਵੀ ਜਿਹੜੀ ਰਾਜਾਂ ਨੂੰ ਆਪਾਂ ਨੇ ਇੰਨੀ ਹੱਦ ਤੋਂ ਵੱਧ ਸ਼ਕਤੀਆਂ ਦੇ ਤਾਂ ਦਿੱਤੀਆਂ ਸੈਂਟਰ ਤੋਂ ਵੱਧ, ਕਿਤੇ ਐਵੇਂ ਨਾ ਹੋਵੇ ਜਿਹੜਾ ਉਹ ਕੇਂਦਰ 'ਤੇ ਹੀ ਭਾਰੂ ਪੈ ਜਾਣ। ਚਲੋ ਨੈਕਸਟ ਦੇਖਦੇ ਹਾਂ, ਅੱਗੇ ਹੈਗਾ ਜੀ ਗ੍ਰਹਿ ਯੁੱਧ। ਠੀਕ ਆ, ਉੱਥੇ 4-5 ਸਾਲ ਇੱਕ ਗ੍ਰਹਿ ਯੁੱਧ ਵੀ ਚੱਲਿਆ ਤੇ ਇਹਦਾ ਟਾਈਮ ਪੀਰੀਅਡ ਪੁੱਛ ਸਕਦੇ ਨੇ ਆਪਾਂ ਨੂੰ ਵੀ ਗ੍ਰਹਿ ਯੁੱਧ ਕਿੰਨੇ ਤੋਂ ਕਿੰਨੇ ਤੱਕ ਚੱਲਿਆ ਸੀ। ਇਹ ਹੈਗਾ ਜੀ 1861 ਤੇ 1865 ਤੱਕ USA ਵਿੱਚ ਇੱਕ ਗ੍ਰਹਿ ਯੁੱਧ ਚੱਲਿਆ ਸੀ। ਇਹ ਲੋਕਾਂ ਵੱਲੋਂ ਜਿਹੜਾ ਗੌਰਮੈਂਟ ਦੇ ਖਿਲਾਫ ਲਿਆਂਦਾ ਗਿਆ ਸੀ। ਪਹਿਲਾ ਰਾਜ ਸੰਘ ਤੋਂ ਅਲੱਗ ਹੋ ਸਕਦੇ ਸਨ। ਠੀਕ ਹੈ, ਇਹਦੇ ਵਿੱਚ ਗ੍ਰਹਿ ਯੁੱਧ ਤੋਂ ਪਹਿਲਾਂ ਕੀ ਸੀ, ਜਿਹੜਾ ਕੋਈ ਵੀ ਰਾਜ ਆਪਣੀ ਮਰਜ਼ੀ ਨਾਲ ਇਹ ਤੋਂ ਅਲੱਗ ਹੋ ਸਕਦਾ ਸੀ, ਉਹਨੂੰ ਗੌਰਮੈਂਟ ਵੱਲੋਂ ਕੰਟਰੋਲ ਨਹੀਂ ਕੀਤਾ ਜਾ ਸਕਦਾ ਤੇ ਉਹਨੂੰ ਮਨਾ ਨਹੀਂ ਕਰ ਸਕਦੀ ਤੀ ਗੌਰਮੈਂਟ ਜੇ ਉਹ ਅਲੱਗ ਹੋਣਾ ਚਾਹੁੰਦਾ। ਤੇ ਪਰ ਸਿਵਲ ਵਾਰ ਤੋਂ ਬਾਅਦ ਆ ਜਿਹੜਾ ਸਥਾਈ ਰੂਪ ਦਾ ਫੈਸਲਾ ਕਰ ਦਿੱਤਾ ਗਿਆ ਤੇ ਜਿਹੜੀ USA ਦੀ ਗੌਰਮੈਂਟ ਆ, ਸੰਘੀ ਸਰਕਾਰ ਆ, ਉਹਨੇ ਕੀ ਕਿਹਾ ਸੀ ਕਿ ਜਿਹੜੇ ਹੁਣ ਸੰਘ ਨੇ ਇਹ ਸਥਾਈ ਹੋ ਜਾਣਗੇ। ਠੀਕ ਹੈ, ਉਹਨੂੰ ਸਥਾਈ ਬਣਾ ਦਿੱਤਾ ਗਿਆ ਤੇ ਵੀਰੇ ਰਾਜ ਆਪਣੀ ਮਰਜ਼ੀ ਨਾਲ ਇਹਨੂੰ ਛੱਡ ਨਹੀਂ ਸਕਦੇ USA ਨੂੰ। ਯਾਦ ਰੱਖ ਲੈਣਾ ਜੀ ਕਿ ਇਹਦਾ ਪ੍ਰਭਾਵ ਪਿਆ ਸੀ ਸਿਵਲ ਵਾਰ ਦਾ। ਸਿਵਲ ਵਾਰ ਤੋਂ ਪਹਿਲਾਂ ਕੀ ਹੁੰਦਾ ਸੀ, ਜਿਹੜਾ ਕੋਈ ਵੀ ਸਟੇਟ ਹੈਗਾ ਉਹ US ਨੂੰ ਛੱਡ ਕੇ ਜਾ ਸਕਦਾ ਸੀ ਆਪਣੀ ਮਰਜ਼ੀ ਨਾਲ, ਪਰ ਇਸ ਤੋਂ ਬਾਅਦ ਜਿਹੜਾ ਸੰਘੀ ਸੰਵਿਧਾਨ ਵਿੱਚ ਇੱਕ ਜਿਹੜਾ ਸਥਾਈਤਾ ਲੈ ਕੇ ਆਉਣ ਦੀ ਕਿਹਾ ਗਿਆ ਸੀ, ਇੱਕ ਰੂਲ ਬਣਾ ਦਿੱਤਾ ਗਿਆ ਸੀ ਅਤੇ ਕਾਨੂੰਨ ਬਣਾਇਆ ਗਿਆ ਸੀਗਾ ਕਿ ਹੁਣ ਕੋਈ ਵੀ ਰਾਜ ਆ ਜਿਹੜਾ ਆਪਣੀ ਖੁਦ ਦੀ ਇੱਛਾ ਨਾਲ ਆ ਜਿਹੜਾ ਇਹ USA ਤੋਂ ਅਲੱਗ ਨਹੀਂ ਹੋ ਸਕਦਾ ਹੈਗਾ। ਇਹ ਇੱਕ ਉੱਥੋਂ ਦਾ ਮੇਨ ਪ੍ਰਭਾਵ ਪਿਆ ਸੀ ਜਿਹੜਾ ਸਿਵਲ ਵਾਰ ਦਾ। ਨੈਕਸਟ ਚੱਲਦਾ ਜੀ ਸੰਵਿਧਾਨਕ ਸੋਧਾਂ। 27 ਤਾਂ ਆਪਾਂ ਨੂੰ ਪਤਾ ਵੀ ਹੋਈਆਂ ਨੇ ਹੁਣ ਤੱਕ, ਜਿਹੜੀਆਂ 6 ਨੇ ਉਹ ਪ੍ਰੋਸੈਸ ਵਿੱਚ ਚੱਲ ਰਹੀਆਂ ਨੇ ਐਟ ਪ੍ਰੈਜੈਂਟ। ਧਿਆਨ ਰੱਖਣਾ 27 ਸੋਧਾਂ ਹੋ ਚੁੱਕੀਆਂ ਨੇਗੀਆਂ ਹੁਣ ਤੱਕ। ਉਸ ਤੋਂ ਇਲਾਵਾ ਜਿਹੜੇ ਸੇਜ ਦਾ ਜਿਹੜਾ ਹੁਣ ਪ੍ਰੋਸੈਸ ਚੱਲ ਰਿਹਾ ਹੈਗਾ, ਕਾਰਵਾਈ ਜਿਹੜੀ ਚੱਲ ਰਹੀ ਹੈਗੀ, ਜੇ ਵੀ ਕੰਪਲੀਟ ਹੋ ਜਾਂਦੀ ਹੈ ਤਾਂ ਕਿੰਨੇ ਹੋ ਜਾਣਗੇ ਉੱਥੇ ਦੀਆਂ ਜਿਹੜੀਆਂ ਮੁੱਖ ਸੋਧਾਂ ਨੇਗੀਆਂ 27 + 6 ਇਹ 33 ਨੇ ਜਿਹੜੀਆਂ ਸੈਂਟਰ ਦੀ ਜ਼ਿੰਮੇਵਾਰੀ ਨਾਲ ਇਹ ਸੋਧਾਂ ਜਿਹੜੀਆਂ ਹੋ ਜਾਣਗੀਆਂ। ਠੀਕ ਹੈ, ਜੇ ਪੁੱਛ ਲੈਣ ਵੀ ਕਿੰਨੀਆਂ ਸੋਧਾਂ ਪ੍ਰੋਸੈਸ ਵਿੱਚ ਚੱਲ ਰਹੀਆਂ ਨੇ ਤਾਂ ਆਨਸਰ ਹੋਊਗਾ 6 ਨੇ ਜਿਹੜੇ ਉੱਥੇ ਪ੍ਰੋਸੈਸ ਚੱਲ ਰਿਹਾ ਇਸ ਸਮੇਂ। ਕਾਂਗਰਸ ਦੁਆਰਾ ਪਾਸ ਕਾਨੂੰਨ, ਇਹਦੀ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ? ਇਹ ਸੰਘ ਦੀ। ਨੈਕਸਟ ਚੱਲਦੇ ਨਿਆਇਕ ਆਰਟੀਕਲ 1 ਜਿਹੜਾ ਉਹਦਾ ਅੱਗੇ ਸਬ ਪਾਰਟ ਆ ਉਹ 8 ਨੰਬਰ। ਇਹਦੇ ਵਿੱਚ ਕੀ ਕਿਹਾ ਗਿਆ ਹੈਗਾ ਆਰਟੀਕਲ 1 ਦੇ ਸਬ ਪਾਰਟ 8 ਵਿੱਚ, ਕਾਂਗਰਸ ਕੇਂਦਰ ਸਰਕਾਰ ਦੇ ਵਿਸ਼ੇ 'ਤੇ ਕਾਨੂੰਨ ਬਣਾ ਸਕਦੀ ਹੈ। ਠੀਕ ਹੈ, ਜਿਹੜੀ ਕਾਂਗਰਸ ਆ ਕੇਂਦਰ ਸਰਕਾਰ ਦਾ ਜੇ ਕੋਈ ਵਿਸ਼ਾ ਹੈਗਾ ਉਹਦੇ ਵੀ ਜਿਹੜਾ ਸ਼ਕਤੀ ਹੈਗੀ ਕਾਂਗਰਸ ਨੂੰ ਦਿੱਤੀ ਗਈ ਕਾਨੂੰਨ ਬਣਾਉਣ ਦੀ। ਨੈਕਸਟ ਹੈਗਾ ਜੀ ਸੰਘੀ ਰਾਜਾਂ ਨੂੰ ਸਹਾਇਤਾ। ਇਹਦੇ ਵਿੱਚ ਸਹਾਇਤਾ ਕਿਸ ਪ੍ਰਕਾਰ ਦੀ ਹੋਊਗੀ? ਗ੍ਰਾਂਟਾਂ ਦੇ ਰੂਪ ਵਿੱਚ, ਨੈਸ਼ਨਲ ਸਬਸਿਡੀ ਦੇ ਕਿਸੇ ਪ੍ਰਕਾਰ ਦੀ ਸਬਸਿਡੀ ਦੇਣੀ ਹੈ ਜਿਹੜੀ ਸਟੇਟਾਂ ਨੂੰ ਰਾਜਾਂ ਨੂੰ ਸੰਘ ਵੱਲੋਂ ਦਿੱਤੀ ਜਾਵੇਗੀ। ਗ੍ਰਾਂਟਾਂ ਦਿੱਤੀਆਂ ਜਾਂਦੀਆਂ ਨੇ ਸੈਂਟਰ ਵੱਲੋਂ ਸਟੇਟ ਨੂੰ। ਰਾਜਾਂ ਦੇ ਖਰਚਿਆਂ ਦਾ ਹਿਸਾਬ ਕਿਤਾਬ ਕਰਵਾ ਸਕਦੀ ਹੈਗੀ। ਠੀਕ ਆ, ਜਿਹੜੀ ਸੰਘੀ ਹੈਗੀ ਸੈਂਟਰ ਗੌਰਮੈਂਟ ਹੈਗਾ ਉਹ ਜਿਹੜੀ ਸਟੇਟ ਦੀਆਂ ਗੌਰਮੈਂਟਾਂ ਨੇ ਉਹਨਾਂ ਦਾ ਖਰਚਿਆਂ ਦਾ ਹਿਸਾਬ ਕਿਤਾਬ ਕਰਾ ਸਕਦੀ ਹੈ। ਯਾਤਾਯਾਤ ਦੇ ਜਿਹੜੇ ਤੇਜ਼ ਸਾਧਨਾਂ ਨੇ ਉਹਨਾਂ 'ਤੇ ਕੰਟਰੋਲ ਕਰ ਸਕਦੀ, ਉਹਨਾਂ ਨੂੰ ਇੱਕ ਸਪੀਡ ਲਿਮਿਟ ਕਰ ਸਕਦੀ ਹੈਗੀ। ਇਕਨੋਮਿਕਲ ਗਰੋਥ ਵੱਲ ਧਿਆਨ ਦੇ ਸਕਦੀ ਹੈ ਉਹਨਾਂ 'ਤੇ। ਠੀਕ ਹੀ, ਇਹ ਮੇਨ ਕੰਮ ਆ ਜਾਂਦੇ ਨੇ। ਉਸ ਤੋਂ ਇਲਾਵਾ ਜਿਹੜੀ ਰਾਜ ਸਰਕਾਰਾਂ ਦੀ ਹੋਂਦ ਆ ਉਹਦੇ ਬਾਰੇ ਦੇਖ ਲੈਂਦੇ। ਰਾਜਾਂ ਦੀ ਇਹਨਾਂ ਬਿਨਾਂ ਪਰਿਵਰਤਨ, ਜੇ ਰਾਜਾਂ ਦੀ ਮਨਜ਼ੂਰੀ ਹੈਗੀ ਤਾਂ ਜਿਹੜੀ ਸੈਂਟਰ ਉਹਨਾਂ ਵਿੱਚ ਪਰਿਵਰਤਨ ਕਰ ਸਕਦੀ ਹੈ ਅਤੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਜਿਹੜੀ ਪਰਿਵਰਤਨ ਨਹੀਂ ਕਰ ਸਕਦੀ ਹੈਗੀ। ਠੀਕ ਹੈ, ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹੈਗੇ।
ਨੈਕਸਟ ਹੈਗੇ ਜੇ ਕੋਈ ਅਮੈਂਡਮੈਂਟ ਕਰਨੀ ਵੀ ਹੈਗੀ ਤਾਂ ਉਹਦੇ ਲਈ ਬਹੁਤ ਔਖਾ ਪ੍ਰੋਸੈਸ ਹੈਗਾ ਅਮੈਂਡਮੈਂਟ ਦਾ। ਇਹ ਕੀ ਪ੍ਰੋਸੈਸ ਹੈ, ਉੱਥੇ 3/4 ਰਾਜਾਂ ਦੀ ਪ੍ਰਵਾਨਗੀ ਜ਼ਰੂਰੀ ਹੈ। ਠੀਕ ਹੈ, ਆਪਾਂ ਨੂੰ ਪਤਾ ਐਟ ਪ੍ਰੈਜੈਂਟ ਉੱਥੇ 50 ਨੇ, ਹੁਣ ਆਪਾਂ ਨੂੰ 50 ਦਾ ਦੇਖ ਲਓ 3/4 ਲਗਭਗ 75% ਆ ਜਿਹੜਾ ਉਹ ਹੋਣਾ ਜ਼ਰੂਰੀ ਹੈਗਾ। ਜੇ 75% ਉੱਥੇ 50 ਦਾ ਕਿੰਨਾ ਹੋਊਗਾ ਜੀ, ਲਗਭਗ ਜਿਹੜਾ 3/4 ਆ ਲੱਗਦਾ 40 ਦੇ ਲਗਭਗ ਆ ਜਾਏਗਾ ਇਹ। ਠੀਕ ਹੈ, ਦੇਖ ਲੈਣਾ ਤੁਸੀਂ 3/4 ਕਿੰਨਾ ਬਣਦਾ। ਉਹਦੇ ਆਧਾਰ ਨਾਲ ਜਿਹੜੀ ਸਟੇਟਾਂ ਦੀ ਜੇ ਪ੍ਰਵਾਨਗੀ ਮਿਲਦੀ ਹੈਗੀ ਉਸ ਤੋਂ ਬਾਅਦ ਆ ਜਿਹੜਾ 2/3 ਜਿਹੜਾ ਰਾਜ ਹੈ ਉਹਨੂੰ ਮਨਜ਼ੂਰੀ ਕਰਨ। ਠੀਕ ਹੈ, ਤਾਂ ਹੀ ਕੋਈ ਕਾਨੂੰਨ ਆ ਜਿਹੜਾ ਉਹ ਬਣ ਸਕਦਾ। ਉਸ ਤੋਂ ਬਾਅਦ ਜੇ ਮਨਜ਼ੂਰੀ ਨਹੀਂ ਮਿਲਦੀ ਹੈਗੀ ਜਿੰਨੀ ਚਾਹੀਦੀ ਉੱਥੇ, ਤਾਂ ਫਿਰ ਉਹ ਗੌਰਮੈਂਟ ਕਿਸੇ ਪ੍ਰਕਾਰ ਦੀ ਇੰਪੀਚਮੈਂਟ ਉੱਥੇ ਜਿਹੜਾ ਨਹੀਂ ਕਰ ਸਕਦੀ, ਕੋਈ ਵੀ ਜਿਹੜਾ ਰੂਲ ਆ ਨਵੀਂ ਬਣਾ ਸਕਦੀ ਹੈਗੀ। ਬਾਕੀ ਅਧਿਕਾਰ ਰਾਜਾਂ ਕੋਲ ਰਹਿੰਦੇ ਹਨ। ਰਾਜਾਂ ਦਾ ਆਪਣਾ ਇੱਕ ਵੱਖਰਾ ਸੰਵਿਧਾਨ ਹੁੰਦਾ ਹੈ। ਠੀਕ ਹੈ, ਇਹ ਵੀ ਧਿਆਨ ਰੱਖਣਾ ਜੀ। ਜਿਹੜੀ ਉੱਥੋਂ ਦੀ ਗੌਰਮੈਂਟ ਆ ਉਹ ਸਪਰੇਸ਼ਨ ਦੇ ਆਧਾਰ 'ਤੇ ਵਰਕ ਕਰਦੀ ਹੈਗੀ। ਠੀਕ ਹੈ, ਇਹਨੂੰ ਕੀ ਕਹਿ ਦਿੰਦਾ, ਸਪਰੇਸ਼ਨ ਆਫ ਪਾਵਰ। ਇਹ ਵੀ ਮੋਸਟ ਜ਼ਿਆਦਾ ਇੰਪੋਰਟੈਂਟ ਆ ਜੀ। ਜੇ ਪੁੱਛ ਲੈਣ ਵੀ ਗੌਰਮੈਂਟ ਦੇ ਕੰਮ ਕਰਨ ਦਾ ਤਰੀਕਾ ਕੀ ਆ, ਉਹ ਸਪਰੇਸ਼ਨ ਦੇ ਆਧਾਰ 'ਤੇ ਕੰਮ ਕਰਦੀ ਹੈਗੀ। ਸ਼ਕਤੀਆਂ ਦਾ ਉੱਥੇ ਵੰਡ ਕੀਤੀ ਗਈ ਹੋਈ ਹੈਗੀ। ਠੀਕ ਹੈ, ਸਪਰੇਸ਼ਨ ਆਫ ਪਾਵਰ ਇਹ ਕਿੱਥੋਂ ਲੈ ਗਿਆ ਹੈਗਾ ਉਹਨਾਂ ਨੇ, ਇਹ ਮੋਂਟੈਸਕਿਊ ਤੋਂ ਲਿਆ ਗਿਆ ਹੈ। ਠੀਕ ਹੈ, ਮੋਂਟੈਸਕਿਊ ਦਾ ਵਰਕ ਆ, ਬਹੁਤ ਜ਼ਿਆਦਾ ਇੰਪੋਰਟੈਂਟ ਵਰਕ ਹੈ ਸਪਰੇਸ਼ਨ ਆਫ ਪਾਵਰ। ਅੱਗੇ ਹੈਗਾ ਜੀ ਰਾਸ਼ਟਰਪਤੀ ਸੰਸਾਰ ਦਾ ਮਹਾਨ ਸ਼ਾਸਕ ਹੈ। ਸੰਘੀ ਸਰਕਾਰ ਪਲੱਸ ਰਾਸ਼ਟਰ ਦੀ ਜਿਹੜਾ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਦੀ ਚੋਣ ਕਿਵੇਂ ਹੋਊਗੀ ਜੀ, 1789 ਤੋਂ ਪਹਿਲਾਂ ਜਿਹੜੀ ਪ੍ਰੈਜ਼ੀਡੈਂਟ ਦੀ ਚੋਣ ਦੀ ਉਹ ਕਮੇਟੀ ਦੁਆਰਾ ਇੱਕ ਮੁੱਖ ਕਾਰਜਪਾਲਿਕਾ ਜਿਹੜਾ ਉਸਦੇ ਦੁਆਰਾ ਕੀਤੀ ਜਾਂਦੀ ਸੀਗੀ। ਚੋਣ ਦੀ ਯੋਗਤਾ ਕੀ ਹੋਣੀ ਚਾਹੀਦੀ ਹੈ, ਇਹਦੇ ਵਿੱਚ ਆਪਾਂ ਨੂੰ ਪਤਾ ਜਿਹੜਾ ਪ੍ਰੈਜ਼ੀਡੈਂਟ ਨਾਲ ਸੰਬੰਧਿਤ ਆਰਟੀਕਲ ਉਹ 2 ਵਿੱਚ ਕਿਹਾ ਗਿਆ ਹੈਗਾ। ਇੱਕ ਕਾਰਜਪਾਲਿਕਾ ਹੋਵੇਗੀ, ਇਹਦੇ ਵਿੱਚ ਸਾਰੇ ਜਿਹੜੇ ਪ੍ਰੈਜ਼ੀਡੈਂਟ ਨਾਲ ਸੰਬੰਧਿਤ ਆਰਟੀਕਲ ਨੇ ਉਹ ਆਰਟੀਕਲ 2 ਵਿੱਚ ਆ ਜਾਣਗੇ, ਅੱਗੇ ਬਸ ਉਹਦੇ ਸਬ ਪਾਰਟ ਬਣ ਜਾਣਗੇ। ਠੀਕ ਹੈ, ਜਿਵੇਂ ਵੀਟੋ ਦਾ ਅਧਿਕਾਰ ਹੋ ਗਿਆ, ਉਹਦੇ ਅਧਿਆਦੇਸ਼ ਆਜ਼ਾਦੀ ਕਰਨ ਦੀ ਸ਼ਕਤੀ ਹੋ ਗਈ, ਸਾਰਾ ਕੁਛ ਦੇਖ ਲੈਂਦੇ। ਜੇ ਆਪਾਂ ਪ੍ਰੈਜ਼ੀਡੈਂਟ ਦੀ ਯੋਗਤਾ ਕੀ ਨਿਰਧਾਰਿਤ ਕੀਤੀ ਗਈ ਹੈਗੀ, ਪਹਿਲਾਂ ਤਾਂ ਇਹ ਆਰਟੀਕਲ ਨੰਬਰ 2 ਵਿੱਚ ਹੈਗਾ ਉਹਦੀ ਯੋਗਤਾ ਸੰਬੰਧੀ। ਅਮਰੀਕਾ ਦਾ ਜਿਹੜਾ ਉਹ ਜਮਾਂਦਰੂ ਨਾਗਰਿਕ ਹੋਣਾ ਚਾਹੀਦਾ, ਸਭ ਤੋਂ ਜ਼ਿਆਦਾ ਇੰਪੋਰਟੈਂਟ। ਭਾਰਤ ਵਿੱਚ ਕੀ ਕਿਹਾ ਜਾਂਦਾ ਹੈਗਾ ਉਹ ਕਿ ਭਾਰਤ ਦਾ ਉਹ ਨਾਗਰਿਕ ਹੋਣਾ ਚਾਹੀਦਾ ਗਾ। ਨਾਗਰਿਕ ਕਿਵੇਂ ਕਿ ਉਹ ਵਿਦੇਸ਼ ਤੋਂ ਆ ਕੇ ਇੱਥੋਂ ਦੀ ਸਿਟੀਜ਼ਨਸ਼ਿਪ ਲੈ ਕੇ ਵੀ ਜਿਹੜਾ ਉਹ ਨਾਗਰਿਕ ਬਣ ਸਕਦਾ ਗਾ। ਠੀਕ ਹੈ, ਪਰ ਭਾਰਤ USA ਵਿੱਚ ਕੀ ਕਿਹਾ ਹੈਗਾ, ਉੱਥੇ ਜਿਹੜਾ ਚਾਹੇ ਕੋਈ ਕਿੰਨਾ ਮਰਜ਼ੀ ਚਿਰ ਰਹਿ ਜਾਵੇ ਵਿਦੇਸ਼ੀ, ਉੱਥੋਂ ਦਾ ਜਿਹੜਾ ਉਹ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ। ਸਿਰਫ ਜਿਹੜਾ ਉੱਥੇ ਜਨਮ ਹੈਗਾ ਉਹਦਾ ਜਮਾਂਦਰੂ ਨਾਗਰਿਕ ਆ, ਉਹੀ ਜਿਹੜਾ ਉੱਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਬਣ ਸਕਦਾ ਗਾ। ਉਸਦੀ ਉਮਰ 35 ਸਾਲ ਹੋਣੀ ਚਾਹੀਦੀ ਹੈਗੀ। ਘੱਟੋ ਘੱਟ 14 ਸਾਲ ਜਿਹੜਾ ਅਮਰੀਕਾ ਵਿੱਚ ਰਹਿ ਚੁੱਕਿਆ ਹੋਵੇ। ਠੀਕ ਹੈ, ਕਿੰਨੇ ਸਾਲ ਦੀ ਉਹਨਾਂ ਨੂੰ ਅਮਰੀਕਾ ਵਿੱਚ ਸਟੇ ਜ਼ਰੂਰੀ ਹੈਗੀ, 14 ਸਾਲ ਦੀ। ਪਰ 14 ਸਾਲ ਇਹ ਨਹੀਂ ਹੈਗਾ ਵੀ ਲਗਾਤਾਰ ਰਿਹਾ ਹੋਵੇ। ਠੀਕ ਹੈ, ਵਿੱਚ ਦੀ ਜੇ ਉਹ ਕਿਤੇ ਬਾਹਰ ਵੀ ਗਿਆ ਹੋਇਆ ਹੋਵੇ ਵੀ ਸਾਲ 2 ਸਾਲ ਲਾਇਆ ਫਿਰ ਆ ਕੇ ਰਹਿ ਗਿਆ, ਫਿਰ ਸਾਲ 2 ਸਾਲ ਲਾਇਆ ਫਿਰ ਆ ਕੇ ਰਹਿ ਗਿਆ, ਇਸ ਸਮੇਂ ਜਿਹੜਾ ਉਹ ਕੱਟ ਵੱਢ ਕੇ ਜਿਹੜਾ ਇੱਥੋਂ ਦਾ ਇਹ ਵਿਚਲਾ ਟਾਈਮ ਇਹਨੂੰ ਹਟਾ ਕੇ ਜਿਹੜਾ ਉਹ ਰਿਹਾ ਹੈਗਾ ਬਾਹਰੇ, ਇਹਨੂੰ ਛੱਡ ਕੇ ਉਹਦੇ 14 ਸਾਲ ਪੂਰੇ ਹੋਏ ਹੋਣੇ ਚਾਹੀਦੇ ਨੇ। 14 ਸਾਲ ਉਹ ਰਹਿ ਚੁੱਕਿਆ ਹੋਵੇ। ਕਈ ਵਾਰ ਪੁੱਛ ਲੈਂਦੇ ਨੇ ਪੇਪਰ 'ਚ, ਕਨਫਿਊਜ਼ਨ ਕਰਨ ਦਿੰਦੀ ਜੇ ਉਹ 14 ਸਾਲ ਤੋਂ ਵੀ ਵਿੱਚ 2 ਸਾਲ ਦੀ ਕਿਤੇ ਹੋਰ ਚਲਾ ਗਿਆ ਤਾਂ ਕਿ ਉਹ ਰਹਿ ਸਕਦਾ ਗਾ, ਪਰ ਨਾਗਰਿਕ ਉਹ ਪ੍ਰੈਜ਼ੀਡੈਂਟ ਲਈ ਚੋਣ ਲੜ ਸਕਦਾ। ਤਾਂ ਆਨਸਰ ਆਊਗਾ ਹਾਂ, ਬਸ ਟਾਈਮ ਜਿਹੜਾ ਪੂਰਾ 14 ਸਾਲ ਹੋਣਾ ਚਾਹੀਦਾ। ਜੇ ਵਿੱਚ ਉਹ ਕਿਤੇ ਬਾਹਰੇ ਵੀ ਜਾਂਦਾ ਤਾਂ ਉਹ ਬਾਹਰਲਾ ਟਾਈਮ ਕੱਟ ਕੇ 14 ਸਾਲ ਪੂਰੇ ਹੋਣੇ ਚਾਹੀਦੇ ਨੇਗੇ। ਠੀਕ ਹੈ, ਦੂਜੀਆਂ ਯੋਗਤਾਵਾਂ ਕੀ ਕੁਛ ਨਹੀਂ ਗਿਆ ਦੇਖ ਲੈਂਦੇ ਆਪਾਂ। ਵੱਡੇ ਅਤੇ ਆਬਾਦੀ ਵਾਲੇ ਨਿਵਾਸੀ ਹੋਣਾ ਚਾਹੀਦਾ, ਇੱਕ ਵੱਡੀ ਆਬਾਦੀ ਦਾ ਜਿਹੜਾ ਨਿਵਾਸੀ ਹੋਣਾ ਚਾਹੀਦਾ। ਵੀ ਈਸਾਈ ਧਰਮ ਵਿੱਚ ਉਹਦਾ ਵਿਸ਼ਵਾਸ ਹੋਣਾ ਚਾਹੀਦਾ। ਸਭ ਤੋਂ ਮੇਨ ਆ ਕਿ ਉਹ ਪ੍ਰੋਟੈਸਟ ਧਰਮ ਤੋਂ ਹੋਣਾ ਚਾਹੀਦਾ ਹੈਗਾ। ਉੱਚੇ ਅਹੁਦੇ 'ਤੇ ਪਹਿਲਾਂ ਰਹਿ ਚੁੱਕਿਆ ਹੋਵੇ। ਠੀਕ ਹੈ, ਇਹ ਉੱਥੇ ਜਿਹੜੇ ਮੇਨ ਹੋਰ ਯੋਗਤਾਵਾਂ ਨੇ ਵੈਸੇ ਸੰਵਿਧਾਨ ਵਿੱਚ ਲਿਖੀਆਂ ਨਹੀਂ, ਪ੍ਰਥਾਵਾਂ ਦੇ ਆਧਾਰ 'ਤੇ ਉੱਥੇ ਮੰਨਿਆ ਗਿਆ ਵੀ ਇਹ ਹੋਣਾ ਚਾਹੀਦਾ ਪ੍ਰੈਜ਼ੀਡੈਂਟ ਦੇ ਲਈ। ਈਸਾਈ ਧਰਮ ਵਿੱਚ ਉਹਦਾ ਵਿਸ਼ਵਾਸ ਹੋਣਾ ਚਾਹੀਦਾ ਹੈਗਾ। ਪ੍ਰੋਟੈਸਟ ਧਰਮ ਨੂੰ ਉਹ ਮੰਨਣ ਵਾਲਾ ਚਾਹੀਦਾ ਹੈਗਾ। ਉੱਚੇ ਅਹੁਦੇ 'ਤੇ ਉਹ ਪਹਿਲਾਂ ਰਹਿ ਚੁੱਕਿਆ ਹੋਵੇ। ਪੱਤਰਕਾਰ ਉੱਚੇ ਅਹੁਦਿਆਂ ਵਿੱਚ ਕਿਹੜੇ ਕੁਛ ਆ, ਜੇ ਕੋਈ ਪੱਤਰਕਾਰ ਹੋਵੇ ਜਾਂ ਕਿਸੇ ਰਾਜ ਦਾ ਉਹ ਗਵਰਨਰ ਰਹਿ ਚੁੱਕਿਆ ਹੋਵੇ, ਜੱਜ ਰਹਿ ਚੁੱਕਿਆ ਹੋਵੇ, ਵਿਦਵਾਨ ਹੋਵੇ ਚਾਹੀਦਾ, ਚਾਹੇ ਰਾਜਦਾਦ ਹੋਵੇ। ਠੀਕ ਹੈ, ਚਲੋ ਨੈਕਸਟ ਚੱਲਦੇ ਹਾਂ। ਹਾਂਜੀ, ਹੁਣ ਇਹਦੇ ਅਪਵਾਦ ਵੀ ਦੇਖ ਲੈਂਦੇ ਆਪਾਂ ਵੀ ਕਿਹਨਾਂ ਨੇ ਇਹ ਸਾਰਾ ਕੁਛ ਹੈ ਜਿਹੜਾ ਉੱਪਰੋਂ ਫੋਲੋ ਨਹੀਂ ਕੀਤਾ। ਰਿਪਬਲਿਕ ਪਾਰਟੀ ਦੇ ਜਿਹੜੇ ਡੋਨਾਲਡ ਟਰੰਪ ਸੀਗੇ ਉਹ ਕਿਸੇ ਵੀ ਉੱਚ ਅਹੁਦੇ 'ਤੇ ਨਹੀਂ ਰਹੇ ਸਨ। ਠੀਕ ਹੈ, ਆਪਾਂ ਨੂੰ ਪਤਾ ਉਹ USA ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ, ਪਰ ਆਪਣੇ ਪਦ 'ਤੇ ਰਹਿਣ ਤੋਂ ਪਹਿਲਾਂ ਉਹ ਕਿਸੇ ਪ੍ਰਕਾਰ ਦੇ ਜਿਹੜੇ ਉੱਚੇ ਅਹੁਦੇ 'ਤੇ ਨਹੀਂ ਹੈਗੇ। ਇਹ ਉੱਥੋਂ ਦੀ ਜਿਹੜੀ ਪ੍ਰਥਾ ਦਾ ਇੱਕ ਉਲੰਘਣ ਅਪਵਾਦ ਆ, ਇਹ ਧਿਆਨ ਰੱਖਣਾ। ਇਸ ਤੋਂ ਇਲਾਵਾ ਜਿਹੜੀ ਡੈਮੋਕ੍ਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਸੀ 2016 ਵਿੱਚ ਉਹ ਚੋਣ ਵਿੱਚ ਹਾਰ ਗਈ ਸੀ। ਉਹ ਵਿਦੇਸ਼ੀ ਮੰਤਰੀ ਸੀ।
ਠੀਕ ਆ। ਉਹ ਲੋਕਾਂ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰੀ ਸੀਗੀ, ਪਰ ਫਿਰ ਵੀ ਇਹ ਜਿਹੜਾ ਉਹਨੂੰ ਚੋਣਾਂ ਦਾ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਸੀ। ਠੀਕ ਹੈ, ਇਹ ਪ੍ਰਥਾਵਾਂ ਦੇ ਆਧਾਰ 'ਤੇ ਹੈਗਾ, ਇਸ ਲਈ ਇਹ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਗਾ। ਨੈਕਸਟ ਦੇਖ ਲੈਂਦੇ ਪ੍ਰੈਜ਼ੀਡੈਂਟ ਦਾ ਕਾਰਜਕਾਲ। ਇਹ 22ਵੇਂ ਨੰਬਰ ਦੀ ਸੋਧ ਕੀਤੀ ਗਈ ਸੀ, ਆਪਾਂ ਨੂੰ ਪਤਾ 1951 ਵਿੱਚ। ਠੀਕ ਹੈ, ਧਿਆਨ ਨਾਲ ਰੱਖ ਲੈਣਾ, ਮੋਸਟ ਇੰਪੋਰਟੈਂਟ ਹੈ। ਤਾਂ ਪ੍ਰੈਜ਼ੀਡੈਂਟ ਦਾ ਕਾਰਜਕਾਲ ਆ ਜਿਹੜਾ ਉਹ 4 ਸਾਲਾਂ ਦਾ ਕੀਤਾ ਗਿਆ ਸੀ। ਵੱਧ ਤੋਂ ਵੱਧ ਉਹ 2 ਵਾਰ ਆ ਜਿਹੜਾ ਆਪਣੇ ਪ੍ਰੈਜ਼ੀਡੈਂਟ ਦੇ ਅਹੁਦੇ 'ਤੇ ਰਹਿ ਸਕਦਾ ਗਾ। ਜਾਰਜ ਵਾਸ਼ਿੰਗਟਨ ਆ ਜਿਹੜਾ ਉੱਥੇ ਤੀਜੀ ਇਹ ਪ੍ਰਥਾ ਕਿਤੋਂ ਤੋਂ ਚੱਲੀ ਸੀ ਵੀ 2 ਵਾਰੀ ਰਹਿ ਸਕਦਾ, ਇਸ ਤੋਂ ਵੱਧ ਵਾਰੀ ਨਹੀਂ ਰਹਿ ਸਕਦਾ। ਇਹ ਜਾਰਜ ਵਾਸ਼ਿੰਗਟਨ ਤੋਂ ਪ੍ਰਥਾ ਚੱਲੀ ਸੀਗੀ। ਜਾਰਜ ਵਾਸ਼ਿੰਗਟਨ ਦੀ ਪਹਿਲਾਂ ਆਪਾਂ ਨੂੰ ਪਤਾ ਫਸਟ ਉੱਥੋਂ ਦਾ ਪ੍ਰੈਜ਼ੀਡੈਂਟ ਸੀ, ਉਹਨੂੰ 2 ਵਾਰ ਲਗਾਤਾਰ ਉਹ ਆਪਣੇ ਪ੍ਰੈਜ਼ੀਡੈਂਟ ਦੇ ਪਦ 'ਤੇ ਰਹਿੰਦਾ ਗਾ। ਜੇ ਉਹਨੂੰ ਤੀਜੀ ਵਾਰੀ ਫਿਰ ਚੁਣਨ ਲਈ ਕਹਿੰਦੇ ਨੇਗੇ ਤਾਂ ਉਹ ਜਿਹੜਾ ਅੱਗੇ ਆ ਮਨਾ ਕਰ ਦਿੰਦਾ ਵੀ ਮੈਂ ਤੀਜੀ ਵਾਰ ਇੱਥੇ ਵਰਕ ਆ ਜਿਹੜਾ ਆਪਣੀ ਪਦਵੀ 'ਤੇ ਨਹੀਂ ਕਰਾਂਗਾ। ਇਸ ਤੋਂ ਇਹ ਪ੍ਰਥਾ ਚੱਲ ਗਈ ਵੀ ਜਿਹੜਾ ਵੀ USA ਦਾ ਪ੍ਰੈਜ਼ੀਡੈਂਟ ਸਿਰਫ ਉਹ 2 ਵਾਰੀ ਰਹਿ ਸਕਦਾ ਗਾ, ਤੀਜੀ ਵਾਰੀ ਨਹੀਂ ਰਹਿ ਸਕਦਾ ਹੈਗਾ ਗਾ। ਨੈਕਸਟ ਚੱਲਦੇ ਜੀ ਆਪਾਂ ਰਾਸ਼ਟਰਪਤੀ ਦੇ ਅਹੁਦੇ ਉੱਤੇ ਜਿਹੜਾ ਉੱਤਰਾਧਿਕਾਰੀ ਦੇ ਨਿਯਮ ਨੇ। ਠੀਕ ਹੈ, ਖਾਲੀ ਜੇ ਪਦ ਖਾਲੀ ਹੋ ਜਾਂਦਾ ਹੈ ਤਾਂ ਉੱਥੋਂ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਉਹ ਪ੍ਰੈਜ਼ੀਡੈਂਟ ਬਣ ਜਾਂਦਾ ਗਾ। ਠੀਕ ਹੈ, ਇਹਦੇ ਵਿੱਚ ਇੰਪੋਰਟੈਂਟ ਕੀ ਹੈਗਾ, ਆਪਾਂ ਨੂੰ ਭਾਰਤ 'ਚ ਵੀ ਪਤਾ ਜੇ ਪ੍ਰੈਜ਼ੀਡੈਂਟ ਆ ਜਿਹੜਾ ਆਪਣਾ ਪਦ ਖਾਲੀ ਕਰ ਦਿੰਦਾ ਗਾ, ਬਿਮਾਰ ਹੋ ਜਾਂਦਾ, ਜਾਂ ਉਹਦੀ ਡੈਥ ਹੋ ਜਾਂਦੀ ਤਾਂ ਵਾਈਸ ਪ੍ਰੈਜ਼ੀਡੈਂਟ ਆ ਜਿਹੜਾ ਉਹ ਪ੍ਰੈਜ਼ੀਡੈਂਟ ਦੇ ਤੌਰ 'ਤੇ ਵਰਕ ਕਰਨ ਲੱਗ ਜਾਂਦਾ ਗਾ। ਪਰ ਭਾਰਤ ਵਿੱਚ ਇਹ ਵੱਧ ਤੋਂ ਵੱਧ 6 ਮਹੀਨੇ ਕੰਮ ਕਰ ਸਕਦਾ। ਪਰ ਜਿਹੜਾ USA ਵਿੱਚ ਇਹਦੇ ਵਿੱਚ ਡਿਫਰੈਂਸ ਕੀ ਆ, ਜਿਹੜਾ USA ਦਾ ਵਾਈਸ ਪ੍ਰੈਜ਼ੀਡੈਂਟ ਹੈਗਾ ਉਹ ਰਹਿੰਦਾ ਸਮਾਂ ਜਿਹੜਾ ਪ੍ਰੈਜ਼ੀਡੈਂਟ ਦਾ ਪਹਿਲੇ ਦਾ ਉਹਦੇ ਤੱਕ ਕੰਮ ਕਰੇਗਾ। ਠੀਕ ਹੈ, ਮੰਨ ਲਓ ਉੱਥੋਂ ਦਾ ਪ੍ਰੈਜ਼ੀਡੈਂਟ 1 ਸਾਲ ਹਜੇ ਤੱਕ ਆਪਣਾ ਵਰਕ ਕੀਤਾ ਸੀ, ਤਾਂ ਉਹਦੀ ਡੈਥ ਹੋ ਜਾਂਦੀ ਹੈਗੀ ਅਤੇ ਉਹਦੇ 3 ਸਾਲ ਹਜੇ ਪਏ ਨੇ ਵਿੱਚ। ਅਤੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਉਹ ਪ੍ਰੈਜ਼ੀਡੈਂਟ ਬਣੇਗਾ, ਉਹ 3 ਸਾਲਾਂ ਦੇ ਲਈ ਬਣੇਗਾ। ਉਸ ਨੂੰ ਜਿਹੜਾ 6 ਮਹੀਨੇ ਦਾ ਇੰਡੀਆ ਵਿੱਚ ਟਾਈਮ ਪੀਰੀਅਡ ਆ ਇਹ ਨਹੀਂ ਹੈਗਾ ਉੱਥੇ ਫੋਲੋ ਕੀਤਾ ਜਾਂਦਾ। ਠੀਕ ਹੈ, ਉੱਥੇ ਦਾ ਪ੍ਰੈਜ਼ੀਡੈਂਟ ਜੇ ਆਪਣੇ ਅਹੁਦੇ 'ਤੇ ਬੈਠਣ ਦੌਰਾਨ ਉਹਦੀ ਡੈਥ ਹੋ ਜਾਂਦੀ, ਬਿਮਾਰੀ ਕਿਸੇ ਕਾਰਨ ਜਿਹੜਾ ਜਾਂ ਅਸਤੀਫਾ ਦੇ ਦਿੰਦਾ, ਤਾਂ ਜਿਹੜਾ ਬਾਕੀ ਦਾ ਟਾਈਮ ਪੀਰੀਅਡ ਪਿਆ ਗਾ ਉਹਦੇ ਲਈ ਜਿਹੜਾ ਵਾਈਸ ਪ੍ਰੈਜ਼ੀਡੈਂਟ ਉੱਥੇ ਪ੍ਰੈਜ਼ੀਡੈਂਟ ਦੇ ਤੌਰ 'ਤੇ ਕੰਮ ਕਰਦਾ ਗਾ। ਇਹ ਡਿਫਰੈਂਸ ਜ਼ਰੂਰ ਧਿਆਨ ਰੱਖਣਾ। ਨੈਕਸਟ ਚੱਲ ਜਾਂਦੇ ਹਾਂ, ਜੇਕਰ ਦੋਵੇਂ ਨਾ ਹੋਣ, ਪ੍ਰੈਜ਼ੀਡੈਂਟ ਵੀ ਪਦ ਆਪਣਾ ਖਾਲੀ ਕਰ ਦੇ ਅਤੇ ਵਾਈਸ ਪ੍ਰੈਜ਼ੀਡੈਂਟ ਵੀ ਖਾਲੀ ਕਰ ਦੇਵੇ, ਤਾਂ ਫਿਰ ਕੀ ਹੋਏਗਾ, ਤਾਂ ਉੱਥੇ ਜਿਹੜੇ 14 ਅਧਿਕਾਰਾਂ ਦੀ ਇੱਕ ਸੂਚੀ ਅਧਿਕਾਰੀ ਨੇ, ਜਿਹੜੇ ਮੇਨ ਅਧਿਕਾਰੀ ਹੁੰਦੇ ਨੇ ਉੱਪਰ ਦੇ, ਉਹਨਾਂ ਦੀ ਇੱਕ ਸੂਚੀ ਦਿੱਤੀ ਗਈ ਹੈ ਅਤੇ ਇਹਨਾਂ ਵਿੱਚੋਂ ਇੱਕ ਚੁਣ ਲਿਆ ਜਾਂਦਾ। ਠੀਕ ਹੈ, ਇਹਨਾਂ 14 ਵਿੱਚੋਂ ਵੀ ਜਿਹੜੇ 7 ਮੇਨ ਹੁੰਦੇ ਨੇਗੇ, ਇਹ ਆਪਾਂ ਦੇਖ ਲੈਂਦੇ ਵੀ 7 ਮੇਨ ਕਿਹੜੇ ਨੇ ਜਿਨ੍ਹਾਂ ਵਿੱਚੋਂ ਉਹ ਗੌਰਮੈਂਟ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾ ਸਕਦੀ ਹੈਗੀ। ਕਿਸੇ ਨੂੰ ਪ੍ਰੈਜ਼ੀਡੈਂਟ ਅਤੇ ਇੱਕ ਦੂਜੇ ਨੂੰ ਵਾਈਸ ਪ੍ਰੈਜ਼ੀਡੈਂਟ ਜਿਹੜਾ ਚੁਣ ਲਈ ਜਾਵੇਗੀ। ਕਿਹੜੇ ਹੋਣਗੇ ਇਹ, ਇੱਕ ਤਾਂ ਹੋਗਾ ਪ੍ਰਤੀਨਿਧ ਸਦਨ ਦਾ ਜਿਹੜਾ ਸਪੀਕਰ, ਜਿਹਨੂੰ ਆਪਾਂ ਕਾਂਗਰਸ ਕਹਿ ਦਿੰਦੇ, ਨਿਚਲਾ ਸਦਨ ਜਿਵੇਂ ਭਾਰਤ ਵਿੱਚ ਲੋਕ ਸਭਾ ਹੁੰਦੀ ਹੈਗੀ, ਉੱਥੋਂ ਦਾ ਜਿਹੜਾ ਸਪੀਕਰ ਆ ਉਹਨੂੰ ਆਫਰ ਦਿੱਤਾ ਜਾ ਸਕਦਾ ਵੀ ਤੁਸੀਂ ਆ ਕੇ ਜਿਹੜਾ ਪ੍ਰੈਜ਼ੀਡੈਂਟ ਦੇ ਪਦਵੀ ਸੰਭਾਲੋ। ਦਾ ਸੈਕਟਰੀ ਆਫ ਸਟੇਟ। ਨੈਕਸਟ ਹੈਗਾ ਸੀਨੇਟ ਦਾ ਜਿਹੜਾ ਅੰਤਿਮ ਪ੍ਰਧਾਨ ਹੋਵੇਗਾ, ਉਸ ਨੂੰ ਵਿੱਤ ਸਕੱਤਰ, ਸੁਰੱਖਿਆ ਸਕੱਤਰ ਅਤੇ ਅਟਾਰਨੀ ਜਨਰਲ ਜਾਂ ਫਿਰ ਪੋਸਟਮਾਰਟਮ ਜਿਹੜਾ ਜਰਨਲ ਹੋਊਗਾ ਉਹਨੂੰ ਆਫਰ ਦਿੱਤਾ ਜਾਵੇਗਾ। ਠੀਕ ਹੈ, ਪ੍ਰੈਜ਼ੀਡੈਂਟ ਦੇ ਥਾਂ 'ਤੇ ਕੌਣ ਵਰਕ ਕਰੇਗਾ ਰਹਿੰਦੇ ਟਾਈਮ ਦੇ ਲਈ, ਵਾਈਸ ਪ੍ਰੈਜ਼ੀਡੈਂਟ। ਪਰ ਜੇ ਇਹ ਦੋਵੇਂ ਨਾ ਹੋਣ ਤਾਂ ਅੱਗੇ 14 ਮੈਂਬਰਾਂ ਦੀ ਇੱਕ ਲਿਸਟ ਬਣਾਈ ਗਈ ਹੈ। ਇਹ 14 ਵਿੱਚੋਂ ਵੀ ਪਹਿਲਾਂ 7 ਜ਼ਿਆਦਾ ਮੇਨ ਦੀ ਬਣਾਈ ਗਈ ਹੈ ਅਤੇ ਇਹਨਾਂ ਵਿੱਚੋਂ ਜਿਹੜਾ ਉਹ ਪ੍ਰੈਜ਼ੀਡੈਂਟ ਚੁਣ ਲਿਆ ਜਾਂਦਾ ਗਾ। ਚਲੋ ਨੈਕਸਟ ਚੱਲਦੇ ਹਾਂ ਜੀ। ਨੈਕਸਟ ਹੈਗਾ ਪ੍ਰੈਜ਼ੀਡੈਂਟ ਨੂੰ ਅਹੁਦੇ ਤੋਂ ਵੱਖ ਕਰਨ ਦੀ ਵਿਧੀ। ਹੁਣ ਇਹਨੂੰ ਵੱਖ ਕਿਵੇਂ ਕੀਤਾ ਜਾ ਸਕਦਾ ਗਾ, ਆਰਟੀਕਲ ਨੰਬਰ 2 ਸਬ ਪਾਰਟ 4। ਠੀਕ ਹੈ, ਇਹ ਧਿਆਨ ਰੱਖਣਾ। ਆਰਟੀਕਲ ਨੰਬਰ 2 ਸਬ ਪਾਰਟ 4 ਵਿੱਚ ਕਿਹਾ ਗਿਆ ਕਿ ਉਹਨੂੰ ਦੇਸ਼ ਧਰੋਹ 'ਤੇ, ਰਿਸ਼ਵਤਖੋਰੀ 'ਤੇ, ਗੰਭੀਰ ਅਪਰਾਧ 'ਤੇ ਜਾਂ ਫਿਰ ਕਦਾਚਾਰ 'ਤੇ। ਠੀਕ ਹੈ, ਕਿੰਨੇ ਹੋ ਗਏ, ਦੋਸ਼ ਧਰੋਹ 1, ਰਿਸ਼ਵਤਖੋਰੀ 2, ਗੰਭੀਰ ਅਪਰਾਧ ਕਰਦਾ ਜੇ ਕੋਈ ਕਿਸੇ ਪ੍ਰਕਾਰ ਦਾ 3, ਦੁਰਾਚਾਰ 4। ਠੀਕ ਹੈ, ਇਹ 4 ਤਰੀਕੇ ਨੇ ਜਿਨ੍ਹਾਂ ਨਾਲ ਉੱਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਉਹਨੂੰ ਹਟਾਇਆ ਜਾ ਸਕਦਾ ਗਾ। ਧਿਆਨ ਰੱਖਣਾ ਗਾ, ਇਹ ਆਪਣੇ ਇੰਡੀਆ ਨਾਲੋਂ ਡਿਫਰੈਂਸ ਹੈਗਾ ਇਹ ਰੂਲ ਵੀ। ਠੀਕ ਹੈ, 4 ਐਂ ਯਾਦ ਰੱਖ ਲੈਣਾ ਬਸ, ਸਿੰਪਲ ਜਾਗਾ ਵੀ ਆਰਟੀਕਲ ਦਾ ਆਪਾਂ ਨੂੰ ਪਤਾ ਪ੍ਰੈਜ਼ੀਡੈਂਟ ਨਾਲ ਸੰਬੰਧਿਤ 2 ਦਾ ਸਬ ਪਾਰਟ 4 ਆ। 4 ਸਬ ਪਾਰਟ ਵਿੱਚ 4 ਤਰੀਕੇ ਦਿੱਤੇ ਗਏ ਨੇ ਜਿਹਦੇ ਆਧਾਰ 'ਤੇ ਜਿਹੜਾ ਪ੍ਰੈਜ਼ੀਡੈਂਟ ਨੂੰ ਹਟਾਇਆ ਜਾ ਸਕਦਾ, ਉਹਦੇ ਵਿਰੁੱਧ ਜਿਹੜਾ ਅਪੀਚਮੈਂਟ ਪ੍ਰੋਸੈਸ ਸ਼ੁਰੂ ਕੀਤਾ ਜਾ ਸਕਦਾ। ਫਸਟ ਹੈਗਾ ਗਾ ਦੇਸ਼ ਧਰੋਹ ਦੇ ਤੌਰ 'ਤੇ, ਰਿਸ਼ਵਤਖੋਰੀ ਦੇ, ਗੰਭੀਰ ਅਪਰਾਧ ਦੇ ਅਤੇ ਦੁਰਾਚਾਰ ਦੇ। ਠੀਕ ਹੈ ਜੀ, ਮਹਾਦੋਸ਼ ਹੁਣ ਕਿੱਥੇ ਲੈ ਕੇ ਆ ਜਾ ਸਕਦਾ, ਇਹਨੂੰ ਪ੍ਰਤੀਨਿਧੀ ਸਦਨ ਵਿੱਚ ਜਿਹੜਾ ਪੇਸ਼ ਕੀਤਾ ਜਾਂਦਾ ਗਾ ਮਹਾਦੋਸ਼ ਨੂੰ। ਦੋਸ਼ ਦੀ ਉੱਥੇ ਛਾਣਬੀਣ ਹੁੰਦੀ ਹੈਗੀ। ਛਾਣਬੀਣ ਦੇ ਲਈ ਇੱਕ ਨਿਆਇਕ ਕਮੇਟੀ ਦਾ ਜਿਹੜਾ ਗਠਨ ਕੀਤਾ ਜਾਂਦਾ ਗਾ। ਠੀਕ ਹੈ, ਬਾਹਰੋਂ ਮੈਂਬਰ ਲਏ ਜਾਂਦੇ ਨੇ। ਇਹ ਜਿਹੜੀ ਕਮੇਟੀ ਹੁੰਦੀ ਹੈਗੀ ਇਹਦੇ ਵਿੱਚ ਬਾਹਰੋਂ ਮੈਂਬਰ ਲਏ ਜਾਂਦੇ ਹਨ ਅਤੇ ਉਹਦੇ ਵਿੱਚ ਜਿਹੜੀ ਫਿਰ ਸਧਾਰਨ ਬਹੁਮਤ ਆ ਜਿਹੜੀ ਪਾਸ ਹੁੰਦੀ ਹੈ।
ਹਾਂਜੀ ਠੀਕ ਹੈ, ਜਿਹੜੇ ਪ੍ਰਤੀਨਿਧੀ ਸਦਨ ਵਿੱਚ ਇਹਨੂੰ ਪੇਸ਼ ਕੀਤਾ ਜਾਂਦਾ ਪਹਿਲਾਂ ਇੰਪੀਚਮੈਂਟ ਪ੍ਰੋਸੈਸ ਨੂੰ, ਫਿਰ ਉਹਦੇ ਵਿੱਚ ਦੋਸ਼ਾਂ ਨੂੰ ਜਿਹੜੀ ਛਾਣਬੀਣ ਕਰਨ ਦੇ ਲਈ ਇੱਕ ਨਿਆਇਕ ਕਮੇਟੀ ਬਣਾਈ ਜਾਂਦੀ ਹੈ। ਇਹਦੇ ਵਿੱਚ ਬਾਹਰ ਤੋਂ ਮੈਂਬਰ ਲਏ ਜਾਂਦੇ ਹਨ। ਇਹਨਾਂ ਦਾ ਫਿਰ ਉਹ ਜਿਹੜਾ ਹੁੰਦਾ ਕਿ ਸਧਾਰਨ ਬਹੁਮਤ ਨਾਲ ਇਹਨਾਂ ਨੂੰ ਪਾਸ ਹੋਣ ਤੋਂ ਬਾਅਦ ਜਿਹੜਾ ਮਾਮਲਾ ਉਹ ਸਨੇਟ ਦੇ ਸਪੁਰਦ ਕਰ ਦਿੱਤਾ ਜਾਂਦਾ। ਠੀਕ ਹੈ, ਯਾਦ ਰੱਖਣਾ ਪਹਿਲਾਂ ਕਿਤੇ ਪ੍ਰਤੀਨਿਧੀ ਸਦਨ ਦੇ ਵਿੱਚ ਜਾਊਗਾ, ਜੇ ਉੱਥੋਂ ਇਹ ਸਧਾਰਨ ਬਹੁਮਤ ਨਾਲ ਪਾਸ ਹੋ ਜਾਂਦਾ ਗਾ ਤਾਂ ਉਹ ਸਨੇਟ ਨੂੰ ਸੌਂਪ ਦਿੱਤਾ ਜਾਂਦਾ ਗਾ। ਅਤੇ ਇਹੀ ਪ੍ਰੋਸੈਸ ਆ ਜਿਹੜਾ ਸਨੇਟ ਵਿੱਚ ਚੱਲਦਾ। ਜੇ ਸਨੇਟ ਵਿੱਚ ਵੀ ਸਧਾਰਨ ਬਹੁਮਤ ਨਾਲ ਉਹਨੂੰ ਪਾਸ ਕੀਤਾ ਜਾਂਦਾ ਤਾਂ ਉਹਨੂੰ ਪਦ ਤੋਂ ਹਟਾ ਦਿੱਤਾ ਜਾਵੇਗਾ। ਅੱਗੇ ਰਾਸ਼ਟਰਪਤੀ ਦੀ ਆਪਾਂ ਤਨਖਾਹ ਦੇਖ ਲੈਂਦੇ ਹਾਂ, ਕਿੰਨੀ ਤਨਖਾਹ ਹੁੰਦੀ ਹੈਗੀ USA ਦੇ ਰਾਸ਼ਟਰਪਤੀ ਦੀ। USA ਦੇ ਜਿਹੜਾ ਪ੍ਰੈਜ਼ੀਡੈਂਟ ਦੀ ਸੈਲਰੀ ਆ ਉਹ 4 ਲੱਖ ਰਾ। ਉਸ ਤੋਂ ਇਲਾਵਾ ਜਿਹੜੇ ਅਲਾਊਂਸਿਸ ਵਗੈਰਾ ਦਿੱਤੇ ਜਾਂਦੇ ਨੇ ਉਹ ਵੀ ਆ ਜਾਂਦੇ ਨੇਗੇ। ਵਾਈਟ ਹਾਊਸ ਦਿੱਤਾ ਜਾਂਦਾ ਉਹਨੂੰ, ਜਿਹੜਾ ਰਾਸ਼ਟਰਪਤੀ ਭਵਨ ਹੁੰਦਾ ਉਹਨੂੰ ਰਹਿਣ ਦੇ ਲਈ। ਠੀਕ ਆ, ਆਪਣੇ ਕਾਰਜਕਾਲ ਦੇ ਸਮੇਂ ਉਹ ਵਾਈਟ ਹਾਊਸ ਵਿੱਚ ਰਹਿੰਦਾ ਗਾ। ਕਾਲ ਕਰਨ ਲਈ ਉਹਨੂੰ ਫ੍ਰੀ ਕਾਲ ਹੁੰਦੇ ਨੇਗੇ। ਛੋਟਾ ਸਮੁੰਦਰੀ ਜਹਾਜ਼ ਦਿੱਤਾ ਜਾਂਦਾ, ਹਵਾਈ ਜਹਾਜ਼। ਇਹ ਅਲੱਗ-ਅਲੱਗ ਚੀਜ਼ਾਂ ਨੇ, ਬਸ ਤੁਸੀਂ ਦੇਖ ਲੈਣਾ। ਇੰਪੋਰਟੈਂਟ ਕੀ ਹੈ ਜੀ, ਰਾਸ਼ਟਰਪਤੀ ਦਾ ਜਿਹੜਾ ਦਫ਼ਤਰ ਆ ਮੇਨ, ਉਹਦਾ ਨਾਮ ਪੁੱਛਿਆ ਜਾ ਸਕਦਾ ਵੀ ਮੇਨ ਜਿਹੜਾ ਹੈੱਡ ਆਫਿਸ ਹੈਗਾ ਪ੍ਰੈਜ਼ੀਡੈਂਟ ਦਾ, ਉਹਦਾ ਕੀ ਨਾਮ ਆ? ਉਹਦਾ ਨਾਮ ਹੈਗਾ ਜੀ ਕੇਪ ਡੇਵਿਡ। ਠੀਕ ਹੈ, ਕੈਂਪ ਡੇਵਿਡ ਉਹਦਾ ਹੈੱਡ ਆਫਿਸ ਦਾ ਨੇਮ ਹੈਗਾ। ਧਾਰਾ 2 ਵਿੱਚ ਭਾਗ 1 ਵਿੱਚ ਕੀ ਕਿਹਾ ਗਿਆ ਹੈ? ਪ੍ਰੈਜ਼ੀਡੈਂਟ ਦੀ ਚੋਣ ਆ ਜਿਹੜੀ ਅਪਰਤੱਖ ਰੂਪ ਵਿੱਚ ਹੁੰਦੀ ਹੈ। ਨੈਕਸਟ ਚੱਲੇ ਚੋਣ ਮੰਡਲ ਦੀ ਬਣਤਰ, ਇਹ ਦੇਖ ਲੈਂਦੇ ਜੀ। ਦੋਹਾਂ ਸਦਨਾਂ ਦੇ ਮੈਂਬਰ ਜਿਹੜਾ ਬਰਾਬਰ ਲਏ ਜਾਂਦੇ ਹਨ। 23ਵੀਂ ਸੋਧ ਰਾਹੀਂ ਕੀ ਕਿਹਾ? ਡਿਸਟ੍ਰਿਕਟ ਆਫ ਕੋਲੰਬੀਆ ਤੋਂ 3 ਮੈਂਬਰ ਲਏ ਗਏ ਸਨ। ਠੀਕ ਆ, ਇਹ ਵੀ ਧਿਆਨ ਰੱਖਣਾ, ਡਿਸਟ੍ਰਿਕਟ ਆਫ ਕੋਲੰਬੀਆ ਤੋਂ 3 ਮੈਂਬਰ ਲਏ ਜਾਂਦੇ ਹਨ ਪ੍ਰੈਜ਼ੀਡੈਂਟ ਦੀ ਚੋਣ ਦੇ ਲਈ। 23 ਨੰਬਰ ਦੀ ਸੋਧ ਹੋਈ ਸੀ। 23 ਨੰਬਰ ਦੀ ਸੋਧ ਕਦੋਂ ਹੋਈ ਸੀ? 1963 ਵਿੱਚ ਹੋਈ ਸੀ। ਇਹ ਧਿਆਨ ਰੱਖਣਾ, ਇੰਪੋਰਟੈਂਟ ਹੈਗਾ। ਠੀਕ ਹੈ, ਚਲੋ ਨੈਕਸਟ ਚੱਲਦੇ ਹਾਂ ਆਪਾਂ। ਹੁਣ ਕਿੰਨੇ ਮੈਂਬਰ ਨੇ ਜਿਹੜੇ ਚੋਣ ਵਿੱਚ ਭਾਗ ਲੈਂਦੇ ਨੇਗੇ ਪ੍ਰੈਜ਼ੀਡੈਂਟ ਦੇ? ਪਹਿਲਾਂ ਤਾਂ ਆਪਾਂ ਪ੍ਰਤੀਨਿਧੀ ਸਦਨ ਦੇ ਲਵਾਂਗੇ, 435 ਮੈਂਬਰ ਹੁੰਦੇ ਨੇ। ਫਿਰ ਸਨੇਟ ਦੇ 100 ਮੈਂਬਰ ਅਤੇ 3 ਕੋਲੰਬੀਆ ਦੇ ਹੋ ਜਾਂਦੇ ਨੇ। ਕੁੱਲ ਮਿਲਾ ਕੇ ਇਹਨਾਂ ਨੂੰ ਕਿੰਨੇ ਬਣ ਗਏ? 538 ਮੈਂਬਰ ਬਣ ਗਏ ਜਿਹੜੇ ਪ੍ਰੈਜ਼ੀਡੈਂਟ ਦੇ ਵਿੱਚ ਚੋਣ ਵਿੱਚ ਪਾਰਟੀਸਪੇਟ ਕਰਦੇ ਹਨ। ਚੋਣ ਮੰਡਲ ਦੇ ਮੈਂਬਰ ਪ੍ਰਤੀਨਿਧੀ ਸਦਨ ਅਤੇ ਸਨੇਟ ਤੋਂ ਭਿੰਨ ਹੁੰਦੇ ਹਨ। ਜਿਹੜੇ ਚੋਣ ਮੰਡਲ ਦੇ ਮੇਨ ਇੱਕ ਚੋਣ ਮੰਡਲ ਤਿਆਰ ਕੀਤਾ ਜਾਂਦਾ, ਉਹਦੇ ਵਿੱਚ ਜਿਹੜਾ ਸੰਸਦ ਮੰਨ ਲਓ ਉੱਥੇ ਜਿਹੜੀ ਸਨੇਟ ਅਤੇ ਪ੍ਰਤੀਨਿਧੀ ਸਦਨ ਆ, ਇਹਨਾਂ ਦਾ ਜਿਹੜਾ ਕੋਈ ਮੈਂਬਰ ਉਹਦੇ ਵਿੱਚ ਪਾਰਟੀਸਪੇਟ ਨਹੀਂ ਕਰਦਾ। ਉਹ ਇਹਨਾਂ ਤੋਂ ਇੱਕ ਅਲੱਗ ਕਮੇਟੀ ਬਣਾਈ ਜਾਂਦੀ ਹੈਗੀ। ਠੀਕ ਹੈ, ਪ੍ਰੈਜ਼ੀਡੈਂਟ ਦੀ ਚੋਣਾਂ ਦੀ, ਜਿਹੜੀ ਪ੍ਰੈਜ਼ੀਡੈਂਟ ਦੀ ਚੋਣ ਕਰਦੀ ਹੈਗੀ। ਪ੍ਰੈਜ਼ੀਡੈਂਟ ਚੋਣ ਦੀਆਂ ਜਿਹੜੀਆਂ ਸਟੇਜਾਂ ਨੇਗੀਆਂ, ਡੈਮੋਕ੍ਰੇਟਿਕ, ਰਿਪਬਲਿਕ, ਇਹ ਰਾਸ਼ਟਰੀ ਆਪਾਂ ਨੂੰ ਪਤਾ ਹੈਗਾ। ਉੱਥੇ 2 ਪਾਰਟੀਆਂ ਨੇਗੀਆਂ ਉੱਥੇ ਜਿਹੜੀਆਂ, ਉਹਨਾਂ ਵੱਲੋਂ ਹੁੰਦਾ ਇੱਕ ਡੈਲੀਗੇਟ ਚੁਣੇ ਜਾਂਦੇ ਨੇਗੇ। ਡੈਲੀਗੇਸ਼ਨ ਹੈਗੇ, ਕਨਵੈਨਸ਼ਨ ਹੁੰਦੀ ਹੈਗੀ। ਰਾਸ਼ਟਰੀ ਕਨਵੈਨਸ਼ਨ ਇਸ ਤਰੀਕੇ ਨਾਲ ਆਊਗਾ। ਹਾਂ, ਜਿਹੜੇ 2 ਪਾਰਟੀਸ ਨੇ ਉੱਥੇ ਮੇਨ ਡੈਮੋਕ੍ਰੇਟਿਕ ਅਤੇ ਰਿਪਬਲਿਕ, ਉਹਨਾਂ ਵੱਲੋਂ ਜਿਹੜੇ ਆਪਣੇ ਰਾਸ਼ਟਰੀ ਕਨਵੈਨਸ਼ਨਾਂ ਕੀਤੀਆਂ ਜਾਂਦੀਆਂ ਨੇ। ਅਤੇ ਡੈਲੀਗੇਟ ਚੁਣੇ ਜਾਂਦੇ ਨੇ। ਜਿਹੜੇ ਡੈਲੀਗੇਟ ਨੇ ਉਹ ਭਾਗ ਲੈਂਦੇ ਨੇ ਜਾ ਕੇ ਪ੍ਰੈਜ਼ੀਡੈਂਟ ਦੀਆਂ ਚੋਣਾਂ ਵਿੱਚ। ਠੀਕ ਹੈ, ਚਲੋ ਅੱਗੇ ਦੇਖਦੇ ਹਾਂ ਜੀ। ਡੈਲੀਗੇਟਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ਜੀ? ਹੁਣ ਆਪਾਂ ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਜੀ, ਪ੍ਰੈਜ਼ੀਡੈਂਟ ਦੀ ਚੋਣ ਵਿੱਚ ਜਿਹੜਾ ਡੈਲੀਗੇਟ ਭਾਗ ਲੈਂਦੇ ਹਨ। ਡੈਲੀਗੇਟਾਂ ਦੀ ਚੋਣ ਨਹੀਂ ਹੁੰਦੀ ਹੈ, ਮੁੱਢਲੀਆਂ ਚੋਣਾਂ ਰਾਹੀਂ ਇਹਨਾਂ ਨੂੰ ਚੁਣ ਲਿਆ ਜਾਂਦਾ ਹੈਗਾ। ਦਲਾਂ ਦੇ ਜਾਂ ਰਾਜ ਪੱਧਰ ਦੇ ਸੰਮੇਲਨ ਹੁੰਦੇ ਹਨ ਰਾਜ ਪੱਧਰ ਜਿਹੜੇ ਸੰਮੇਲਨ ਹੁੰਦੇ ਨੇ, ਉੱਥੇ ਰਾਜਾਂ ਵਿੱਚੋਂ ਜਿਹੜੇ ਡੈਲੀਗੇਟ ਅਸੀਂ ਚੁਣ ਲਏ ਜਾਂਦੇ ਹਨ। ਫਿਰ ਇਹਨਾਂ ਦੀ ਚੋਣ ਮੁਹਿੰਮ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦਾ? ਪ੍ਰਚਾਰ ਹੁੰਦਾ, TV ਪ੍ਰਚਾਰ ਹੁੰਦਾ, ਰੇਡੀਓ ਪ੍ਰਚਾਰ ਹੁੰਦਾ ਗਾ। ਚੋਣਾਂ, ਹੁਣ ਚੋਣਾਂ ਕਿਵੇਂ ਹੁੰਦੀਆਂ ਹਨ ਆਪਾਂ ਇਹ ਵੀ ਦੇਖ ਲੈਂਦੇ। ਚੋਣਾਂ ਦੇ ਲਈ ਛੁੱਟੀ ਦਾ ਦਿਨ ਚੁਣਿਆ ਜਾਂਦਾ ਇੱਥੇ। ਠੀਕ ਹੈ, ਮੰਗਲਵਾਰ ਨੂੰ ਛੁੱਟੀ ਨੂੰ ਚੋਣ ਪੈਂਦੀ ਹੈ। ਉੱਥੇ ਮੰਗਲਵਾਰ ਨੂੰ ਛੁੱਟੀ ਹੁੰਦੀ ਹੈਗੀ ਜਿੱਥੇ ਉਦੋਂ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈਗੀ। ਚੋਣ ਕਿਸ ਪ੍ਰਣਾਲੀ ਨਾਲ ਹੁੰਦੀ ਹੈ? ਸੂਚੀ ਪ੍ਰਣਾਲੀ ਨਾਲ ਹੁੰਦੀ ਹੈਗੀ, ਜਿਹਨੂੰ ਲਿਸਟ ਸਿਸਟਮ ਕਹਿ ਦਿੰਦੇ ਹਨ। ਠੀਕ ਹੈ, ਕੈਲੀਫੋਰਨੀਆ ਤੋਂ 47 ਮੈਂਬਰ ਨੇ ਜਿਹੜੇ ਇਹਦੇ ਵਿੱਚ ਪਾਰਟੀਸਪੇਟ ਕਰਦੇ ਹਨ। ਜਿੱਤਣ ਦੇ ਲਈ ਕਿੰਨੇ ਜ਼ਰੂਰੀ ਹਨ ਆਪਾਂ ਨੂੰ ਪਤਾ ਹੈ ਕਿ ਕਿੰਨੇ ਹੁੰਦੇ ਨੇ ਉੱਥੇ? 338। ਠੀਕ ਹੈ, 538 ਜਿਹੜੇ ਮੈਂਬਰ ਨੇ ਉੱਥੇ ਭਾਗ ਲੈਂਦੇ ਹਨ ਅਤੇ ਉਹਨਾਂ ਨੂੰ ਮੈਜੋਰਟੀ ਚਾਹੀਦੀ ਹੁੰਦੀ ਹੈ 270 ਦੀ। ਠੀਕ ਹੈ, ਜਿਹੜਾ 270 ਲੈ ਗਿਆ ਜਾਂ 270 ਤੋਂ ਵੱਧ ਲੈ ਗਿਆ, ਉਹ ਪ੍ਰੈਜ਼ੀਡੈਂਟ ਦੀ ਚੋਣ ਵਿੱਚ ਜਿਹੜਾ ਵਿਨਰ ਮੰਨ ਲਿਆ ਜਾਂਦਾ ਹੈਗਾ। ਚਲੋ ਅੱਗੇ ਆਪਾਂ ਦੇਖ ਲੈਂਦੇ ਹਾਂ ਜੋ ਬਾਈਡਨ ਜਿਹੜਾ ਐਡ ਪ੍ਰੈਜ਼ੀਡੈਂਟ, ਉੱਥੇ ਜਿਹੜਾ ਪ੍ਰੈਜ਼ੀਡੈਂਟ ਹੈਗਾ ਵਰਤਮਾਨ ਵਿੱਚ, ਉਹ ਕਿੰਨੇ ਵੋਟਾਂ ਨਾਲ ਜਿੱਤਿਆ ਸੀਗਾ? ਹਾਂਜੀ, 1920 ਵਿੱਚ ਜਿਹੜਾ ਡੈਮੋਕ੍ਰੇਟਿਕ ਉੱਥੇ ਵੋਟਾਂ ਹੋਈਆਂ ਤੀਆਂ 3 ਨਵੰਬਰ 1920 1920 ਨਹੀਂ ਹੈਗਾ, 2020 ਵਿੱਚ। ਠੀਕ ਆ, ਯਾਦ ਰੱਖਣਾ, ਕਈ ਵਾਰ ਗਲਤੀ ਨਾਲ ਕੁਛ ਹੋਰ ਬੋਲਿਆ ਜਾਂਦਾ ਗਾ, ਪਲੀਜ਼ ਦੇਖ ਲਿਆ ਕਰੋ, ਐਡਜਸਟ ਕਰ ਲਿਆ ਕਰੋ। 2020 ਵਿੱਚ ਆ ਜਿਹੜਾ ਉੱਥੇ
ਚੋਣਾਂ ਹੋਈਆਂ ਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਜਿਹੜਾ ਲੜਿਆ ਸੀ ਜੌਨ ਬਾਈਡਨ, ਇਹਨੂੰ ਕਿੰਨੀਆਂ ਵੋਟਾਂ ਪਈਆਂ ਸੀ? ਇਹਨੂੰ 306 ਵੋਟਾਂ ਪਈਆਂ ਸੀਗੀਆਂ। 306 ਵੋਟਾਂ ਲੈ ਕੇ ਆਪਾਂ ਨੂੰ ਪਤਾ ਕਿ 538 ਵਿੱਚ ਉਹ 306 ਵੋਟਾਂ ਲੈ ਕੇ, ਜਿਹੜੀ ਬਹੁਤ ਜ਼ਿਆਦਾ ਉਹਨੂੰ ਵੋਟਾਂ ਪਈਆਂ ਸਨ। ਉਹ 46ਵੇਂ ਨੰਬਰ ਆ ਜਿਹੜਾ ਰਾਸ਼ਟਰਪਤੀ ਬਣਿਆ ਸੀਗਾ। ਅਤੇ ਉਹਦਾ ਜਿਹੜਾ ਵਿਰੋਧੀ ਕੈਂਡੀਡੇਟ ਕੌਣ ਸੀ? ਉਹ ਟਰੰਪ ਸੀਗਾ। ਟਰੰਪ ਨੂੰ ਕੁੱਲ ਕਿੰਨੀਆਂ ਵੋਟਾਂ ਪਈਆਂ ਸੀ? ਉਹਨੂੰ 232 ਵੋਟਾਂ ਪਈਆਂ ਦੀਆਂ। ਰਿਪਬਲਿਕ ਪਾਰਟੀ ਦਾ ਸੀ ਟਰੰਪ ਅਤੇ ਉਹ ਹਾਰ ਗਿਆ ਸੀ। ਯਾਦ ਰੱਖ ਲੈਣਾ, ਠੀਕ ਹੈ ਵੀ ਜਿਹੜਾ ਜਿੱਤਿਆ ਕੌਣ ਸੀ? ਉਹ ਜੌਨ ਬਾਈਡਨ ਜਿੱਤਿਆ ਸੀ, ਡੈਮੋਕ੍ਰੈਟਿਕ ਪਾਰਟੀ ਦਾ ਸੀ। ਉਹਨੂੰ 306 ਵੋਟਾਂ ਪਈਆਂ ਸਨ। ਉਸਦੇ ਵਿਰੋਧ ਵਿੱਚ ਸੀ ਜਿਹੜਾ ਉਹ ਟਰੰਪ ਸੀ, ਰਿਪਬਲਿਕ ਪਾਰਟੀ ਦਾ ਸੀ, ਉਹਨੂੰ 232 ਵੋਟਾਂ ਪਈਆਂ ਸਨ। ਹੁਣ ਸੁਪਰੀਮ ਕੋਰਟ ਦੇ ਮੁੱਖ ਜੱਜ ਬਾਰੇ ਵੀ ਦੇਖ ਲੈਂਦੇ ਆਪਾਂ, ਵੀ ਉਹਨਾਂ ਨੂੰ ਓਥ ਚੁਕਾਉਂਦੇ ਨੇ ਨਾ ਉਹ ਪ੍ਰੈਜ਼ੀਡੈਂਟ ਨੂੰ, ਇਸ ਲਈ ਮੇਨ ਹੋ ਗਏ। ਚਲੋ ਉਹਨਾਂ ਬਾਰੇ ਵੀ ਦੇਖ ਲੈਂਦੇ ਆਪਾਂ, ਕਿਹਨੇ ਓਥ ਚੁਕਾਈ ਸੀ ਫਿਰ ਜੌਨ ਬਾਈਡਨ ਨੂੰ। ਐਟ ਪ੍ਰੈਜ਼ੈਂਟ ਉੱਥੇ ਜਿਹੜਾ ਮੁੱਖ ਜਿਹੜਾ ਚੀਫ ਜਸਟਿਸ ਆ ਉਹ ਕੌਣ ਆ ਜੀ? ਜਸਟਿਸ ਜੌਹਨ ਜੀ ਰੌਬਰਟਸ। ਪਹਿਲਾਂ ਤਾਂ ਇਹ ਨਾਂ ਯਾਦ ਰੱਖਣਾ, ਕਰੰਟ ਦਾ ਕੁਐਸਚਨ ਬਣ ਜਾਂਦਾ ਗਾ ਵੀ ਜਿਹੜਾ ਸੁਪਰੀਮ ਕੋਰਟ ਦਾ ਮੁੱਖ ਜੱਜ ਹੈਗਾ ਉੱਥੇ USA ਦਾ ਕੌਣ ਹੈਗਾ? ਜਸਟਿਸ ਜੌਹਨ ਜੀ ਰੌਬਰਟਸ ਹੈਗਾ। ਉਹਦੇ ਵੱਲੋਂ ਜਿਹੜਾ ਜੌਨ ਬਾਈਡਨ ਨੂੰ ਓਥ ਚੁਕਾਈ ਗਈ ਸੀਗੀ, ਠੀਕ ਆ। ਟਰੰਪ ਨੇ ਉਹਦੇ ਵਿੱਚ ਕੀ ਕਿਹਾ ਜਾਂਦਾ ਗਾ ਉੱਥੇ ਜਿਹੜਾ USA ਦਾ ਕੌਨਸਟੀਟਿਊਸ਼ਨ ਵਿੱਚ ਉੱਥੇ ਪ੍ਰਥਾ ਚੱਲਦੀ ਆ ਰਹੀ ਹੈ ਕਿ ਜਦੋਂ ਨਵਾਂ ਕੈਂਡੀਡੇਟ ਜਿੱਤਦਾ ਗਾ ਅਤੇ ਉਸਦੇ ਵਿਰੋਧ ਦਾ ਹੁੰਦਾ ਗਾ ਜਿਹੜਾ, ਉਹਨੂੰ ਉਹਦੇ ਵਿੱਚ ਸ਼ਾਮਿਲ ਹੋਣਾ ਉਸ ਵਿੱਚ ਜ਼ਰੂਰੀ ਹੁੰਦਾ। ਪਰ ਟਰੰਪ ਆ ਜਿਹੜਾ ਉਹ ਸ਼ਾਮਿਲ ਨਹੀਂ ਹੋਇਆ ਸੀਗਾ, ਠੀਕ ਹੈ। ਉਸ ਸਮੇਂ ਟਰੰਪ ਕੀ ਕਰ ਰਿਹਾ ਸੀਗਾ? ਟਰੰਪ ਜਿਹੜਾ ਆਪਣੀ ਹਾਰ ਤੋਂ ਜਿਹੜਾ ਭੈਭੀਤ ਹੋ ਕੇ ਉਹਨੇ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਹਿੰਸਾ ਪ੍ਰਦਰਸ਼ਨ ਕਰ ਰਿਹਾ ਸੀਗਾ। ਆਪਾਂ ਨੂੰ ਪਤਾ ਬਹੁਤ ਜ਼ਿਆਦਾ ਅਗਰੈਸਿਵ ਦੇ ਤਰੀਕੇ ਦਾ ਸੀ ਟਰੰਪ, ਆਪਾਂ ਨਿਊਜ਼ ਵਿੱਚ ਦੇਖਿਆ ਗਾ। ਉਹ ਤਾਂ ਜਿਹੜੀ ਆਪਣੀ ਹਾਰ ਉਹ ਸਹਿਣ ਨਹੀਂ ਹੋਈ ਅਤੇ ਉਹ ਵਾਈਟ ਹਾਊਸ ਦੇ ਸਾਹਮਣੇ ਜਾ ਕੇ ਜਿਹੜਾ ਹਿੰਸਾ ਦਾ ਪ੍ਰਦਰਸ਼ਨ ਕਰਨ ਲੱਗਿਆ। ਉਹਨੇ ਕਿਹਾ ਕਿ ਜਿਹੜਾ ਵੋਟਾਂ ਵਿੱਚ ਘਪਲਾ ਕੀਤਾ ਗਿਆ, ਮੈਨੂੰ ਜਾਣ ਕੇ ਹਰਾਇਆ ਗਿਆ ਹੈਗਾ। ਇਸ ਤਰੀਕੇ ਜਿਹੜਾ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਦੋਸ਼ ਨੇ ਉਹਨੇ ਲਗਾਏ ਸੀਗੇ। ਚਲੋ ਨੈਕਸਟ ਚੱਲਦੇ ਹਾਂ। ਅੱਜ ਦਾ ਵੀਡੀਓ ਬਹੁਤ ਜ਼ਿਆਦਾ ਲੈਂਥੀ ਹੋ ਜਾਊਗਾ, ਪਲੀਜ਼ ਦੇਖੀ ਜਾਣਾ। ਨੈਕਸਟ ਚੱਲਦੇ ਹਾਂ ਜੀ ਜੌਨ ਬਾਈਡਨ ਦੀਆਂ ਵਿਸ਼ੇਸ਼ਤਾ। ਹਾਂਜੀ, ਹੁਣ ਇਹਦੇ ਜੌਨ ਬਾਈਡਨ ਜਿਹੜਾ ਨਿਊ ਪ੍ਰੈਜ਼ੀਡੈਂਟ ਬਣਿਆ ਸੀ, ਇਹਦੇ ਕੀ ਵਿਸ਼ੇਸ਼ਤਾ? ਸਭ ਤੋਂ ਵੱਧ ਜਿਹੜੀ ਵਿਵਾਦਪੂਰਨ ਚੋਣ ਜੇ ਪੁੱਛ ਲਈ ਜਾਵੇ ਕਿਹਦੀ ਹੈ ਹੁਣ ਤੱਕ ਦੇ ਟਾਈਮ ਪੀਰੀਅਡ ਵਿੱਚ USA ਵਿੱਚ, ਸਭ ਤੋਂ ਜਿਹੜਾ ਵਿਵਾਦਪੂਰਨ ਚੋਣ ਹੋਈ ਹੈਗੀ ਉਹ ਜੌਨ ਬਾਈਡਨ ਦੀ ਹੋਈ ਹੈਗਾ। ਅਤੇ ਇਹ ਸਭ ਤੋਂ ਵੱਧ ਏਜ ਦਾ ਜਿਹੜਾ ਪ੍ਰੈਜ਼ੀਡੈਂਟ ਬਣਿਆ ਉੱਥੇ 78 ਜਿਹੜੀ ਉਹਦੀ ਏਜ ਹੈਗੀ, ਠੀਕ ਹੈ। ਸਭ ਤੋਂ ਵੱਧ ਉਮਰ ਦਾ ਉਹ ਪ੍ਰੈਜ਼ੀਡੈਂਟ ਬਣਿਆ ਹੈਗਾ। ਵਾਈਸ ਪ੍ਰੈਜ਼ੀਡੈਂਟ ਕੌਣ ਬਣੀ ਹੈ ਜੀ? ਇਹ ਕਮਲਾ ਹੈਰਿਸ ਬਣੀ ਹੈਗੀ। ਇਹ ਫਸਟ ਵੂਮੈਨ ਹੈਗੀ ਉੱਥੋਂ ਦੀ ਵਾਈਸ ਪ੍ਰੈਜ਼ੀਡੈਂਟ ਜਿਹੜੀ ਚੁਣੀ ਗਈ ਹੈਗੀ, ਠੀਕ ਹੈ। ਪੁੱਛਿਆ ਜਾਏ ਜਿਹੜੀ ਅੱਜ ਤੱਕ ਵੂਮੈਨ ਕਿੰਨੀਆਂ ਚੁਣ ਲਈਆਂ ਗਈਆਂ ਨੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ, ਤਾਂ ਸਿਰਫ ਇੱਕ ਹਜੇ ਤੱਕ, ਉਹ ਕਮਲਾ ਹੈਰਿਸ ਬਣੀ ਹੈਗੀ। ਟਰੰਪ ਦੇ ਸਮੇਂ ਵਿੱਚ ਟਰੰਪ ਨੇ ਕੀ ਦੋਸ਼ ਲਗਾਇਆ ਸੀ ਕਿ ਰਸ਼ੀਆ ਨੇ ਜਿਹੜਾ ਵੋਟ ਦੀ ਧਾਂਦਲੀ 'ਤੇ ਦੋਸ਼ ਲਗਾਇਆ ਸੀ। ਉਹਨੇ ਕਿਹਾ ਸੀ ਕਿ ਵੋਟਾਂ ਵਿੱਚ ਧਾਂਦਲੀ ਹੋਈ ਹੈਗੀ ਰਸ਼ੀਆ ਵੱਲੋਂ, ਤਾਂ ਕਰਕੇ ਜਿਹੜਾ ਟਰੰਪ ਆ ਉਹਨੂੰ ਹਾਰ ਦਾ ਮੂੰਹ ਦੇਖਣਾ ਪਿਆ ਗਾ। ਬਸ ਇਹ ਸਿਰਫ ਕਹਿਣ ਦੀਆਂ ਗੱਲਾਂ ਦੀ, ਜਾਂ ਕੁਝ ਹੋਇਆ ਤਾਂ ਨਹੀਂ ਸੀਗਾ। ਉਹ ਤੋਂ ਆਪਣੀ ਜਿਹੜੀ ਹਾਰ ਉਹੀ ਜਿਹੜੀ ਸਹਿਣ ਨਹੀਂ ਹੋਈ ਸੀ। ਅੱਗੇ ਹੈਗਾ ਜੀ ਪ੍ਰੈਜ਼ੀਡੈਂਟ ਦੀ ਪ੍ਰਤੀਨਿਧੀ ਸਦਨ ਦੁਆਰਾ ਚੋਣ, ਠੀਕ ਹੈ। ਜੇਕਰ ਸਪਸ਼ਟ ਬਹੁਮਤ ਨਾ ਹੁੰਦੀ ਹੋਵੇ ਤਾਂ 3 ਬਹੁਮਤ ਜਿਹੜੇ ਉਮੀਦਵਾਰ ਚੁਣ ਲਏ ਜਾਂਦੇ ਨੇ। ਜੇ ਪ੍ਰੈਜ਼ੀਡੈਂਟ ਵਿੱਚ ਕਿਸੇ ਨੂੰ ਜਿਹੜਾ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦੀ, ਸਪਸ਼ਟ ਵੋਟਾਂ ਪ੍ਰਾਪਤ ਨਹੀਂ ਹੁੰਦੀਆਂ, ਤਾਂ ਪ੍ਰਤੀਨਿਧੀ ਸਦਨ ਵੱਲੋਂ ਆ ਜਿਹੜਾ ਉਹਨਾਂ ਵਿੱਚ ਬਹੁਮਤ ਪ੍ਰਾਪਤ ਨਾ ਹੋਣ 'ਤੇ 3 ਜਿਹੜਾ ਮੈਂਬਰਾਂ ਦੀ ਇੱਕ ਚੋਣ ਕੀਤੀ ਜਾਂਦੀ ਹੈ। ਉਹ 3 ਮੈਂਬਰ ਨੇ ਜਿਹੜੇ ਵੋਟਿੰਗ ਪਾਉਂਦੇ ਨੇ, ਫਿਰ ਜਿਨ੍ਹਾਂ ਵਿੱਚ 2 ਵੋਟਾਂ ਚਲੀ ਜਾਂਦੀਆਂ ਨੇ ਉਹ ਜਿਹੜਾ ਪ੍ਰੈਜ਼ੀਡੈਂਟ ਘੋਸ਼ਿਤ ਕੀਤਾ ਜਾਂਦਾ ਹੈਗਾ। ਨੈਕਸਟ ਚੱਲਦੇ ਹਾਂ ਜੀ ਰਾਸ਼ਟਰਪਤੀ ਦੀ ਪ੍ਰਤੀਨਿਧੀ ਸਦਨ ਦੁਆਰਾ ਚੋਣ। ਇਹ ਦੇਖ ਲੈਂਦੇ ਜੀ ਆਪਾਂ ਇਹਦੇ ਵਿੱਚ ਕੀ ਕੁਛ ਹੁੰਦਾ ਗਾ। ਜੇਕਰ ਸਪਸ਼ਟ ਬਹੁਮਤ ਨਾ ਹੋਵੇ ਤਾਂ ਪ੍ਰਤੀਨਿਧੀ ਸਦਨ 3 ਬਹੁਮਤ ਉਮੀਦਵਾਰਾਂ ਵਿੱਚੋਂ ਪ੍ਰੈਜ਼ੀਡੈਂਟ ਦੀ ਚੋਣ ਕਰ ਲਈ ਜਾਂਦੀ ਹੈ। 50 ਸਟੇਟਾਂ ਵਿੱਚੋਂ ਇੱਕ ਹਰੇਕ ਵਿੱਚੋਂ ਮੈਂਬਰ ਚੁਣਿਆ ਜਾਂਦਾ ਹੈਗਾ ਅਤੇ ਕੁੱਲ 50 ਮੈਂਬਰ ਚੁਣ ਲਏ ਜਾਂਦੇ ਨੇ, ਠੀਕ ਹੈ। ਆਪਾਂ ਨੂੰ ਪਤਾ ਵੀ 50 ਸਟੇਟਾਂ ਨੇ ਅਤੇ ਹਰ ਇੱਕ ਸਟੇਟ ਵਿੱਚ ਜਦੋਂ ਇੱਕ ਮੈਂਬਰ ਲਿਆ ਜਾਵੇਗਾ ਤਾਂ 50 ਮੈਂਬਰ ਇੱਧਰੋਂ ਚੁਣ ਲਏ ਜਾਂਦੇ ਹਨ। ਇੱਕ ਇਹ ਵਿਵਸਥਾ ਜਿਹੜੀ ਕਦੋਂ ਤੋਂ ਲਈ ਗਈ ਸੀਗੀ, ਇਹ 12ਵੀਂ ਸੋਧ ਦੁਆਰਾ ਇਹ ਵਿਵਸਥਾ ਲੈ ਕੇ ਆਂਦੀ ਗਈ ਸੀਗੀ। ਅਤੇ ਜਿਹਦੇ ਵਿੱਚ 26 ਵੋਟ ਮਿਲ ਜਾਣਗੇ ਜੇ ਉਹ ਵਿਨਰ ਬਣ ਜਾਵੇਗਾ। ਇਹਦੇ ਵਿੱਚ ਕਹੇਗਾ ਜੇ ਫਿਰ ਵੀ ਵੋਟ, ਜੇ ਬਹੁਮਤ ਦੇ ਆਧਾਰ 'ਤੇ 3 ਮੈਂਬਰ ਚੁਣ ਲਏ ਜਾਂਦੇ ਨੇ, ਜੇ ਉਹਨਾਂ ਤੋਂ ਫਿਰ ਵੀ ਵੋਟ ਨਹੀਂ ਪੈਂਦੀ ਹੈਗੀ ਤਾਂ ਫਿਰ 4 ਮਾਰਚ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਪ੍ਰੈਜ਼ੀਡੈਂਟ ਬਣ ਜਾਂਦਾ ਗਾ। ਇਹ ਧਿਆਨ ਰੱਖ ਲੈਣਾ ਜੀ। ਪਹਿਲਾਂ ਤਾਂ ਹੈਗਾ ਵੀ 3 ਮੈਂਬਰ ਚੁਣ ਲਏ ਜਾਣਗੇ ਜੇ ਸਪਸ਼ਟ ਬਹੁਮਤ ਨਾ ਹੋਵੇ। ਜੇ ਉਹਨਾਂ ਤੋਂ ਵੀ ਨਹੀਂ ਹੁੰਦਾ ਹੈਗਾ ਫਿਰ 50 ਸਟੇਟਾਂ ਵਿੱਚ ਇੱਕ ਮੈਂਬਰ ਚੁਣ ਲਿਆ ਜਾਂਦਾ ਅਤੇ ਉਹਦੇ ਆਧਾਰ 'ਤੇ ਵੋਟਿੰਗ ਹੁੰਦੀ ਹੈ। ਜੇ ਫਿਰ ਉਹਦੇ ਆਧਾਰ 'ਤੇ ਵੀ ਕੋਈ ਸਪਸ਼ਟ ਬਹੁਮਤ ਨਹੀਂ ਮਿਲਦੀ ਹੈਗੀ ਤਾਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਗਾ ਉਸੇ ਨੂੰ ਜਿਹੜਾ ਪ੍ਰੈਜ਼ੀਡੈਂਟ ਘੋਸ਼ਿਤ ਕਰ ਦਿੱਤਾ ਜਾਂਦਾ ਹੈਗਾ, ਠੀਕ ਹੈ ਜੀ। ਹੁਣ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਕੌਣ ਕਰਦਾ? ਤਾਂ ਇਹ ਸੈਨੇਟ ਕਰਦਾ ਗਾ।
ਇਹਦੇ ਵਿੱਚ ਜਿਹੜੇ 2 ਕੈਂਡੀਡੇਟ ਲਏ ਜਾਂਦੇ ਨੇਗੇ, ਠੀਕ ਹੀ। ਆਪਾਂ ਨੂੰ ਪਤਾ ਸੈਨੇਟ ਦੇ ਕਿੰਨੇ ਮੈਂਬਰ ਹੁੰਦੇ ਹਨ, 100 ਮੈਂਬਰ ਹੁੰਦੇ ਹਨ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਕਰਦੇ ਹਨ। ਚਲੋ ਨੈਕਸਟ ਦੇਖ, ਪ੍ਰੈਜ਼ੀਡੈਂਟ ਨੂੰ ਜਿਹੜੀ ਸਹੁੰ ਚੁਕਾਈ ਜਾਂਦੀ ਆਪਾਂ ਨੂੰ ਪਤਾ ਉਹਦਾ ਵਰਕ ਕਦੋਂ ਤੋਂ ਸਟਾਰਟ ਹੁੰਦਾ ਹੈਗਾ, 20 ਜੂਨ ਤੋਂ ਉਹਦਾ ਸਟਾਰਟ ਹੁੰਦਾ ਅਤੇ 3 ਜਨਵਰੀ ਨੂੰ ਖਤਮ ਹੁੰਦਾ ਹੈਗਾ, ਠੀਕ ਹੈ। 20 ਜਨਵਰੀ ਨੂੰ ਉਹਨੂੰ ਸਹੁੰ ਚੁਕਾਈ ਜਾਂਦੀ ਹੈਗੀ। ਇਹ ਪੱਕੀ ਫਿਕਸ ਡੇਟ ਹੈਗੀ। ਜਿਹੜਾ ਵੀ ਕੋਈ ਨਵਾਂ ਪ੍ਰੈਜ਼ੀਡੈਂਟ ਬਣਦਾ ਉਹਨੂੰ 20 ਜਨਵਰੀ ਨੂੰ ਜਿਹੜੀ ਸਹੁੰ ਚੁਕਾਈ ਜਾਂਦੀ ਹੈਗੀ। 3 ਰਾਜਾਂ ਤੋਂ ਭਾਵ 50 ਵਿੱਚੋਂ 33 ਰਾਜ ਨੇ ਜਿਹੜੇ ਹਾਜ਼ਰ ਹੋਣੇ ਜ਼ਰੂਰੀ ਹੁੰਦੇ ਹਨ। ਉਹਦੀ ਸਹੁੰ ਚੁਕਾਈ ਵਿੱਚ ਪ੍ਰੈਜ਼ੀਡੈਂਟ ਦੀ ਵਿੱਚ 33 ਰਾਜਾਂ ਦਾ ਸ਼ਾਮਲ ਹੋਣਾ ਜ਼ਰੂਰੀ ਕਿਹਾ ਗਿਆ ਹੈਗਾ। ਇਹ 1933 ਵਿੱਚ 20 ਨੰਬਰ ਦੀ ਸੋਧ ਕੀਤੀ ਗਈ ਸੀ। ਇਹਦੇ ਵਿੱਚ ਕਿਹਾ ਗਿਆ ਸੀ ਕਿ 20 ਜਨਵਰੀ ਨੂੰ 12 ਵਜੇ ਅਹੁਦਾ ਸੰਭਾਲੇਗਾ, ਠੀਕ ਹੈ। ਜੇਕਰ ਅਹੁਦਾ ਸੰਭਾਲਣ ਤੋਂ ਪਹਿਲਾਂ ਪ੍ਰੈਜ਼ੀਡੈਂਟ ਦੀ ਮੌਤ ਹੋ ਜਾਵੇ, ਵੀ ਚੋਣਾਂ 'ਚ ਤਾਂ ਉਹ ਜਿੱਤ ਗਿਆ ਪਰ ਹਜੇ ਉਹਨੂੰ ਓਥ ਨਹੀਂ ਲਈ ਸੀ ਅਤੇ ਉਹਦੀ ਡੈਥ ਹੋ ਜਾਂਦੀ ਹੈ ਪਹਿਲੀ ਪ੍ਰੈਜ਼ੀਡੈਂਟ ਦੀ, ਤਾਂ ਵਾਈਸ ਪ੍ਰੈਜ਼ੀਡੈਂਟ ਆ ਜਿਹੜਾ ਉਹ ਪ੍ਰੈਜ਼ੀਡੈਂਟ ਬਣ ਜਾਂਦਾ ਗਾ। ਜੇ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਦੀ ਡੈਥ ਹੋਈ ਅਤੇ ਵਾਈਸ ਪ੍ਰੈਜ਼ੀਡੈਂਟ ਵੀ ਨਾ ਹੋਵੇ ਤਾਂ ਕੀ ਹੁੰਦਾ, ਕਾਂਗਰਸ ਦਾ ਜਿਹੜਾ ਕਾਨੂੰਨ ਚੱਲਦਾ ਗਾ, ਜਿਹੜਾ ਕਾਂਗਰਸ ਜਿਹਨੂੰ ਚਾਹੇਗੀ ਉਹਨੂੰ ਬਣਾ ਦੇਵੇਗੀ, ਠੀਕ ਹੈ। ਚਲੋ ਅੱਗੇ ਚੱਲਦੇ ਆਂਗੇ। ਪ੍ਰੈਜ਼ੀਡੈਂਟ ਦੀਆਂ ਸ਼ਕਤੀਆਂ ਦੇਖ ਲੈਂਦੇ ਆਪਾਂ। ਇਹ ਐਗਜ਼ੀਕਿਊਟਿਵ ਪਾਵਰ ਧਾਰਾ 2 ਵਿੱਚ ਆ ਜਾਂਦਾ, ਆਰਟੀਕਲ 2 ਵਿੱਚ ਦਿੱਤਾ ਗਿਆ ਹਨ। ਕਾਨੂੰਨ ਲਾਗੂ ਕਰਨਾ, ਇਹ ਸੰਸਦ ਦੁਆਰਾ ਬਣਾਏ ਜਾਂਦੇ ਹਨ ਕਾਨੂੰਨ, ਠੀਕ ਹੈ। ਅੱਗੇ ਧਾਰਾ 2 ਦਾ ਭਾਗ 3 ਵਿੱਚ ਸੰਵਿਧਾਨ ਨੂੰ ਠੀਕ ਤਰ੍ਹਾਂ ਲਾਗੂ ਕਰਨਾ, ਇਹ ਵੀ ਪ੍ਰੈਜ਼ੀਡੈਂਟ ਦੀ ਡਿਊਟੀ ਹੈਗੀ। ਸ਼ਾਂਤੀ ਵਿਵਸਥਾ ਨੂੰ ਬਣਾਏ ਰੱਖਣਾ, ਬਾਹਰੀ ਹਮਲੇ ਤੋਂ ਰਾਖੀ ਕਰਨਾ। ਘਰੇਲੂ ਹਿੰਸਾ, ਇਹਦੇ ਵਿੱਚ ਵਿਧਾਨ ਮੰਡਲ ਦੀ ਬੇਨਤੀ 'ਤੇ, ਜੇ ਆਪਾਂ ਨੂੰ ਪਤਾ ਪਹਿਲਾਂ ਘਰੇਲੂ ਹਿੰਸਾ ਸਟੇਟਾਂ ਵੱਲੋਂ ਆਪਣੇ ਪੱਧਰ 'ਤੇ ਜਿਹੜਾ ਕੰਟਰੋਲ ਕੀਤੀ ਜਾਂਦੀ ਹੈ, ਫਿਰ ਵੀ ਉਹਨਾਂ ਤੋਂ ਕੰਟਰੋਲ ਨਾ ਹੋਵੇ ਤਾਂ ਵਿਧਾਨ ਸਭਾ ਬੇਨਤੀ ਕਰੇਗੀ। ਕਿਹੜੇ ਆਰਟੀਕਲ 4 'ਚ ਧਾਰਾ 4 ਦੇ ਆਧਾਰ 'ਤੇ ਤਾਂ ਜਿਹੜਾ ਪ੍ਰੈਜ਼ੀਡੈਂਟ ਉੱਥੇ ਜਾ ਕੇ ਫਿਰ ਉਹ ਅੱਗੇ ਆਪਣੀ ਜਿਹੜਾ ਵਰਕ ਕਰੇਗਾ ਅਤੇ ਉਹ ਆਪਣੇ ਅਕੋਰਡਿੰਗ ਆ ਜਿਹੜਾ ਉੱਥੇ ਸ਼ਾਂਤੀ ਲਿਆਉਣ ਦਾ ਯਤਨ ਕਰੇਗਾ, ਠੀਕ ਹੈ। ਉੱਥੇ ਸੈਨਾ ਦਾ ਜਿਹੜਾ ਪ੍ਰਯੋਗ ਕਰ ਸਕਦਾ ਫਿਰ ਰਾਜਾਂ ਦੀ ਸਹਿਮਤੀ ਦੇ ਨਾਲ। ਗਣਤੰਤਰੀ ਸਰਕਾਰ ਯਕੀਨੀ ਬਣਾਉਣਾ, ਅੱਗੇ ਹੈਗਾ ਨਿਯੁਕਤੀਆਂ ਉੱਤੇ ਕੰਟਰੋਲ। ਨਿਯੁਕਤੀਆਂ ਕਿਸ ਤਰੀਕੇ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ 'ਤੇ ਸੈਨੇਟਾਂ ਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ ਪ੍ਰੈਜ਼ੀਡੈਂਟ ਲਈ। ਸੈਨੇਟਾਂ ਤੋਂ ਬਿਨਾਂ ਜਿਹੜੇ ਕੋਈ ਵੀ ਨਿਯੁਕਤੀ ਨਹੀਂ ਹੁੰਦੀ। ਜੇ ਸੈਨੇਟ ਕਿਸੇ 'ਤੇ ਨਿਯੁਕਤੀ ਸੰਬੰਧੀ ਨਾ ਕਰ ਦੇਣ ਵੀ ਇਹ ਜ਼ਰੂਰੀ ਨਹੀਂ ਹੈਗਾ ਵੀ ਜਾਂ ਅਸੀਂ ਇਹਨੂੰ ਮੈਂਬਰ ਨਹੀਂ ਚੁਣਨਾ ਹੈਗਾ, ਤਾਂ ਪ੍ਰੈਜ਼ੀਡੈਂਟ ਦੀ ਉੱਥੇ ਕੋਈ ਵੀ ਜਿਹੜੀ ਉਹ ਨਹੀਂ ਚੱਲ ਸਕਦੀ, ਉਹਦੀ ਕੋਈ ਵੀ ਪਾਵਰ ਨਹੀਂ ਹੈਗੀ ਪ੍ਰੈਜ਼ੀਡੈਂਟ ਦੀ ਵੀ ਉਹ ਸੈਨੇਟ ਦੇ ਵਿਰੁੱਧ ਜਾ ਕੇ ਕਿਸੇ ਨੂੰ ਜਿਹੜਾ ਮੰਤਰੀ ਬਣਾ ਸਕੇ ਜਾਂ ਕਿਸੇ ਨੂੰ ਨਿਯੁਕਤ ਕਰ ਸਕੇ। ਧਿਆਨ ਦੇਣਾ ਇਹ 'ਤੇ ਵੀ। ਨੈਕਸਟ ਚੱਲ ਜਾਂਗੇ। ਸੈਨੇਟ ਇਜਲਾਸ ਨਾ ਹੋਵੇ, ਜੇ ਸੈਨੇਟਾਂ ਦਾ ਇਜਲਾਸ ਨਾ ਚੱਲ ਰਿਹਾ ਹੋਵੇ ਤਾਂ ਨਿਯੁਕਤੀਆਂ ਜਿਹੜਾ ਪ੍ਰੈਜ਼ੀਡੈਂਟ ਕਰਦਾ ਗਾ, ਠੀਕ ਹੈ। ਇਸ ਤਰੀਕੇ ਦੀ ਜਿਹੜੀ ਉਹਦੀ ਪਾਵਰ ਹੈ ਪ੍ਰੈਜ਼ੀਡੈਂਟ ਦੀ, ਉਹਨੂੰ ਕੀ ਕਿਹਾ ਜਾਂਦਾ ਹੈ, ਰਿਸੈਸ ਅਪੁਆਇੰਟਮੈਂਟ ਕਹਿੰਦੇ ਹਨ। ਵੀ ਸੈਨੇਟਾਂ ਦਾ ਜਿਹੜਾ ਸਤਰ ਹੈਗਾ ਉਹ ਨਹੀਂ ਚੱਲ ਰਿਹਾ ਹੈਗਾ ਤਾਂ ਪ੍ਰੈਜ਼ੀਡੈਂਟ ਨੂੰ ਜ਼ਰੂਰਤ ਆ ਕੋਈ ਕਾਨੂੰਨ ਬਣਾਉਣ ਦੀ ਤਾਂ ਉਹ ਜਾਂ ਕਿਸੇ ਨਿਯੁਕਤੀ ਕਰਨ ਦੀ, ਤਾਂ ਪ੍ਰੈਜ਼ੀਡੈਂਟ ਵੱਲੋਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਇਹਨੂੰ ਪ੍ਰੈਜ਼ੀਡੈਂਟ ਦੀ ਕਿਹੜੀ ਸ਼ਕਤੀ ਕਿਹਾ ਜਾਂਦਾ ਹੈ, ਰਿਸੈਸ ਅਪੁਆਇੰਟਮੈਂਟ ਕਹਿੰਦੇ ਹਨ। ਫਿਰ ਇਜਲਾਸ ਦੇ ਸਮੇਂ ਉਹਨੂੰ ਪ੍ਰੈਜ਼ੀਡੈਂਟ ਨੂੰ ਜਿਹੜੀ ਉਹ ਮਨਜ਼ੂਰੀ ਲੈਣੀ ਪੈਂਦੀ ਹੈਗੀ ਸੈਨੇਟ ਵੱਲੋਂ। ਜੇ ਸੈਨੇਟ ਹਾਂ ਕਰਦੇ ਤਾਂ ਉਹ ਜਿਹੜਾ ਨਿਯੁਕਤੀ ਪੱਕੀ ਸਮਝੀ ਜਾਂਦੀ ਹੈ, ਜੇ ਉਹ ਨਾ ਕਰ ਦੇਣ ਤਾਂ ਉਹ ਜਿਹੜੀ ਆਰਜੀ ਸਮਝੀ ਜਾਂਦੀ ਹੈ ਅਤੇ ਉਹਨੂੰ ਪਦ ਤੋਂ ਹਟਾਇਆ ਜਾ ਸਕਦਾ। ਨਿਯੁਕਤੀ ਜਿਹੜੀ ਉਹ ਕੈਂਸਲ ਹੋ ਜਾਂਦੀ ਹੈਗੀ। ਅੱਗੇ ਹੈਗੇ ਜੀ ਅਹੁਦੇ ਤੋਂ ਵੱਖ ਕਰਨ ਦੀ ਸ਼ਕਤੀ। ਇਹ ਸੰਸਦ ਲਵੇ ਹੁੰਦੀ ਹੈਗੀ। ਸੰਸਦ ਆ ਜਿਹੜਾ ਨਾ ਮਨਜ਼ੂਰ ਕਰਕੇ ਉਹਨੂੰ ਨਿਯੁਕਤੀ ਨੂੰ ਮੈਂਬਰ ਨੂੰ ਜਿਹੜਾ ਹਟਾ ਸਕਦੀ ਹੈਗੀ। ਪ੍ਰੈਜ਼ੀਡੈਂਟ ਦੀ ਜਿਹੜੀ ਸੈਨਿਕ ਸ਼ਕਤੀ ਹੈ ਇਹ ਵੀ ਧਾਰਾ 2 ਪਾਰਟ ਨੰਬਰ 1 ਵਿੱਚ ਹੈਗਾ। ਇਹਦੇ ਵਿੱਚ ਕੀ ਕਹੇਗਾ, ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹ ਜਲ ਥਲ ਅਤੇ ਹਵਾਈ ਸੈਨਾ ਤਿੰਨਾਂ ਦਾ ਉਹ ਸੁਪਰੀਮ ਕਮਾਂਡਰ ਹੁੰਦਾ, ਠੀਕ ਹੈ। ਇਹ ਸਿੰਪਲ ਅਤੇ ਇੰਨਾ ਕੁਛ ਖਾਸ ਨਹੀਂ ਹੈਗਾ ਇਹਦੇ ਵਿੱਚ। ਨੈਕਸਟ ਚੱਲਦੇ ਆਪਾਂ ਵਿਦੇਸ਼ੀ ਨੀਤੀ ਦਾ ਨਿਰਮਾਤਾ। ਇਹਦੇ ਵਿੱਚ ਦੇ ਸਕਦੇ ਆਪਾਂ ਪ੍ਰੈਜ਼ੀਡੈਂਟ ਦੀਆਂ ਕੀ ਕੁਛ ਸ਼ਕਤੀਆਂ ਨੇ। ਕਿਹੜੇ ਵੀ ਜਿਹੜੇ ਸੌਦੇ ਹੁੰਦੇ ਨੇ ਬਾਹਰਲੇ ਦੇਸ਼ਾਂ ਨਾਲ ਕੋਈ ਵਪਾਰ ਹੁੰਦਾ, ਸੰਧੀਆਂ ਹੁੰਦੀਆਂ ਨੇ, ਇਹ ਕਾਂਗਰਸ ਦੀ ਪ੍ਰਵਾਨਗੀ ਨਾਲ ਹੀ ਜਿਹੜਾ ਪ੍ਰੈਜ਼ੀਡੈਂਟ ਕਰਦਾ ਗਾ, ਠੀਕ ਹੈ। ਜਿੰਨੇ ਵੀ ਪ੍ਰੈਜ਼ੀਡੈਂਟ ਵੱਲੋਂ ਬਾਹਰਲੇ ਦੇਸ਼ਾਂ ਨਾਲ ਕਿਸੇ ਪ੍ਰਕਾਰ ਦੇ ਕੋਈ ਸੌਦੇ ਸੰਧੀਆਂ ਕੀਤੀਆਂ ਜਾਂਦੀਆਂ ਨੇ ਜਾਂ ਕੋਈ ਵਪਾਰ ਦੀਆਂ ਕੋਈ ਮੀਟਿੰਗਸ ਵਗੈਰਾ ਕੀਤੀਆਂ ਜਾਂਦੀਆਂ ਨੇਗੀਆਂ, ਉਹ ਸਾਰਿਆਂ 'ਚ ਜਿਹੜੇ ਕਾਂਗਰਸ ਦੀ ਪ੍ਰਵਾਨਗੀ ਉਹਨੂੰ ਲੈਣੀ ਜ਼ਰੂਰੀ ਹੁੰਦੀ ਹੈ। ਆਪਾਂ ਨੂੰ ਪਤਾ 2018 ਵਿੱਚ ਜਿਹੜਾ ਟਰੰਪ ਵੱਲੋਂ WTO ਨੂੰ ਛੱਡਣ ਦੀ ਇੱਕ ਧਮਕੀ ਦਿੱਤੀ ਗਈ ਸੀਗੀ। ਉਹਨੇ ਕਿਹਾ ਸੀ ਕਿ ਜਿਹੜਾ US ਆ WTO ਤੋਂ ਬਾਹਰ ਹੋਵੇਗਾ, ਅਸੀਂ ਉਹਨੂੰ ਛੱਡ ਦੇਵਾਂਗੇ। ਉਹਨੂੰ ਫੰਡ ਦੇਣ ਤੋਂ ਵੀ ਨਾ ਕਰ ਦਿੱਤੀ ਗਈ ਸੀ, ਪਰ ਜਿਹੜਾ ਆਪਾਂ ਨੂੰ ਪਤਾ ਉੱਥੋਂ ਦੀ ਗੌਰਮੈਂਟ ਆ ਉਹਨੇ ਇਹਨੂੰ ਮਨਾ ਕਰ ਦਿੱਤਾ, ਇਸ ਲਈ ਉਹ ਜਿਹਾ ਕੁਝ ਵੀ ਜਿਹੜਾ ਨਹੀਂ ਕਰ ਸਕਿਆ ਹੈਗਾ। ਟਰੰਪ ਦੇ ਫੈਸਲੇ ਨੂੰ ਬਦਲ ਦਿੱਤਾ ਗਿਆ ਸੀ। WTO ਦੁਆਰਾ ਮੈਂਬਰਸ਼ਿਪ ਆ ਜਿਹੜੀ ਉਹ
ਪਾਬੰਦ ਖਤਮ ਕਰ ਦਿੱਤੇ ਗਏ, ਉਹਦੇ 'ਤੇ ਜਿਹੜੇ ਕਿਸੇ ਪ੍ਰਕਾਰ ਦੀ ਪਾਬੰਦੀ ਨਹੀਂ ਹੋਵੇਗੀ ਅਤੇ UN ਨਾਲ ਰਲ ਕੇ ਉਹ ਕੰਮ ਕਰੇਗੀ। ਠੀਕ ਹੈ, ਉੱਥੋਂ ਦੀ ਜਿਹੜੀ ਗੌਰਮੈਂਟ ਤੇ ਉਹਨੇ ਕੀ ਕਿਹਾ ਸੀ, WTO ਨੂੰ ਕਿਸੇ ਪ੍ਰਕਾਰ ਦੀ ਜਿਹੜੀ ਪਾਬੰਦੀ ਨਹੀਂ ਹੋਵੇਗੀ, ਉਹ ਉਹਦੇ ਵਿੱਚ ਸ਼ਾਮਿਲ ਹੋਵੇਗੀ ਅਤੇ ਆਪਣਾ UN ਨਾਲ ਰਲ ਕੇ ਜਿਹੜਾ ਉੱਥੇ ਕੰਮ ਕਰੇਗੀ ਅਤੇ ਕਰੋਨਾ ਦੇ ਖਿਲਾਫ ਆ ਜਿਹੜਾ ਸਖਤ ਤੋਂ ਸਖਤ ਜਿਹੜਾ ਕਦਮ ਚੁੱਕੇਗੀ। ਹਾਂਜੀ, ਇੱਕ ਮੇਨ ਕੰਮ ਵਰਕ ਕੀ ਸੀਗਾ ਜਿਹੜਾ ਟਰੰਪ ਵੱਲੋਂ ਕੀ ਕਿਹਾ ਗਿਆ ਸੀਗੀ, ਜਿਹੜੀ ਮੈਕਸੀਕੋ ਵੱਲੋਂ ਵੀ ਅਣਚਾਹੀਆਂ ਆਵਾਜ਼ਾਂ ਆਉਂਦੀਆਂ ਨੇਗੀਆਂ ਅਤੇ ਜਿਹੜੀ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਮੈਕਸੀਕੋ ਵਿੱਚ ਇੱਕ ਦੀਵਾਰ ਬਣਾਈ ਜਾਵੇ। ਠੀਕ ਹੈ, USA ਅਤੇ ਮੈਕਸੀਕੋ ਦੇ ਇੱਕ ਦੀਵਾਰ ਬਣਾਈ ਜਾਵੇ ਬਾਰਡਰ 'ਤੇ, ਪਰ ਜਿਹੜੇ ਉੱਥੋਂ ਦੀ ਗੌਰਮੈਂਟ ਨੇ ਉਹਦੀ ਇਹ ਡਿਮਾਂਡ ਨੂੰ ਵੀ ਜਿਹੜਾ ਰਿਜੈਕਟ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਮੈਕਸੀਕੋ ਦੀ ਜਿਹੜੀ ਸਰਹੱਦ 'ਤੇ ਆ ਕਿਸੇ ਪ੍ਰਕਾਰ ਦੀ ਜਿਹੜੀ ਦੀਵਾਰ ਨਹੀਂ ਬਣਾਵਾਂਗੇ। ਪੈਰਿਸ ਸਮਝੌਤੇ 'ਤੇ ਜਿਹੜੀ ਸਹਿਮਤੀ ਦਿੱਤੀ ਗਈ ਅਤੇ ਨਸਲੀ ਹਿੰਸਾ ਜਿਹੜੀ ਉਹਨੂੰ ਖਤਮ ਕਰਨ ਦਾ ਉੱਥੋਂ ਦੀ ਗੌਰਮੈਂਟ ਵੱਲੋਂ ਜਿਹੜਾ ਇੱਕ ਵਿਸ਼ਵਾਸ ਲੋਕਾਂ ਨੂੰ ਦਿਵਾਇਆ ਗਿਆ ਸੀਗਾ। ਨੈਕਸਟ ਚੱਲ ਜਾਂਦੀ ਵਿਦੇਸ਼ੀ ਰਾਜਾਂ ਨੂੰ ਮਾਨਤਾ ਪ੍ਰਦਾਨ ਕਰਨਾ। ਜਿਹੜਾ ਵਿਦੇਸ਼ੀ ਰਾਜਾਂ ਨੂੰ ਉਹਨਾਂ ਨੂੰ ਮਾਨਤਾ ਪ੍ਰਦਾਨ ਕਰਨ ਦੀ ਸ਼ਕਤੀ ਕਿਹਦੇ ਲਈ ਪਾਵਰਸ USA ਦੇ ਪ੍ਰੈਜ਼ੀਡੈਂਟ ਦੁਆਰਾ ਹੁੰਦੀ ਹੈਗੀ। ਠੀਕ ਹੈ, ਸੰਧੀਆਂ ਕਰਨ ਦੀ ਸ਼ਕਤੀ ਹੈ ਜਿਹੜੀ ਪ੍ਰੈਜ਼ੀਡੈਂਟ ਦੀ ਧਾਰਾ ਆਰਟੀਕਲ 2 ਪਾਰਟ ਨੰਬਰ 1 ਸਬ ਪਾਰਟ 1 ਵਿੱਚ ਕਿਹਾ ਗਿਆ ਹੈਗਾ ਵੀ ਸਨੇਟ ਦੀ ਮਨਜ਼ੂਰੀ ਨਾਲ, ਸਨੇਟ ਦੀ ਕਿੰਨੀ ਮਨਜ਼ੂਰੀ ਚਾਹੀਦੀ, 2/3 ਦੇ ਨਾਲ ਬਹੁਸੰਮਤੀ ਨਾਲ ਜਿਹੜਾ ਉਹ ਵਿਦੇਸ਼ੀਆਂ ਨੂੰ ਮਾਨਤਾ ਪ੍ਰਾਪਤ ਜਿਹੜਾ ਦੇ ਸਕਦਾ ਗਾ। ਅੱਗੇ ਚੱਲਦੇ ਜੀ ਆਪਾਂ, ਅੱਗੇ ਹੈਗਾ ਗਾ ਲੀਗ ਆਫ ਨੇਸ਼ਨ। 1919 ਵਿੱਚ ਜਿਹੜਾ ਲੀਗ ਆਫ ਨੇਸ਼ਨ ਬਣਾਇਆ ਗਿਆ ਸੀ ਵੁਡਰੋ ਵਿਲਸਨ ਦੁਆਰਾ। ਠੀਕ ਹੈ, ਇਹ ਵੁਡਰੋ ਵਿਲਸਨ ਦੇ ਦਿਮਾਗ ਦੀ ਉਪਜ ਮੰਨੀ ਜਾਂਦੀ ਹੈਗੀ। ਜਿਹੜਾ ਫਸਟ ਵਰਲਡ ਵਾਰ ਸੀ ਆਪਾਂ ਨੂੰ ਪਤਾ ਜਦੋਂ ਖਤਮ ਹੋਇਆ ਸੀਗਾ, ਉਹਦੇ ਵਿੱਚ ਕੀ ਕਹਿ ਗਏ ਸੀ, ਹੁਣ ਲੋਕਾਂ ਨੂੰ ਵੀ ਸ਼ਾਂਤੀ ਨਾਲ ਕੰਮ ਕਰਨ ਦੇ ਲਈ ਇੱਕ ਅਜਿਹਾ ਸੰਸਥਾ ਬਣਾਈ ਜਾਵੇ ਜਿਸ ਵਿੱਚ ਜਿਹੜੇ ਲੋਕ ਨੇ ਗੌਰਮੈਂਟਸ ਨੇ ਰਲ ਕੇ ਕੰਮ ਕਰ ਲੈਣਗੇ ਅਤੇ ਯੁੱਧ ਦੀਆਂ ਜਿਹੜੇ ਸੰਭਾਵਨਾ ਨੂੰ ਉਹਨਾਂ ਨੂੰ ਘਟਾਉਣਗੀਆਂ। ਇਸ ਲਈ ਜਿਹੜਾ 1919 ਵਿੱਚ ਇੱਕ ਲੀਗ ਆਫ ਨੇਸ਼ਨ ਬਣਾਇਆ ਗਿਆ ਸੀਗਾ ਉੱਥੇ, ਪਰ ਉੱਥੋਂ ਦੀ ਜਿਹੜੀ ਸਨੇਟ ਦੀ USA ਦੀ ਨੇ ਉਹਨਾਂ ਨੇ ਵਿਲਸਨ ਨੂੰ ਇਹਦੇ ਵਿੱਚ ਜਿਹੜਾ ਪਾਰਟੀਸਪੇਟ ਨਹੀਂ ਕਰਨ ਦਿੱਤਾ ਸੀ। ਉਹਨੇ ਮਨਾਹੀ ਕਰ ਦਿੱਤੀ ਗਈ ਸੀ ਵੀ ਜਿਹੜਾ US ਹੈਗਾ ਲੀਗ ਆਫ ਨੇਸ਼ਨ ਵਿੱਚ ਪਾਰਟੀਸਪੇਟ ਨਹੀਂ ਕਰੇਗਾ। ਇਸ ਲਈ ਵਿਲਸਨ ਨੂੰ ਨਾ ਚਾਹੁੰਦੇ ਹੋਏ ਵੀ ਉੱਥੋਂ ਜਿਹੜਾ ਆਪਣਾ ਦਰਕਿਨਾਰ ਕਰਨਾ ਪਿਆ ਸੀਗਾ। ਠੀਕ ਹੈ, ਵੈਸੇ ਤਾਂ ਇਹ ਉਪਜ ਕੀਤੀ ਤੀ ਵੁਡਰੋ ਵਿਲਸਨ ਦਾ ਹੀ ਸੁਝਾਅ ਤੇ ਵੁਡਰੋ ਵਿਲਸਨ ਨੇ ਤੇ ਆਪਣੇ ਸੁਝਾਅ ਵੀ ਦਿੱਤੇ ਅਤੇ 14 ਸਿਧਾਂਤ ਦਿੱਤੇ ਸਨ, ਪਰ ਇਹਦੇ ਵਿੱਚ ਮੇਨ ਗੱਲ ਕੀ ਸੀ, ਲੀਗ ਆਫ ਨੇਸ਼ਨ ਵਿੱਚ USA ਜਿਹੜਾ ਸ਼ਾਮਿਲ ਨਹੀਂ ਹੋਇਆ ਸੀਗਾ। ਇਸੇ ਪ੍ਰਕਾਰ ਨਾਲ ਜਿਹੜੀ ਇੱਕ ਪਰਮਾਣੂ ਸੰਧੀ ਹੋਈ ਸੀ, ਜਿਹਨੂੰ ਕੀ ਕਿਹਾ ਜਾਂਦਾ ਪ੍ਰਭਾਵਸ਼ਾਲੀ ਪਰਮਾਣੂ ਨਿਰਪੇਖ ਸੰਧੀ ਹੋਈ ਸੀ 1999 ਵਿੱਚ। ਇਹਦੇ ਵਿੱਚ ਵੀ ਜਿਹੜਾ USA ਨੇ ਮਨਾ ਕਰ ਦਿੱਤਾ ਕਿ ਅਸੀਂ ਇਹਦੇ ਵਿੱਚ ਪਾਰਟੀਸਪੇਟ ਆ ਜਿਹੜਾ ਹੁਣ ਨਹੀਂ ਕਰਾਂਗੇ। ਨੈਕਸਟ ਚੱਲਦੇ ਆ ਜੀ ਕਾਰਜਕਾਰੀ ਸਮਝੌਤੇ, ਜਿਨ੍ਹਾਂ ਵਿੱਚ ਸੈਨੇਟ ਦੀ ਪ੍ਰਵਾਨਗੀ ਨਹੀਂ ਮਿਲਦੀ। ਅਜਿਹਾ ਕੋਈ ਵੀ ਸਮਝੌਤਾ ਜਿਹੜਾ ਸਿਰੇ ਨਹੀਂ ਚੜ੍ਹ ਸਕਦਾ ਹੈਗਾ, ਚਾਹੇ ਪ੍ਰੈਜ਼ੀਡੈਂਟ ਅਨਾਊਂਸਮੈਂਟ ਕਰੀ ਜਾਵੇ, ਫਿਰ ਵੀ ਜੇ ਉੱਥੋਂ ਦੀ ਸਨੇਟ ਦੀ ਮਨਜ਼ੂਰੀ ਹੈ ਤਾਂ ਹੀ ਉਹ ਸਮਝੌਤੇ ਨੇ ਜਿਹੜੇ ਕਾਨੂੰਨ ਬਣਦੇ ਨੇ, ਨਹੀਂ ਤਾਂ ਫਿਰ ਨਹੀਂ ਬਣਦੇ ਹੈਗੇ। ਠੀਕ ਹੈ, ਜਿਵੇਂ ਆਪਾਂ ਨੂੰ ਪਤਾ 2010 ਵਿੱਚ ਜਦੋਂ ਬਰਾਕ ਓਬਾਮਾ ਭਾਰਤ ਵਿੱਚ ਆਇਆ ਸੀ ਤਾਂ ਉਹ ਅਨਾਊਂਸ ਕਰਕੇ ਗਿਆ ਸੀ ਕਿ ਅਸੀਂ ਭਾਰਤ ਦੇ ਨਾਲ ਜਿਹੜਾ $10 ਬਿਲੀਅਨ ਦਾ ਵਪਾਰ ਕਰਾਂਗੇ, ਪਰ ਉੱਥੋਂ ਦੀ ਸਨੇਟ ਨੇ ਜਿਹੜਾ ਇਹਨੂੰ ਮਨਾ ਕਰ ਦਿੱਤਾ ਸੀ, ਇਸ ਲਈ ਇਹ ਜਿਹੜਾ ਫੋਰਸ ਵਿੱਚ ਨਹੀਂ ਆਇਆ ਸੀਗਾ। ਚਲੋ ਨੈਕਸਟ ਚੱਲਦੇ ਹਾਂ, ਅੱਗੇ ਹੈਗਾ ਜੀ ਪ੍ਰੈਜ਼ੀਡੈਂਟ ਦੇ ਸੰਦੇਸ਼ ਭੇਜਣ ਦਾ ਜਿਹੜਾ ਅਧਿਕਾਰ ਆ। ਆਰਟੀਕਲ 2 ਸਬ ਪਾਰਟ ਨੰਬਰ 11 ਵਿੱਚ ਕਿਹਾ ਗਿਆ ਜਿਹੜੇ ਸੰਦੇਸ਼ ਭੇਜਦਾ ਪ੍ਰੈਜ਼ੀਡੈਂਟ, ਆਰਟੀਕਲ 2 ਸਬ ਪਾਰਟ ਨੰਬਰ 11 ਵਿੱਚ ਇਹਦਾ ਅਧਿਕਾਰ। ਦੋਹਾਂ ਸਦਨਾਂ ਨੂੰ ਜਿਹੜੇ ਸੰਦੇਸ਼ ਭੇਜੇ ਜਾਂਦੇ ਨੇ ਉਹਨਾਂ ਬਾਰੇ ਇਹ। ਠੀਕ ਹੈ, ਕਾਂਗਰਸ ਦੇ ਬਿੱਲਾਂ ਦੇ ਪ੍ਰਵਾਨਗੀ ਪ੍ਰੈਜ਼ੀਡੈਂਟ ਨੂੰ ਦੇਣੀ ਪੈਂਦੀ ਹੈਗੀ। ਪ੍ਰੈਜ਼ੀਡੈਂਟ ਚਾਹੇ ਤਾਂ ਉੱਥੇ ਵੀਟੋ ਦਾ ਪ੍ਰਯੋਗ ਕਰ ਸਕਦਾ ਗਾ। ਚਲੋ ਕਿਹੜੇ ਨੰਬਰ 'ਚ ਆ ਜਾਊਗਾ ਜੀ, ਹੁਣ ਪੁੱਛ ਲੈ ਵੀਟੋ ਦਾ ਪ੍ਰਯੋਗ ਇਸ ਆਧਾਰ 'ਤੇ ਕਰ ਸਕਦਾ ਹੈ। ਆਰਟੀਕਲ ਨੰਬਰ 2 ਸਬ ਪਾਰਟ ਆ ਜਾਂਦਾ ਇਹਦਾ 11 'ਤੇ। ਠੀਕ ਹੈ, 11 ਵਿੱਚ ਕਿਹਾ ਹੈਗਾ ਸਬ ਪਾਰਟ ਵਿੱਚ ਜਿਹੜਾ ਵੀਟੋ ਦੀ ਸ਼ਕਤੀ ਹੈ ਪ੍ਰੈਜ਼ੀਡੈਂਟ ਦੀ, ਧਿਆਨ ਰੱਖਣਾ ਵੀ। ਨੈਕਸਟ ਚੱਲਦੇ ਹਾਂ, ਵੀਟੋ ਸ਼ਕਤੀ ਹੈ ਜਿਹੜੀ ਪ੍ਰੈਜ਼ੀਡੈਂਟ ਦੀ, ਉਹ ਅਸਥਾਈ ਸ਼ਕਤੀ ਹੈ ਜਿਹਨੂੰ ਅਸਥਾਈ ਵੀਟੋ ਕਹਿ ਸਕਦੇ ਹੈਗੇ। ਕੁਝ ਸਮੇਂ ਦੇ ਲਈ ਜਿਹੜਾ ਪ੍ਰੈਜ਼ੀਡੈਂਟ ਉਹ ਰੋਕ ਲਗਾ ਸਕਦਾ ਗਾ। ਠੀਕ ਹੈ, 2/3 ਪ੍ਰਵਾਨਗੀ ਨਾਲ ਸਿਰਫ ਕਿੰਨੇ ਟਾਈਮ ਲਈ ਪ੍ਰੈਜ਼ੀਡੈਂਟ ਵੱਲੋਂ ਰੋਕ ਲਗਾਈ ਜਾਂਦੀ ਹੈ ਵੀਟੋ 'ਤੇ, 10 ਦਿਨ ਦੇ ਲਈ। ਇਹਨੂੰ ਕੀ ਕਹਿੰਦਾ ਪੋਕੇਟ ਵੀਟੋ ਕਿਹਾ ਜਾਂਦਾ ਗਾ। 10 ਦਿਨਾਂ ਦੀ ਕਾਰਵਾਈ ਜੇ ਨਾ ਹੋਵੇ ਅਤੇ ਉੱਧਰੋਂ ਕਾਂਗਰਸ ਦਾ ਜਿਹੜਾ ਖਤਮ ਬਿੱਲ ਅਵਵਾਹਨ ਹੋ ਜਾਂਦਾ ਹੈ। ਕਾਂਗਰਸ ਆ ਜਿਹੜਾ ਬਿੱਲ ਨੂੰ ਖਤਮ ਕਰਨ ਦਾ ਜਿਹੜਾ ਆਹਵਾਨ ਕਰ ਦਿੰਦੀ ਹੈ। ਠੀਕ ਹੈ, ਜੇ 10 ਦਿਨਾਂ ਦੇ ਅੰਦਰ ਅੰਦਰ ਪ੍ਰਵਾਨਗੀ ਨਹੀਂ ਮਿਲਦੀ ਹੈਗੀ, ਪ੍ਰੈਜ਼ੀਡੈਂਟ ਆ ਜਿਹੜਾ ਗਰਾਂਟਾਂ ਸੰਬੰਧੀ ਪ੍ਰੈਜ਼ੀਡੈਂਟ ਜਿਹੜਾ ਗਰਾਂਟ ਸੀ, ਇਹਦਾ ਪੂਰਾ ਨੇਮ ਨਹੀਂ ਮੈਨੂੰ ਪਤਾ, ਤੁਸੀਂ ਗੂਗਲ 'ਤੇ ਸਰਚ ਕਰ ਲੈਣਾ। ਇਹਨੇ 45 ਵਾਰ ਅਸਥਾਈ ਵੀਟੋ ਲਗਾਈ ਸੀ ਅਤੇ 49 ਵਾਰ ਜਿਹੜਾ ਪੋਕੇਟ ਵੀਟੋ ਲਗਾਈ ਸੀ।
ਸਭ ਤੋਂ ਵੱਧ ਵਾਰ ਵੀਟੋ ਜੇ ਪੁੱਛ ਲੈਣ ਕਿਹਨੇ ਲਗਾਈ ਦੀ, ਉਹ ਰੂਜ਼ਵੈਲਟ ਸੀ। ਫਰੈਂਕਲਿਨ ਡੀ ਰੂਜ਼ਵੈਲਟ ਨੇ 372 ਜਿਹੜੇ ਬਿੱਲਾਂ ਉੱਤੇ ਅਸਥਾਈ ਵੀਟੋ ਦਾ ਜਿਹੜਾ ਪ੍ਰਯੋਗ ਕੀਤਾ ਸੀ। ਠੀਕ ਹੈ, ਕਿੰਨੇ ਬਿੱਲਾਂ ਦੇ ਇਹਨਾਂ ਨੇ ਅਸਥਾਈ ਵੀਟੋ ਦਾ ਪ੍ਰਯੋਗ ਕੀਤਾ ਸੀ? 372 ਵਿੱਚ। ਇਹਦੇ ਵਿੱਚੋਂ 265 ਤੇ ਜਿਹੜੀ ਪੋਕਟ ਵੀਟੋ ਲਗਾਈ ਗਈ ਸੀਗੀ। ਇਹ ਸਭ ਤੋਂ ਵੱਧ ਵਾਰ ਵੀਟੋ ਲਗਾਉਣ ਵਾਲਾ ਜਿਹੜਾ ਪ੍ਰੈਜ਼ੀਡੈਂਟ ਬਣਿਆ ਅਜੇ ਤੱਕ ਦੇ ਇਤਿਹਾਸ ਵਿੱਚ, ਫਰੈਂਕਲਿਨ ਡੀ ਰੂਜ਼ਵੈਲਟ। ਇਸ ਤੋਂ ਇਲਾਵਾ ਰਿੰਗਨ ਨੇ ਜਿਹੜਾ ਲਗਾਈ ਗਈ ਸੀ 15 ਵਾਰ ਅਸਥਾਈ ਲਗਾਈ ਸੀ, ਅਤੇ 7 ਵਾਰ ਜਿਹੜੀ ਪੋਕਟ ਵੀਟੋ ਲਗਾਈ ਗਈ ਸੀਗੀ। ਪ੍ਰੈਜ਼ੀਡੈਂਟ ਨੂੰ ਉਪ ਵਿਦਾਇਗੀ ਸ਼ਕਤੀਆਂ ਕਿਹਾ ਜਾਂਦਾ ਹੈ। ਇਹ ਸਰਕਾਰ ਵੱਲੋਂ ਸੌਂਪੀਆਂ ਜਾਂਦੀਆਂ ਹਨ, ਇਸ ਲਈ ਇਹਨੂੰ ਸੌਂਪੀ ਕਾਨੂੰਨੀ ਸ਼ਕਤੀ ਵੀ ਕਿਹਾ ਜਾਂਦਾ ਗਾ। ਠੀਕ ਹੈ, ਸਾਂਝਾ ਸਮਾਗਮ ਬੁਲਾਉਣ ਦੀ ਹੁਣ ਸ਼ਕਤੀ ਹੈ ਜਿਹੜੀ ਪ੍ਰੈਜ਼ੀਡੈਂਟ ਦੀ, ਉਹ ਹੈਗੀ ਆਰਟੀਕਲ ਨੰਬਰ 2 ਪਾਸ ਆ ਪਾਰਟ ਨੰਬਰ 2 ਵਿੱਚ। ਇਹਦੇ 'ਚ ਕੀ ਕਹੇਗਾ, ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹ ਦੋਨੇ ਸਦਨਾਂ ਦੀ ਜਿਹੜਾ ਸਾਂਝਾ ਸੰਮੇਲਨ ਉਹ ਬੁਲਾ ਸਕਦਾ ਗਾ। ਹਾਂਜੀ, ਇਹ ਵੀ ਇੰਪੋਰਟੈਂਟ ਆ, ਦੇਖ ਲੈਣਾ। ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਹੁੰਦਾ ਉਹ ਪ੍ਰੈਜ਼ੀਡੈਂਟ ਵੀ ਹੁੰਦਾ ਉੱਥੋਂ ਦਾ, ਅਤੇ PM ਵੀ ਹੁੰਦਾ, ਪ੍ਰਾਈਮ ਮਿਨਿਸਟਰ ਵੀ ਹੁੰਦਾ, ਦੋਵੇਂ ਇੱਕੇ ਨੇਗੇ। ਠੀਕ ਹੈ, ਇਹ ਸਾਰੀਆਂ ਸ਼ਕਤੀਆਂ ਜਿਹੜਾ ਪ੍ਰੈਜ਼ੀਡੈਂਟ ਵਿੱਚ ਹੁੰਦੀਆਂ ਨੇਗੀਆਂ। ਚਲੋ ਨੈਕਸਟ ਚੱਲਦੇ ਹਾਂ। ਅੱਜ ਲਈ ਇੰਨੀ ਵੀਡੀਓ ਸੀ। ਜੇ ਵੀਡੀਓ ਵਧੀਆ ਲੱਗੀ ਹੋਵੇ, ਪਲੀਜ਼ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ, ਤੁਹਾਡੀ ਹੈਲਪ ਹੋਈ ਹੋਵੇ ਸਿਲੇਬਸ ਕੰਪਲੀਟ ਕਰਨ ਵਿੱਚ, ਤਾਂ ਪਲੀਜ਼ ਵੀਡੀਓ ਨੂੰ ਜਾਂਦੇ ਨੂੰ ਲਾਈਕ ਜ਼ਰੂਰ ਕਰਕੇ ਜਾਣਾ, ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਤੁਹਾਨੂੰ ਕਹੀ ਜਿਹੀ ਲੱਗੀ। ਚਲੋ ਜੀ, ਇਹਦਾ ਸੈਕਿੰਡ ਪਾਰਟ ਆਪਾਂ ਜਲਦ ਤੋਂ ਲੈ ਕੇ ਆਵਾਂਗੇ। ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਹੈ ਜੀ।